दोस्तों, स्वागत है आपका हमारे YouTube चैनल एग्जाम प्रिपरेशन पर। आज का सेशन शुरू करने से पहले यदि आप हमारे चैनल पर नए हैं तो हमारा चैनल सब्सक्राइब करें, वीडियो को लाइक करें, शेयर करें और बेल बटन को प्रेस करना ना भूलें। ਅੱਜ ਦੇ ਸੈਸ਼ਨ ਦੇ ਵਿੱਚ ਆਪਾਂ 4 ਟੌਪਿਕ ਕਵਰ ਕਰਾਂਗੇ। ਪਹਿਲਾ ਟੌਪਿਕ ਹੈ ਨਾਮ, ਗੁੱਟ ਨਿਰਲੇਪ। ਦੂਸਰਾ ਹੈ ਸਾਰਕ। ਤੀਸਰਾ ਟੌਪਿਕ ਹੈ ਪੰਚਸ਼ੀਲ ਤੇ ਚੌਥਾ ਟੌਪਿਕ ਜਿਹੜਾ ਵੈਰੀ ਇੰਪੋਰਟੈਂਟ ਟੌਪਿਕ ਹੈ ਉਹ ਹੈ UNO। ਚਲਦੇ ਹਾਂ ਅੱਜ ਦੇ ਆਪਣੇ ਪਹਿਲੇ ਟੌਪਿਕ ਤੇ। ਹਾਂਜੀ, ਪਹਿਲਾ ਸਵਾਲ ਹੈ ਜੀ, ਜਿਹੜਾ ਨਾਮ ਇੱਕ ਪ੍ਰਭੂ ਸੱਤਾ ਸੰਪੰਨ ਰਾਜ ਦੀ ਡੈਸ਼ ਨੀਤੀ ਹੈ। ਇਹ ਦੱਸਣਾ ਜੀ ਕਿਹੜੀ ਨੀਤੀ ਹੈ ਇਹ। ਹਾਂਜੀ, ਇਹ ਹੈ ਜੀ ਅੰਤਰਰਾਸ਼ਟਰੀ ਨੀਤੀ ਹੈ ਜੀ ਇਹ। ਠੀਕ ਹੈ ਜੀ। ਹਾਂਜੀ, ਗੁੱਟ ਨਿਰਲੇਪਤਾ ਦਾ ਕਿਸ ਨੀਤੀ ਦੱਸਣਾ ਹੈ। ਗੁੱਟ ਨਿਰਲੇਪਤਾ ਕਿਸ ਨੀਤੀ ਦਾ ਸਿਧਾਂਤ ਹੈ। ਹਾਂਜੀ, ਇਹ ਵਿਦੇਸ਼ੀ ਨੀਤੀ ਦਾ ਸਿਧਾਂਤ ਹੈ। ਵਿਦੇਸ਼ੀ ਨੀਤੀ ਹੈ ਤੇ ਇੰਟਰਨੈਸ਼ਨਲ ਪਾਲਿਸੀ ਹੈ। ਇਹ ਦੋ ਗੱਲਾਂ ਧਿਆਨ 'ਚ ਰੱਖ ਲੈਣੀਆਂ ਜੀ। ਹਾਂਜੀ, ਕੁਝ ਗੱਲਾਂ ਜਿਹੜੀਆਂ ਤੁਸੀਂ ਨੋਟ ਕਰਨੀਆਂ। ਗੁੱਟ ਨਿਰਲੇਪਤਾ ਦੀ ਧਾਰਨਾ ਅੰਤਰਰਾਸ਼ਟਰੀ ਪੱਧਰ ਤੇ ਦੂਸਰੇ ਵਿਸ਼ਵ ਯੁੱਧ ਦੀ ਤੋਂ ਬਾਅਦ ਹੋਂਦ ਵਿੱਚ ਆਈ। ਠੀਕ ਹੈ ਜੀ, ਇਹ ਗੱਲ ਧਿਆਨ ਰੱਖ ਲੈਣਾ। ਇੰਟਰਨੈਸ਼ਨਲ ਪੱਧਰ ਤੇ ਇਹਦਾ ਸੰਬੰਧ ਹੈ ਤੇ ਦੂਸਰਾ ਧਿਆਨ ਰੱਖ ਲੈਣਾ ਜੀ, ਇਹ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਗੁੱਟ ਨਿਰਲੇਪਤਾ ਜਿਹੜੀ ਹੈਗੀ ਆ ਹੋਂਦ ਵਿੱਚ ਆਈ ਸੀ। ਗੁੱਟ ਨਿਰਲੇਪਤਾ ਦਾ ਜਿਹੜਾ ਅਰਥ ਹੈ ਉਹ ਹੈ ਵਿਦੇਸ਼ੀ ਨੀਤੀ ਦਾ ਸਿਧਾਂਤ। ਇਹ ਹਰ ਇੱਕ ਦੇਸ਼ ਜਿਹੜਾ ਫੋਰਨ ਪਾਲਿਸੀ ਬਣਾਉਂਦਾ ਹੈ ਤੇ ਉਹਦੇ ਵਿੱਚ ਹੀ ਇਹ ਗੁੱਟ ਨਿਰਲੇਪਤਾ ਨੂੰ ਕਈ ਦੇਸ਼ ਅਪਣਾਉਂਦੇ ਆ, ਜਿਸ ਵਿੱਚ ਕੋਈ ਦੇਸ਼ ਆਪਣੇ ਆਪ ਨੂੰ ਸ਼ੀਤ ਯੁੱਧ, ਜਿਹਨੂੰ ਆਪਾਂ ਕੋਲਡ ਵਾਰ ਕਹਿੰਦੇ ਹਾਂ ਜੀ, ਤੇ ਸੈਨਿਕ ਸੰਧੀਆਂ ਤੋਂ ਦੂਰ ਰੱਖਦਾ ਹੈ। ਗੁੱਟ ਨਿਰਲੇਪਤਾ ਦੇ ਵਿੱਚ ਜਿਹੜਾ ਦੇਸ਼ ਆਪਣੇ ਆਪ ਨੂੰ ਸ਼ੀਤ ਯੁੱਧ ਤੇ ਸੈਨਿਕ ਸੰਧੀਆਂ ਤੋਂ ਦੂਰ ਰੱਖਦਾ ਹੈ। ਤੇ ਗੁੱਟ ਨਿਰਲੇਪਤਾ ਦਾ ਜਿਹੜਾ ਅਰਥ ਹੈ ਉਹ ਹੈ ਸੈਨਿਕ ਗੁੱਟਾਂ ਤੋਂ ਆਪਣੇ ਆਪ ਨੂੰ ਅਲੱਗ ਰੱਖਣ ਦਾ ਯਤਨ ਕਰਨਾ। ਹਾਂਜੀ, ਹੁਣ ਗੱਲ ਕਰਦੇ ਹਾਂ ਸ਼ੀਤ ਯੁੱਧ, ਕੋਲਡ ਵਾਰ। ਇਹ ਕੀ ਹੈ? ਇੱਕ ਮਨੋਵਿਗਿਆਨਿਕ ਯੁੱਧ ਹੁੰਦਾ ਹੈ। ਇਸ ਯੁੱਧ ਦੇ ਵਿੱਚ ਗੋਲੀਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਉਹਦੀ ਜਗ੍ਹਾ 'ਤੇ ਜਿਹੜੀਆਂ ਮਹਾਸ਼ਕਤੀਆਂ ਹੁੰਦੀਆਂ ਇੱਕ ਦੂਜੇ ਦੇ ਉੱਪਰ ਦੋਸ਼ ਲਗਾਉਂਦੀਆਂ, ਤੌਹਮਤਾਂ ਲਗਾਉਂਦੀਆਂ ਤੇ ਕਈ ਵਾਰ ਇਹ ਦੋਸ਼ ਤੇ ਤੌਹਮਤਾਂ ਵਿਸ਼ਵ ਨੂੰ ਇੱਕ ਵਿਸ਼ਵ ਯੁੱਧ ਦੇ ਕੰਢੇ 'ਤੇ ਲਿਆ ਕੇ ਖੜੇ ਕਰ ਦਿੰਦੀਆਂ। ਤੇ ਮਹਾਸ਼ਕਤੀਆਂ ਦੀ ਗੱਲ ਕਰੀਏ ਤਾਂ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਸੰਸਾਰ ਦੋ ਗੁੱਟਾਂ 'ਚ ਵੰਡਿਆ ਗਿਆ ਸੀਗਾ। ਇੱਕ ਦੀ ਅਗਵਾਈ ਸੋਵੀਅਤ ਸੰਘ ਰੂਸ ਕਰ ਰਿਹਾ ਸੀ ਤੇ ਦੂਸਰੇ ਦੀ ਅਮਰੀਕਾ ਕਰ ਰਿਹਾ ਸੀ। ਹਾਂਜੀ, ਹੁਣ ਸਵਾਲ ਹੈ ਜੀ ਆਪਣੇ ਕੋਲ, ਗੁੱਟ ਨਿਰਲੇਪਤਾ ਦਾ ਕੀ ਅਰਥ ਹੈ। ਹਾਂਜੀ, ਇਹਦਾ ਅਰਥ ਹੈ ਜੀ ਸੈਨਿਕ ਗੁੱਟਾਂ ਤੋਂ ਆਪਣੇ ਆਪ ਨੂੰ ਦੂਰ ਰੱਖਣਾ। ਹਾਂਜੀ, ਕੁਝ ਗੱਲਾਂ ਜਿਹੜੀਆਂ ਧਿਆਨ 'ਚ ਰੱਖਣੀਆਂ ਜੀ, ਵੈਰੀ ਇੰਪੋਰਟੈਂਟ ਹੈ। ਗੁੱਟ ਨਿਰਲੇਪਤਾ ਜਿਹੜਾ ਅੰਦੋਲਨ ਦੀ ਜਿਹੜੀ ਪਹਿਲੀ ਕਾਨਫਰੰਸ ਹੈ 1961 ਦੇ ਵਿੱਚ ਬੇਲਗ੍ਰੇਡ, ਇਹ ਯਾਦ ਰੱਖਣਾ ਹੈ, ਤੇ ਯੂਗੋਸਲਾਵੀਆ ਦੇ ਵਿੱਚ ਹੋਈ। ਠੀਕ ਹੈ ਜੀ, 1961 ਦੇ ਵਿੱਚ ਬੇਲਗ੍ਰੇਡ ਯੂਗੋਸਲਾਵੀਆ ਦੇ ਵਿੱਚ ਹੋਈ ਤੇ ਉਸ ਸਮੇਂ ਇਸ ਕਾਨਫਰੰਸ ਦੇ ਵਿੱਚ ਦੁਨੀਆ ਦੇ 25 ਦੇਸ਼ਾਂ ਨੇ ਭਾਗ ਲਿਆ। ਜਾਣੀ ਕਿ ਕਹਿ ਸਕਦੇ ਹਾਂ ਵੀ ਜਿਹੜਾ ਗੁੱਟ ਨਿਰਲੇਪ ਅੰਦੋਲਨ ਹੈ ਜਾਂ ਨਾਮ ਹੈ, ਇਹਦੇ ਮੂਲ ਮੈਂਬਰ 25 ਦੇਸ਼ ਸੀਗੇ ਜਦੋਂ ਇਹਦਾ ਗਠਨ ਹੋਇਆ ਸੀ 1961 ਦੇ ਵਿੱਚ। ਨਾਮ ਦਾ ਜਿਹੜਾ ਹੈੱਡਕੁਆਟਰ ਹੈ ਉਹ ਇੰਡੋਨੇਸ਼ੀਆ ਦੇ ਵਿੱਚ ਜਕਾਰਤਾ ਦੇ ਵਿੱਚ ਹੈ। ਸੈਂਟਰਲ ਜਕਾਰਤਾ, ਕੇਂਦਰੀ ਜਕਾਰਤਾ ਦੇ ਵਿੱਚ ਹੈ। ਅੱਜ ਇਸ ਦੇ ਵਿੱਚ 120 ਮੈਂਬਰ ਸ਼ਾਮਲ ਹੈ। ਗੁੱਟ ਨਿਰਲੇਪਤਾ ਜਾਂ ਨਾਮ ਦੇ 120 ਮੈਂਬਰ ਹੈ ਤੇ ਜਦੋਂ ਇਹਦਾ ਗਠਨ ਹੋਇਆ ਸੀ 1961 ਦੇ ਵਿੱਚ, ਉਦੋਂ 25 ਵਿਕਾਸਸ਼ੀਲ ਦੇਸ਼ਾਂ ਨੇ ਇਹਦਾ ਕੀਤਾ ਸੀ ਗਠਨ। ਨਾਮ ਦੀ ਜਿਹੜੀ ਸਥਾਪਨਾ ਹੈ ਸ਼ੀਤ ਯੁੱਧ ਦੌਰਾਨ, ਕੋਲਡ ਵਾਰ ਦੌਰਾਨ ਇੱਕ ਰਾਜਾਂ ਦੇ ਸੰਗਠਨ ਵਿੱਚ ਹੋਈ ਵੀ ਬਹੁਤ ਕੁਝ ਰਾਜ ਹੈ ਜਿਹੜੇ ਉਹ ਮਿਲ ਕੇ ਉਹਨਾਂ ਨੇ ਸੰਗਠਨ ਬਣਾ ਲਿਆ ਤੇ ਇਸ ਸੰਗਠਨ ਦੇ ਵਿੱਚ ਉਹ ਦੇਸ਼ ਸ਼ਾਮਲ ਹੋਏ ਜੋ ਰਸਮੀ ਤੌਰ ਤੇ ਸੰਯੁਕਤ ਰਾਜ ਅਮਰੀਕਾ ਤੇ ਸੋਵੀਅਤ ਯੂਨੀਅਨ ਨਾਲ ਆਪਣੇ ਆਪ ਨੂੰ ਜੋੜਨਾ ਨਹੀਂ ਚਾਹੁੰਦੇ ਸਨ। ਵੀ ਉਹ ਕਿਸੇ ਵੀ ਮਹਾਸ਼ਕਤੀ ਦਾ ਭਾਗ ਨਹੀਂ ਬਣਨਾ ਚਾਹੁੰਦੇ ਸੀਗੇ, ਆਪਣੇ ਆਪ ਨੂੰ ਆਜ਼ਾਦ ਤੇ ਨਿਰਪੱਖ ਰੱਖਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਤੇ ਉਹਨਾਂ ਨੇ ਫਿਰ ਤੀਜੇ ਗੁੱਟ ਵਿੱਚ ਸ਼ਾਮਲ ਕਰ ਲਿਆ, ਆਪਣੇ ਆਪ ਨੂੰ ਸ਼ਾਮਲ ਕਰ ਲਿਆ ਤੇ ਤੀਜੇ ਗੁੱਟ ਦਾ ਨਾਮ ਸੀਗਾ ਨਾਮ, ਗੁੱਟ ਨਿਰਲੇਪਤਾ ਅੰਦੋਲਨ ਜਿਹਨੂੰ ਕਹਿੰਦੇ ਆ, ਉਹਦੇ ਵਿੱਚ ਸ਼ਾਮਲ ਕਰ ਲਿਆ। ਪਹਿਲੀ ਨਾਮ ਦੀ ਜਿਹੜੀ ਕਾਨਫਰੰਸ ਕਹਿੰਦੇ ਬੇਲਗ੍ਰੇਡ ਯੂਗੋਸਲਾਵੀਆ ਦੇ ਵਿੱਚ ਆਯੋਜਿਤ ਕਦੋਂ ਕੀਤੀ ਗਈ, ਇਹ ਆਪਾਂ ਪੜ੍ਹ ਕੇ ਗਏ ਹਾਂ ਹੁਣੀ ਜੀ, ਸਤੰਬਰ 1961 ਦੇ ਵਿੱਚ। ਰਾਈਟ ਆਨਸਰ ਬਣੇਗਾ ਜੀ ਇਹਦਾ ਬੀ। ਨਾਮ ਦਾ ਪਹਿਲਾ ਸਿਖਰ ਸੰਮੇਲਨ ਕਿੱਥੇ ਹੋਇਆ ਜੀ, ਇਹ ਆਪਾਂ ਹੁਣੇ ਪੜ੍ਹ ਕੇ ਗਏ ਹਾਂ, ਬੇਲਗ੍ਰੇਡ ਯੂਗੋਸਲਾਵੀਆ, ਸਤੰਬਰ 1961 ਵਿੱਚ ਜੀ। ਗੁੱਟ ਨਿਰਲੇਪਤਾ ਅੰਦੋਲਨ ਦੀ ਪਹਿਲੀ ਕਾਨਫਰੰਸ 1961 ਦੇ ਵਿੱਚ ਬੇਲਗ੍ਰੇਡ ਯੂਗੋਸਲਾਵੀਆ ਵਿੱਚ ਹੋਈ। ਤਾਂ ਦੁਨੀਆ ਦੇ ਕਿੰਨੇ ਦੇਸ਼ਾਂ ਨੇ ਇਹਦੇ ਵਿੱਚ ਭਾਗ ਲਿਆ? 1961 ਦੀ ਗੱਲ ਕਰ ਰਹੇ ਆ ਜੀ, ਉਦੋਂ 25 ਦੇਸ਼ਾਂ ਨੇ ਇਹਦੇ ਵਿੱਚ ਭਾਗ ਲਿਆ। ਜਿਹੜੇ ਫਾਊਂਡਰ ਮੈਂਬਰ ਹੈ ਜਿਹੜੇ ਨਾਮ ਦੇ, ਉਹ 25 ਹੈ। ਨਾਮ ਦਾ ਮੁੱਖ ਦਫ਼ਤਰ ਹੈ ਜਿਹੜਾ ਉਹ ਕਿੱਥੇ ਸਥਿਤ ਹੈ, ਉਹ ਆਪਾਂ ਪੜ੍ਹ ਕੇ ਗਏ ਸੀਗੀ, ਇੰਡੋਨੇਸ਼ੀਆ ਦੇ ਵਿੱਚ ਸੈਂਟਰਲ ਜਕਾਰਤਾ ਇੰਡੋਨੇਸ਼ੀਆ ਦੇ ਵਿੱਚ ਸਥਿਤ ਹੈ ਜੀ। ਅੱਜ ਨਾਮ ਦੇ ਕੁੱਲ ਕਿੰਨੇ ਮੈਂਬਰ ਹਨ? ਅੱਜ 120 ਮੈਂਬਰ ਹੈ ਜੀ। ਵੈਰੀ ਇੰਪੋਰਟੈਂਟ ਹੈ ਜੀ ਇਹ। ਹਾਂਜੀ, ਸ਼ੀਤ ਯੁੱਧ ਦੇ ਦੌਰਾਨ ਦੁਨੀਆ ਦੇ ਜ਼ਿਆਦਾਤਰ ਦੇਸ਼, ਠੀਕ ਹੈ ਜੀ, ਦੋ ਗਰੁੱਪਾਂ ਦੇ ਵਿੱਚ ਵੰਡੇ ਗਏ। ਇੱਕ ਗਰੁੱਪ ਸੀ ਸਮਾਜਵਾਦ, ਜਿਹਨੂੰ ਕਮਿਊਨਿਸਟ ਕਹਿ ਦਿੰਦੇ ਆ, ਇਹਦੀ ਅਗਵਾਈ ਕਰ ਰਿਹਾ ਸੀ ਰੂਸ। ਠੀਕ ਹੈ ਜੀ, ਤੇ ਦੂਸਰਾ ਗਰੁੱਪ ਸੀ ਪੂੰਜੀਵਾਦੀਆਂ ਦਾ, ਕੈਪੀਟਲਿਸਟ, ਇਹਦੀ ਅਗਵਾਈ ਕਰ ਰਿਹਾ ਸੀ ਅਮਰੀਕਾ। ਇੱਕ ਦੀ ਅਗਵਾਈ ਕਰ ਰਿਹਾ ਸੀ ਸੋਵੀਅਤ ਸੰਘ ਰੂਸ ਤੇ ਦੂਸਰਾ ਪੂੰਜੀਵਾਦ, ਉਹਦੀ ਅਗਵਾਈ ਕਰ ਰਿਹਾ ਸੀ ਅਮਰੀਕਾ। ਕਈ ਵਾਰ ਸਵਾਲ ਬਣ ਕੇ ਆ ਜਾਂਦਾ ਹੈ ਵੀ ਸ਼ੀਤ ਯੁੱਧ ਦੇ ਦੌਰਾਨ ਜਿਹੜਾ ਸੰਸਾਰ ਕਿੰਨੇ ਗੁੱਟਾਂ 'ਚ ਵੰਡਿਆ ਗਿਆ ਸੀ। ਆਪਸ਼ਨਾਂ ਦੇ ਵਿੱਚ ਹੁੰਦਾ ਹੈ ਸਮਾਜਵਾਦ ਤੇ ਪੂੰਜੀਵਾਦ। ਠੀਕ ਹੈ ਜੀ, ਇਹ ਉਹ ਸਮਾਂ ਸੀ ਜਦੋਂ ਬਸਤੀਵਾਦ ਤੇ ਸਾਮਰਾਜ ਢਹਿ ਢੇਰੀ ਹੋ ਰਹੇ ਸੀ, ਕਲੋਨੀਆਂ, ਬਸਤੀਆਂ ਖਤਮ ਹੋ ਰਹੀਆਂ ਸੀ ਤੇ ਬਹੁਤ ਸਾਰੇ ਦੇਸ਼ ਆਜ਼ਾਦੀ ਪ੍ਰਾਪਤ ਕਰ ਰਹੇ ਸੀ। ਆਪਣਾ ਦੇਸ਼ ਵੀ ਇੱਕ ਬਸਤੀ ਸੀਗਾ ਅੰਗਰੇਜ਼ਾਂ ਦੀ ਤੇ ਆਪਾਂ ਵੀ ਆਜ਼ਾਦ ਹੋ ਰਹੇ ਸੀ ਤੇ ਭਾਰਤ ਉਹਨਾਂ ਵਿੱਚੋਂ ਇੱਕ ਸੀ। ਪੰਡਿਤ ਜਵਾਹਰ ਲਾਲ ਨਹਿਰੂ ਜਿਹੜੇ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸੀ, ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸੀ ਤੇ ਨਾਲ ਉਹ ਵਿਦੇਸ਼ ਮੰਤਰੀ ਵੀ ਸਨ। ਉਹਨਾਂ ਨੇ ਆਜ਼ਾਦ ਭਾਰਤ ਦੇ ਲਈ ਇੱਕ ਵਿਦੇਸ਼ ਨੀਤੀ ਵਿਕਸਿਤ ਕੀਤੀ, ਫੋਰਨ ਪਾਲਿਸੀ ਬਣਾਈ ਤੇ ਇਸ ਫੋਰਨ ਪਾਲਿਸੀ ਦਾ ਜਿਹੜਾ ਆਧਾਰ ਸੀ ਉਹ ਗੁੱਟ ਨਿਰਲੇਪਤਾ ਸੀਗਾ। ਗੁੱਟ ਨਿਰਲੇਪਤਾ ਨੂੰ ਇਸ ਵਿਦੇਸ਼ ਨੀਤੀ ਦਾ ਆਧਾਰ ਬਣਾਇਆ। ਭਾਵ ਕਿ ਭਾਰਤ ਕਿਸੇ ਵੀ ਮਹਾਸ਼ਕਤੀ ਦਾ ਭਾਗ ਨਹੀਂ ਬਣੇਗਾ, ਨਾ ਸੋਵੀਅਤ ਸੰਘ ਰੂਸ ਨਾਲ ਜਾਏਗਾ, ਨਾ ਹੀ ਅਮਰੀਕਾ ਦੇ ਨਾਲ ਜਾਏਗਾ। ਆਪਣੇ ਆਪ ਨੂੰ ਇਹਨਾਂ ਦੋਹਾਂ ਗੁੱਟਾਂ ਤੋਂ ਅਲੱਗ ਰੱਖੇਗਾ। ਨਾਮ ਨੇ ਇਹਨਾਂ ਦੇਸ਼ਾਂ ਨੂੰ, ਜਿਹੜੇ ਆਜ਼ਾਦ ਹੋ ਰਹੇ ਦੇਸ਼ ਹੈ, ਇਹਨਾਂ ਨੂੰ ਆਪਸੀ ਸਹਿਯੋਗ ਵਧਾਉਣ ਦੇ ਲਈ
ਦੋ ਸ਼ਕਤੀਸ਼ਾਲੀ ਗੁੱਟਾਂ ਤੋਂ ਦੂਰ ਰਹਿਣ ਦੇ ਲਈ ਇੱਕ ਮਜ਼ਬੂਤ ਆਧਾਰ ਪ੍ਰਦਾਨ ਕੀਤਾ ਕਿ ਉਹ ਦੇਸ਼ ਜਿਹੜੇ ਆਜ਼ਾਦ ਹੋ ਰਹੇ ਸੀ, ਜਿਹੜੇ ਕਿ ਪਹਿਲਾਂ ਗੁਲਾਮ ਸੀ, ਉਹ ਉਹਨਾਂ ਕੋਲ ਇੱਕ ਆਪਸ਼ਨ ਆ ਗਈ ਸੀ ਥਰਡ ਨਾਮ। ਠੀਕ ਹੈ ਜੀ, ਇਹ ਸਾਰੇ ਫੈਕਟ ਇੰਪੋਰਟੈਂਟ ਹੈ, ਧਿਆਨ 'ਚ ਰੱਖ ਲੈਣੇ ਜੀ। ਹਾਂਜੀ, ਵੈਰੀ ਇੰਪੋਰਟੈਂਟ ਫੈਕਟ ਆ ਹੋਰ ਜਿਹੜੇ ਧਿਆਨ 'ਚ ਰੱਖਣੇ ਆ ਜੀ। ਗੁੱਟ ਨਿਰਲੇਪਤਾ ਅੰਦੋਲਨ ਦੀ ਸਥਾਪਨਾ 1961 ਦੇ ਵਿੱਚ ਹੋਈ। ਆਪਾਂ ਹੁਣੇ ਪੜ੍ਹ ਕੇ ਗਏ ਹਾਂ, ਬੈਲਗ੍ਰੇਡ ਦੇ ਵਿੱਚ, ਯੂਗੋਸਲਾਵੀਆ ਦੇ ਵਿੱਚ 1961 ਵਿੱਚ ਹੋਈ। 5 ਦੇਸ਼ਾਂ ਨੇ ਮਿਲ ਕੇ ਕੀਤੀ ਹੈ, ਵੈਰੀ ਇੰਪੋਰਟੈਂਟ ਹੈ। ਇਹ ਪੰਜੇ ਨੂੰ ਆਪਾਂ ਕਹਾਂਗੇ ਇਹਦੇ ਨਾਮ ਦੇ ਸੰਸਥਾਪਕ। ਠੀਕ ਹੈ ਜੀ, ਜਿਹਦੇ ਵਿੱਚ ਸਭ ਤੋਂ ਪਹਿਲਾਂ ਯੂਗੋਸਲਾਵੀਆ ਦਾ ਟੀਟੋ, ਬਸ ਇੰਨਾ ਹੀ ਯਾਦ ਰੱਖ ਲਓ, ਟੀਟੋ, ਜੋਸਿਫ ਟੀਟੋ। ਮਿਸਰ ਦੇ ਸੀ ਅਬਦਲ ਨਸੀਰ, ਭਾਰਤ ਦੇ ਨਹਿਰੂ, ਜਵਾਹਰ ਲਾਲ ਨਹਿਰੂ। ਘਾਨਾ ਦੇ ਸੀਗੇ ਨਕਰੁਮਾ ਤੇ ਇੰਡੋਨੇਸ਼ੀਆ ਦੇ ਸੀ ਸੁਕਾਰਨੋ। ਠੀਕ ਹੈ ਜੀ, ਪੰਜੇ ਯਾਦ ਰੱਖ ਲੈਣੇ, ਧਿਆਨ ਨਾਲ ਫਿਰ ਪੜ੍ਹ ਲੈਣੇ ਇੱਕ ਵਾਰ। ਯੂਗੋਸਲਾਵੀਆ ਦੇ ਟੀਟੋ, ਮਿਸਰ ਦੇ ਨਸੀਰ, ਭਾਰਤ ਦੇ ਨਹਿਰੂ, ਘਾਨਾ ਦੇ ਨਕਰੁਮਾ ਤੇ ਇੰਡੋਨੇਸ਼ੀਆ ਦੇ ਸੁਕਾਰਨੋ। ਇਹਦੀ ਜਿਹੜੀ ਪਹਿਲੀ ਕਾਨਫਰੰਸ ਹੈ ਜਿਹੜੀ ਉਹ ਬੈਲਗ੍ਰੇਡ ਦੇ ਵਿੱਚ ਹੋਈ ਸੀ, ਯੂਗੋਸਲਾਵੀਆ ਦੇ ਵਿੱਚ। ਤੇ ਅੱਜ 17 ਦੇਸ਼ ਤੇ 10 ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨਾਮ ਦੇ ਆਬਜ਼ਰਵਰ ਦੇ ਤੌਰ ਤੇ ਕੰਮ ਕਰਦੇ ਆ ਜੀ। ਠੀਕ ਹੈ ਜੀ, ਇਹ ਧਿਆਨ ਰੱਖ ਲੈਣਾ, ਸਾਰੇ ਫੈਕਟ ਵੈਰੀ ਇੰਪੋਰਟੈਂਟ ਹੈ ਜੀ। ਹਾਂਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਦੇਸ਼ ਨਾਮ ਦਾ ਸੰਸਥਾਪਕ ਮੈਂਬਰ ਨਹੀਂ ਸੀ? ਯੂਗੋਸਲਾਵੀਆ ਸੀ, ਆਪਾਂ ਪੜ੍ਹ ਕੇ ਗਏ, ਇੰਡੋਨੇਸ਼ੀਆ ਸੀ, ਮਿਸਰ ਸੀ, ਪਾਕਿਸਤਾਨ ਇਹਦਾ ਮਤਲਬ ਨਹੀਂ ਸੀ। ਠੀਕ ਹੈ, ਇਹ ਧਿਆਨ ਰੱਖ ਲੈਣਾ। ਹਾਂਜੀ, ਆਪਾਂ ਪੜ੍ਹ ਕੇ ਗਏ, ਯੂਗੋਸਲਾਵੀਆ ਦਾ ਟੀਟੋ ਸੀਗਾ, ਤੇ ਇੰਡੋਨੇਸ਼ੀਆ ਦਾ ਸੁਕਾਰਨੋ ਸੀ, ਤੇ ਮਿਸਰ ਦਾ ਜਿਹੜਾ ਸੀਗਾ ਉਹ ਨਾਹਿਰ ਸੀ। ਹਾਂਜੀ, ਕਿਸ ਕਾਨਫਰੰਸ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਹਿਰੂ, ਯੂਗੋਸਲਾਵੀਆ ਦੇ ਟੀਟੋ ਤੇ ਮਿਸਰ ਦੇ ਨਸੀਰ, ਠੀਕ ਹੈ ਜੀ, ਨਸੀਰ ਨੇ ਸ਼ਿਰਕਤ ਕੀਤੀ? ਅਬਦੁਲ ਨਸੀਰ ਨੇ ਸ਼ਿਰਕਤ ਕੀਤੀ ਸੀ। ਇਹ ਬੈਲਗ੍ਰੇਡ, ਯੂਗੋਸਲਾਵੀਆ ਦੇ ਵਿੱਚ 1961 ਸਤੰਬਰ ਵਿੱਚ ਹੋਇਆ ਸੀ। ਗੁੱਟ ਨਿਰਲੇਪਤਾ ਦਾ ਜਿਹੜਾ ਸੰਕਲਪ ਹੈ ਇਹ ਕਦੋਂ ਉੱਭਰਿਆ? ਇਹ ਸ਼ੀਤ ਯੁੱਧ, ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਕੋਲਡ ਵਾਰ ਚੱਲ ਪਈ ਸੀ, ਉਸ ਤੋਂ ਬਾਅਦ ਉੱਭਰਿਆ ਸੀ ਜੀ ਇਹ। ਹਾਂਜੀ, ਨਾਮ ਦੇ ਉਦੇਸ਼ ਕੀ ਹੈ, ਕਿ ਕਿਹੜੇ ਦੇਸ਼ਾਂ ਨੂੰ ਲੈ ਕੇ ਇਹਦਾ ਗਠਨ ਹੋਇਆ? ਵੀ ਉਹ ਸਾਰੇ ਕਾਰਨਾਂ ਨੂੰ ਖਤਮ ਕਰਨਾ ਜਿਹੜੇ ਯੁੱਧ ਦੇ ਕਾਰਨ ਬਣਦੇ ਆ। ਏਸ਼ੀਆ ਤੇ ਅਫਰੀਕਾ ਦੇ ਦੇਸ਼ ਜਿਹੜੇ ਆਜ਼ਾਦ ਹੋ ਰਹੇ ਸੀ ਉਹਨਾਂ ਨੂੰ ਬਸਤੀਵਾਦ ਦੇ ਗਲਬੇ ਤੋਂ ਬਚਾਉਣਾ ਸੀਗਾ। ਬਸਤੀਵਾਦ, ਸਾਮਰਾਜਵਾਦ ਤੇ ਨਸਲੀ ਵਿਤਕਰੇ ਦਾ ਵਿਰੋਧ ਕਰਨਾ, ਦੇਸ਼ਾਂ ਦਰਮਿਆਨ ਦੋਸਤਾਨਾ ਸੰਬੰਧ ਨੂੰ ਉਤਸ਼ਾਹਿਤ ਕਰਨਾ, ਅੰਤਰਰਾਸ਼ਟਰੀ ਵਿਵਾਦਾਂ ਨੂੰ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਹੱਲ ਕਰਨਾ। ਯੂਐਨਓ ਦੀ ਜਿਹੜੀ ਸਥਾਪਨਾ ਉਹ ਅਸਲ ਵਿੱਚ ਵਿਸ਼ਵ ਸ਼ਾਂਤੀ ਲਈ ਹੋਈ ਸੀਗੀ, ਤੇ ਵਿਸ਼ਵ ਸ਼ਾਂਤੀ ਦੇ ਇੱਕ ਔਰਗਨ ਦੇ ਰੂਪ ਵਿੱਚ, ਠੀਕ ਹੈ, ਉਹਨੂੰ ਮਜ਼ਬੂਤ ਕਰਨਾ। ਪਰਮਾਣੂ ਹਥਿਆਰਾਂ ਦੀ ਵਰਤੋਂ ਦਾ ਵਿਰੋਧ ਕਰਨਾ, ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨਾ, ਵਾਤਾਵਰਣ ਦੀ ਸੁਰੱਖਿਆ ਕਰਨਾ, ਬਰਾਬਰ ਤੇ ਨਿਆਂ। ਠੀਕ ਹੈ ਜੀ, ਇਹ ਸਾਰੇ ਜਿਹੜੇ ਉਦੇਸ਼ ਹੈ ਇਹਨਾਂ ਨੂੰ ਲੈ ਕੇ ਨਾਮ ਦੀ ਜਿਹੜੀ ਸਥਾਪਨਾ ਹੋਈ ਸੀ। ਹਾਂਜੀ, ਨਾਮ ਦੇ ਉਦੇਸ਼ਾਂ ਵਿੱਚ ਸ਼ਾਮਲ ਨਹੀਂ ਹੈ ਬਸਤੀਵਾਦ, ਸਾਮਰਾਜਵਾਦ ਤੇ ਨਸਲੀ ਵਿਤਕਰੇ ਦਾ ਵਿਰੋਧ ਕਰਨਾ ਸ਼ਾਮਲ ਹੈ ਜੀ। ਵੀ ਅੰਤਰਰਾਸ਼ਟਰੀ ਵਿਵਾਦਾਂ ਦਾ ਸ਼ਾਂਤੀਪੂਰਵਕ ਨਾਲ ਨਿਪਟਾਰੇ ਦੀ ਵਕਾਲਤ ਕਰਨਾ ਇਹ ਵੀ ਸ਼ਾਮਲ ਹੈ ਜੀ। ਕਹਿੰਦੇ ਸੰਯੁਕਤ ਰਾਸ਼ਟਰ ਨੂੰ ਵਿਸ਼ਵ ਸ਼ਾਂਤੀ ਦੇ ਅੰਗ ਦੇ ਵਜੋਂ ਮਜ਼ਬੂਤ ਕਰਨਾ ਇਹ ਵੀ ਹੈਗਾ ਜੀ। ਪਰਮਾਣੂ ਹਥਿਆਰਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ, ਹਾਂਜੀ, ਇਹ ਨਹੀਂ, ਇਹਦਾ ਤਾਂ ਲਿਖਿਆ ਆਪਾਂ ਪੜ੍ਹਿਆ ਸੀ, ਪਰਮਾਣੂ ਹਥਿਆਰਾਂ ਨੂੰ ਜਿਹੜਾ ਹੈ ਉਹਦਾ ਵਰਤੋਂ ਤੇ ਮਨਾਹੀ, ਇਹ ਸੀ ਇਹਦਾ ਉਦੇਸ਼। ਹਾਂਜੀ, ਨਾਮ ਦੇ ਇਤਿਹਾਸਕ ਪਿਛੋਕੜ ਦੀ ਗੱਲ ਕਰਦੇ ਹਾਂ। ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਨਾਟੋ ਤੇ ਸੀਟੋ, ਠੀਕ ਹੈ, ਤੇ ਵਾਰਸਾ ਪੈਕਟ, ਇਹ ਵਰਗੀਆਂ ਫੌਜੀ ਸੰਸਥਾਵਾਂ ਦਾ ਜਨਮ ਹੋਇਆ। ਇਹ ਮਿਲਟਰੀ ਆਰਗੇਨਾਈਜੇਸ਼ਨ ਹੈ, ਨਾਟੋ, ਸੀਟੋ ਤੇ ਵਾਰਸਾ। ਤੇ ਅਮਰੀਕਾ ਨੇ ਨਾਟੋ ਤੇ ਸੀਟੋ, ਤੇ ਸੋਵੀਅਤ ਯੂਨੀਅਨ ਰੂਸ ਨੇ ਵਾਰਸਾ ਪੈਕਟ ਕਾਇਮ ਕਰਕੇ ਸੰਸਾਰ ਦੇ ਵਿੱਚ ਤਣਾਅਪੂਰਨ ਮਾਹੌਲ ਵਿੱਚ ਵਾਧਾ ਕੀਤਾ। ਨਾਟੋ ਤੇ ਸੀਟੋ ਦੀ ਜਿਹੜੀ ਅਗਵਾਈ ਅਮਰੀਕਾ ਕਰ ਰਿਹਾ ਸੀ, ਤੇ ਵਾਰਸਾ ਪੈਕਟ ਦੀ ਅਗਵਾਈ ਸੋਵੀਅਤ ਸੰਘ ਰੂਸ ਕਰ ਰਿਹਾ ਸੀ, ਤੇ ਜਿਹਦੇ ਕਰਕੇ ਸੰਸਾਰ ਵਿੱਚ ਤਣਾਅ ਦਾ ਮਾਹੌਲ ਪੈਦਾ ਹੋ ਗਿਆ। ਏਸ਼ੀਆ ਤੇ ਅਫਰੀਕਾ ਦੇ ਜਿਹੜੇ ਆਜ਼ਾਦ ਹੋ ਰਹੇ ਦੇਸ਼ ਡਰ ਕੇ ਉਹ ਇਹਨਾਂ ਸੈਨਿਕ ਗੁੱਟਾਂ ਤੋਂ ਦੂਰ ਰਹਿਣਾ ਚਾਹੁੰਦੇ ਸੀਗੇ। ਤੇ 1947 ਦੇ ਵਿੱਚ ਦਿੱਲੀ ਦੇ ਵਿੱਚ, ਭਾਰਤ ਦੇ ਵਿੱਚ ਏਸ਼ੀਅਨ ਸੰਮੇਲਨ ਦੇ ਵਿੱਚ ਨਾਮ ਦੀ ਜਿਹੜੀ ਨੀਮ ਦੀ ਸ਼ੁਰੂਆਤ ਹੋਈ। ਠੀਕ ਹੈ, 1947 ਦੇ ਵਿੱਚ ਇਹਦੀ ਸ਼ੁਰੂਆਤ ਹੋ ਗਈ, ਨੀਂਹ ਰੱਖੀ ਨਹੀਂ ਗਈ ਸੀ ਪਰ ਸ਼ੁਰੂਆਤ ਹੋ ਗਈ ਸੀ, ਭਾਰਤ ਦੇ ਵਿੱਚ ਸ਼ੁਰੂਆਤ ਹੋ ਗਈ ਸੀ। ਫਿਰ 1955 ਦੇ ਵਿੱਚ ਇੰਡੋਨੇਸ਼ੀਆ ਦੇ ਵਿੱਚ ਬੇਡੁੰਗ ਕਾਨਫਰੰਸ ਹੋਈ ਸੀਗੀ, ਤੇ ਇਹਦੇ ਵਿੱਚ ਨਾਮ ਦੀ ਜਿਹੜੀ ਮਜ਼ਬੂਤ ਨੀਂਹ ਇਹਨੂੰ ਪ੍ਰਦਾਨ ਕੀਤੀ ਗਈ। ਠੀਕ ਹੈ ਜੀ, ਕਈ ਵਾਰ ਸਵਾਲ ਪੁੱਛਿਆ ਜਾਂਦਾ ਹੈ ਵੀ ਜਿਹੜਾ 1961 ਦੇ ਵਿੱਚ ਨਾਮ ਦੀ ਆਰਗੇਨਾਈਜੇਸ਼ਨ ਹੋਈ ਹੈ ਤੇ ਇਹਦੀ ਜਿਹੜੀ ਨੀਂਹ ਕਿੱਥੇ ਰੱਖੀ ਗਈ ਸੀ? ਤਾਂ ਨੀਂਹ ਇੰਡੋਨੇਸ਼ੀਆ ਬੈਡੰਗ ਕਾਨਫਰੰਸ ਦੇ ਵਿੱਚ 1955 ਦੇ ਵਿੱਚ ਰੱਖੀ ਗਈ ਸੀ। ਤੇ ਇਹ ਕਾਨਫਰੰਸ ਕਿਹੜੇ ਦੇਸ਼ਾਂ ਦੀ ਹੋ ਰਹੀ ਸੀ? ਏਸ਼ੀਅਨ ਅਫਰੀਕਨ ਦੇਸ਼ਾਂ ਦੀ ਹੋ ਰਹੀ ਸੀ, ਇਹ ਵੀ ਧਿਆਨ 'ਚ ਰੱਖ ਲੈਣਾ ਜੀ। ਨਾਟੋ ਤੇ ਸੀਟੋ ਇਹ ਸੰਗਠਨ ਹਨ, ਇਹ ਜੀ ਮਿਲਟਰੀ ਹਨ, ਮਿਲਟਰੀ ਆਰਗੇਨਾਈਜੇਸ਼ਨ ਹੈ ਜੀ ਇਹ। ਠੀਕ ਹੈ, ਇਹਨਾਂ ਦੋਹਾਂ ਗਰੁੱਪਾਂ ਦੀ ਜਿਹੜੀ ਅਗਵਾਈ ਕੌਣ ਕਰ ਰਿਹਾ ਸੀ? ਅਮਰੀਕਾ ਕਰ ਰਿਹਾ ਸੀ। ਹਾਂਜੀ, ਕੁਝ ਇੰਪੋਰਟੈਂਟ ਫੈਕਟ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਧਿਆਨ ਰੱਖ ਲੈਣਾ ਹੈ। 1955 ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ, ਮਿਸਰ ਦੇ ਨਸੀਰ ਤੇ ਯੂਗੋਸਲਾਵੀਆ ਦੇ ਟੀਟੋ, ਮਾਰਸ਼ਲ ਟੀਟੋ, ਇਹਨਾਂ ਨੇ ਮਿਲ ਕੇ ਇੰਡੋਨੇਸ਼ੀਆ ਦੇ ਬੈਡੁੰਗ ਦੇ ਵਿੱਚ ਜਿਹੜਾ ਨਾਮ ਮਿਲਵਰਤਨ ਅੰਦੋਲਨ ਦੀ ਨੀਂਹ ਰੱਖੀ, ਜਿਹਨੂੰ ਆਪਾਂ ਗੁੱਟ ਨਿਰਲੇਪ ਅੰਦੋਲਨ ਕਹਾਂਗੇ, ਨਾਮ ਉਹਦੀ ਨੀਂਹ ਰੱਖੀ 1955 ਦੇ ਵਿੱਚ। ਠੀਕ ਹੈ, ਕਈ ਵਾਰ ਪੁੱਛ ਲੈਂਦੇ ਨੀਂਹ ਕਦੋਂ ਰੱਖੀ ਗਈ ਸੀਗੀ। ਠੀਕ ਹੈ ਜੀ, ਹਾਂਜੀ, ਨਾਮ ਦਾ ਜਿਹੜਾ ਪਹਿਲਾ ਸਕੱਤਰ ਜਨਰਲ ਸੀਗਾ ਉਹ ਟੀਟੋ ਬਣਿਆ, ਯੂਗੋਸਲਾਵੀਆ ਦਾ ਸੀ ਜੀ ਇਹ। ਠੀਕ ਹੈ ਜੀ, ਇਹ ਸ਼ਾਮਲ ਸੀਗਾ ਨੀਂਹ ਰੱਖਣ ਦੇ ਵਿੱਚ, ਤੇ ਇਸ ਨੂੰ ਪਹਿਲਾ ਜਿਹੜਾ ਸਕੱਤਰ ਜਨਰਲ ਬਣਾਤਾ ਸੀਗਾ। ਤੇ ਵਰਤਮਾਨ ਸਮੇਂ ਦੇ ਜਿਹੜਾ ਸਕੱਤਰ ਜਨਰਲ ਹੈ ਉਹ ਅਜ਼ਰਬੈਜਾਨ ਦਾ ਹੈ। ਠੀਕ ਹੈ ਜੀ, ਅੱਜ ਦੇ 2020 ਦੇ ਵਿੱਚ ਜਿਹੜਾ ਹੈਗਾ ਉਹ ਅਜ਼ਰਬੈਜਾਨ ਦਾ ਹੈ, ਜਿਹਦਾ ਨਾਂ ਇਲਹਾਮ ਅਲੀਜੇਵ, ਇਹਨੂੰ ਨੋਟ ਕਰ ਲੈਣਾ, ਇੰਪੋਰਟੈਂਟ ਹੈ ਜੀ ਇਹ। ਅੱਜ ਦੁਨੀਆ ਦੇ 120 ਦੇਸ਼ ਨਾਮ ਦੇ ਮੈਂਬਰ ਹੈ ਜੀ। ਠੀਕ ਹੈ, 120 ਮੈਂਬਰਾਂ ਦੇ ਕੋਲ ਜਿਹੜੀ ਪੂਰੇ ਵਿਸ਼ਵ ਦੀ ਜਿਹੜੀ ਜ਼ਮੀਨ ਹੈ ਉਹ 66% ਹੈ, 66% ਹਿੱਸਾ ਹੁੰਦਾ, ਜਾਣੀ ਕਿ 2/3 ਹੁੰਦਾ। ਯੂਐਨਓ ਤੋਂ ਬਾਅਦ ਨਾਮ ਹੈ ਜਿਹੜਾ ਵਿਸ਼ਵ ਸ਼ਾਂਤੀ ਨੂੰ ਪ੍ਰਮੋਟ ਕਰਨ ਵਾਲਾ ਦੂਜਾ ਸੰਗਠਨ ਹੈ।
ਸਭ ਤੋਂ ਵੱਡਾ ਜਿਹੜਾ ਸੰਗਠਨ ਹੈ ਵਿਸ਼ਵ ਸ਼ਾਂਤੀ ਨੂੰ ਪ੍ਰਮੋਟ ਕਰਨ ਵਾਲਾ ਉਹ UNO ਹੈ। ਉਸ ਤੋਂ ਬਾਅਦ ਨਾਮ ਆ ਜਾਂਦਾ ਜੀ। ਨਾਮ ਦੀਆਂ ਹੁਣ ਤੱਕ 19 ਕਾਨਫਰੰਸ ਹੋ ਚੁੱਕੀਆਂ। ਜਿਹੜੀ ਲੇਟੈਸਟ ਜਿਹੜੀ ਕਾਨਫਰੰਸ ਹੋਈ ਹੈ ਉਹ ਜੁਲਾਈ 15 ਤੋਂ 20 ਤੱਕ 22 ਦੇ ਵਿੱਚ 2022 ਦੇ ਵਿੱਚ ਇਸੇ ਸਾਲ ਹੋਈ ਹੈ ਜੀ। ਠੀਕ ਹੈ, ਅਜ਼ਰਬੈਜਾਨ ਦੇ ਵਿੱਚ ਹੋਈ ਹੈ, ਇਹ ਧਿਆਨ ਰੱਖ ਲੈਣਾ ਜੀ। ਇਹ 19ਵੀਂ ਕਾਨਫਰੰਸ ਸੀ। ਤੇ ਨਾਮ ਦੀ ਇੱਕ ਜਿਹੜੀ ਕਾਨਫਰੰਸ ਹੈ ਜਿਹੜੀ ਵਿਰਚੁਅਲ ਵੀ ਹੋਈ ਹੈ, ਇਹ ਵੀ ਧਿਆਨ ਰੱਖ ਲੈਣਾ, ਕੋਵਿਡ ਦੇ ਦੌਰਾਨ। ਠੀਕ ਹੈ ਜੀ, ਆਨਲਾਈਨ ਇਹ ਦੇਸ਼ ਜੁੜੇ ਸੀ ਆਪਸ ਵਿੱਚ। ਨਾਮ ਦਾ ਕੋਈ ਸੰਵਿਧਾਨ ਨਹੀਂ, ਇਹ ਵੀ ਧਿਆਨ ਰੱਖ ਲੈਣਾ, ਇਹਦਾ ਕੋਈ ਚਾਰਟਰ ਨਹੀਂ ਬਣਿਆ ਹੋਇਆ ਤੇ ਨਾ ਹੀ ਕੋਈ ਇਹਦਾ ਸੈਕਟਰੇਟ ਹੈ, ਕੋਈ ਸਕੱਤਰੇਤ ਬਣਿਆ ਹੋਇਆ। ਠੀਕ ਹੈ, ਪਰਮਾਨੈਂਟ ਕੋਈ ਵੀ ਇਹਦਾ ਸਕੱਤਰੇਤ ਹੈ ਨਹੀਂ, ਨਾ ਹੀ ਇਹਦਾ ਸੰਵਿਧਾਨ ਹੈਗਾ। ਇਹ ਸਾਰੇ ਫੈਕਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਹਨਾਂ ਸਾਰੇ ਫੈਕਟਾਂ ਨੂੰ ਤੁਸੀਂ ਧਿਆਨ 'ਚ ਰੱਖ ਲੈਣਾ ਜੀ। ਹਾਂਜੀ, ਨਾਮ ਹੈ ਜਿਹੜਾ ਦੱਸਣਾ ਕਿਹਦੀ ਪਹਿਲ ਕਦਮੀ ਦੇ ਨਾਲ ਇਹ ਹੋਂਦ ਵਿੱਚ ਆਇਆ। ਠੀਕ ਹੈ ਜੀ, ਯੂਗੋਸਲਾਵੀਆ ਦੇ ਟੀਟੋ, ਹਾਂਜੀ, ਇਹਦਾ ਵੀ ਯੋਗਦਾਨ ਸੀ। ਭਾਰਤ ਦੇ ਪ੍ਰਧਾਨ ਮੰਤਰੀ ਨਹਿਰੂ ਦਾ ਇਹਦਾ ਵੀ ਯੋਗਦਾਨ ਸੀ। ਮਿਸਰ ਦੇ ਜਿਹੜੇ ਰਾਸ਼ਟਰਪਤੀ ਅਬਦੁਲ ਨਸੀਰ, ਇਹਦਾ ਵੀ ਯੋਗਦਾਨ ਸੀਗਾ ਜੀ। ਉਪਰੋਕਤ ਸਾਰੇ, ਇਹਦਾ ਰਾਈਟ ਆਨਸਰ ਕੀ ਬਣੇਗਾ ਜੀ? ਉਪਰੋਕਤ ਸਾਰੇ। ਠੀਕ ਹੈ ਜੀ। ਤੇ ਇੱਕ ਇੰਡੋਨੇਸ਼ੀਆ ਦਾ ਸੁਕਾਰਨੋ ਸੀਗਾ, ਉਹ ਵੀ ਧਿਆਨ 'ਚ ਰੱਖ ਲਿਓ ਜੀ। ਨਾਮ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸੱਚ ਹੈ? ਨਾਮ ਦਾ ਕੋਈ ਸੰਵਿਧਾਨ ਨਹੀਂ, ਹਾਂਜੀ ਬਿਲਕੁਲ ਸਹੀ ਹੈ। ਨਾਮ ਦਾ ਕੋਈ ਸਥਾਈ ਸਕੱਤਰੇਤ ਨਹੀਂ, ਇਹ ਵੀ ਠੀਕ ਹੈ ਜੀ। ਨਾਮ ਹੈ ਇੱਕ ਕੋਆਰਡੀਨੇਟਿੰਗ ਬਿਊਰੋ, ਸੰਯੁਕਤ ਰਾਸ਼ਟਰ ਦੇ ਵਿੱਚ ਸਥਿਤ ਹੈ, ਇਹ ਵੀ ਬਿਲਕੁਲ ਸਹੀ ਹੈ। ਉਪਰੋਕਤ ਸਾਰੇ ਸਹੀ ਹੈ ਜੀ, ਧਿਆਨ ਰੱਖ ਲੈਣਾ ਜੀ। ਨਾਮ ਦਾ ਪਹਿਲਾ ਜਿਹੜਾ ਸਕੱਤਰ ਜਨਰਲ ਕੌਣ ਬਣਿਆ? ਠੀਕ ਹੈ ਜੀ, ਆਪਾਂ ਯੂਗੋਸਲਾਵੀਆ ਦਾ ਟੀਟੋ ਬਣਿਆ ਸੀਗਾ ਜੀ, ਇਹ ਧਿਆਨ ਰੱਖ ਲੈਣਾ ਜੀ। ਨਾਮ ਦਾ ਮੈਂਬਰ ਬਣਨ ਦੇ ਲਈ ਜ਼ਰੂਰੀ ਸ਼ਰਤਾਂ ਕੌਣ ਕੌਣ ਜਿਹੜੇ ਹੈਗੇ ਆ ਨਾਮ ਦੇ ਮੈਂਬਰ ਬਣ ਸਕਦੇ ਦੇਸ਼? ਸਭ ਤੋਂ ਪਹਿਲਾਂ ਕਿਸੇ ਮਿਲਟਰੀ ਸਮੂਹ ਦਾ ਮੈਂਬਰ ਨਹੀਂ ਹੋਣਾ ਚਾਹੀਦਾ। ਨੰਬਰ 2 ਦੀ ਜਿਹੜੀ ਫੋਰਨ ਪਾਲਿਸੀ ਉਸ ਦੇਸ਼ ਦੀ ਮੁਕਤ ਆਜ਼ਾਦ ਹੋਣੀ ਚਾਹੀਦੀ ਹੈ, ਮਤਲਬ ਕਿਸੇ ਹੋਰ ਦੇਸ਼ ਦੀ ਇੰਟਰਫੇਅਰ ਨਹੀਂ ਹੋਣੀ ਚਾਹੀਦੀ ਜਦੋਂ ਉਹ ਫੋਰਨ ਪਾਲਿਸੀ ਬਣਾਵੇ। ਨੰਬਰ 3 ਉਹ ਕਿਸੇ ਮਹਾਸ਼ਕਤੀ ਦੇ ਨਾਲ ਉਹਦਾ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਠੀਕ ਹੈ ਜੀ, 2 ਮਹਾਸ਼ਕਤੀਆਂ 'ਚ ਵੰਡਿਆ ਗਿਆ ਸੰਸਾਰ, ਇੱਕ ਦੀ ਅਗਵਾਈ ਸੋਵੀਅਤ ਸੰਘ ਰੂਸ ਕਰ ਰਿਹਾ ਸੀ, ਦੂਸਰੇ ਦੀ ਜਿਹੜਾ ਅਮਰੀਕਾ ਕਰ ਰਿਹਾ ਸੀ। ਉਹਨਾਂ ਕਿਸੇ ਦੋਹਾਂ ਮਹਾਸ਼ਕਤੀਆਂ ਨਾਲ ਉਹ ਦੇਸ਼ ਦਾ ਸਮਝੌਤਾ ਨਹੀਂ ਹੋਣਾ ਚਾਹੀਦਾ। ਨਾ ਹੀ ਉਹ ਦੇਸ਼ ਆਪਣੇ ਦੇਸ਼ ਦੇ ਵਿੱਚ ਇਹਨਾਂ ਮਹਾਸ਼ਕਤੀਆਂ ਨੂੰ ਕੋਈ ਫੌਜੀ ਅੱਡਾ ਬਣਨ ਦੀ ਇਜਾਜ਼ਤ ਦੇਗਾ। ਠੀਕ ਹੈ, ਤੇ ਬਸਤੀਵਾਦ ਦਾ ਵਿਰੋਧ ਕਰੇਗਾ ਇਹ ਦੇਸ਼, ਤੇ ਇਹ ਸਾਰੇ ਦੇਸ਼ ਨਾਮ ਦੇ ਮੈਂਬਰ ਬਣ ਸਕਦੇ ਆ ਜੀ। ਹਾਂਜੀ, ਨਾਮ ਦਾ ਮੈਂਬਰ ਬਣਨ ਲਈ ਜ਼ਰੂਰੀ ਸ਼ਰਤ ਨਹੀਂ ਹੈ, ਇਹ ਦੱਸਣਾ ਜੀ। ਫੌਜੀ ਸਮੂਹ ਦਾ ਮੈਂਬਰ ਨਹੀਂ ਹੈ, ਇਹ ਵੀ ਹੈਗੀ ਹੈ ਜੀ। ਉਹਦੀ ਵਿਦੇਸ਼ੀ ਨੀਤੀ ਹੈ ਸੁਤੰਤਰ ਹੋਣੀ ਚਾਹੀਦੀ, ਇਹ ਵੀ ਹੈਗਾ ਜੀ। ਮਹਾਸ਼ਕਤੀਆਂ ਨਾਲ ਕੋਈ ਸਮਝੌਤਾ ਨਹੀਂ ਕਰਦਾ ਹੋਵੇ, ਇਹ ਵੀ ਠੀਕ ਹੈ ਜੀ। ਨਾਟੋ ਸੀਟੋ ਸੈਨਿਕ ਸੰਗਠਨਾਂ ਦਾ ਮੈਂਬਰ ਬਣਿਆ ਹੋਵੇ, ਇਹ ਗਲਤ ਹੈ ਜੀ। ਇਹ ਤਾਂ ਮਿਲਟਰੀ ਆਰਗੇਨਾਈਜੇਸ਼ਨ ਹੈ, ਇਹਦਾ ਤਾਂ ਵਿਰੋਧ ਕਰਦੇ ਸੀ ਜੀ ਨਾਮ। ਠੀਕ ਹੈ ਜੀ, ਅੱਗੇ ਆ ਗਿਆ ਜੀ ਨਾਟੋ। ਨਾਟੋ ਬਾਰੇ ਆਪਾਂ ਹੁਣੇ ਪੜ੍ਹ ਕੇ ਗਏ ਹਾਂ ਵੀ ਇਹ ਮਿਲਟਰੀ ਆਰਗੇਨਾਈਜੇਸ਼ਨ ਹੈ ਜਿਹਦੀ ਅਗਵਾਈ ਅਮਰੀਕਾ ਕਰਦਾ ਪਿਆ ਸੀ। 4 ਅਪ੍ਰੈਲ 1949 ਨੂੰ ਇਹਦੀ ਸਥਾਪਨਾ ਹੋਈ ਸੀ ਨਾਟੋ ਦੀ। ਨਾਟੋ ਦੀ ਫੁੱਲ ਫਾਰਮ ਦੇਖ ਲਓ, ਉੱਤਰੀ ਅਟਲਾਂਟਿਕ ਸੰਧੀ ਸੰਗਠਨ। ਠੀਕ ਹੈ ਜੀ, ਜਿਹਨੂੰ ਆਪਾਂ ਐਨ ਤੇ ਨਾਰਥ ਕਵਾਂਗੇ, ਏ ਤੇ ਅਟਲਾਂਟਿਕ ਕਵਾਂਗੇ, ਟੀ ਤੇ ਟ੍ਰੀਟੀ ਕਵਾਂਗੇ, ਉਹ ਤੇ ਆਰਗੇਨਾਈਜੇਸ਼ਨ ਕਵਾਂਗੇ। ਠੀਕ ਹੈ ਜੀ, ਕਲੀਅਰ ਹੋ ਗਿਆ। ਤੇ ਵਾਸ਼ਿੰਗਟਨ ਅਮਰੀਕਾ ਦੇ ਵਿੱਚ ਹੋਈ ਸੀ ਤੇ 12 ਇਹਦੇ ਸੰਸਥਾਪਕ ਮੈਂਬਰ ਸੀ ਜੀ। ਇਹ ਇੱਕ ਫੌਜੀ ਸੰਗਠਨ ਹੈ ਤੇ ਅੰਤਰ ਸਰਕਾਰੀ ਹੈ, ਜਾਣੀ ਕਿ ਸਰਕਾਰਾਂ ਮਿਲ ਕੇ ਇੱਕ ਫੌਜੀ ਸੰਗਠਨ ਬਣਾਉਂਦੀਆਂ। ਇਹਦਾ ਹੈੱਡਕੁਆਟਰ ਹੈ ਜਿਹੜਾ ਬੈਲਜੀਅਮ ਦੀ ਰਾਜਧਾਨੀ ਬ੍ਰਿਸੇਲਜ਼ ਵਿੱਚ ਹੈ ਤੇ 30 ਮੈਂਬਰ ਅੱਜ ਦੇ ਸਮੇਂ ਇਹਦੇ ਮੈਂਬਰ ਹੈ। ਪਿੱਛੇ ਜੇ ਤੁਸੀਂ ਦੇਖਿਆ ਹੋਊਗਾ ਯੂਕਰੇਨ ਇਹਦਾ ਨਾਟੋ ਦਾ ਮੈਂਬਰ ਬਣਨਾ ਚਾਹੁੰਦਾ ਸੀਗਾ, ਐਪਲੀਕੇਸ਼ਨ ਲਾਤੀ ਸੀ, ਮੈਂਬਰ ਬਣਿਆ ਨਹੀਂ ਸੀ, ਪਰ ਜਿਹੜਾ ਰੂਸ ਹੈ ਉਹਨੇ ਅਟੈਕ ਕਰਤਾ। ਕਹਾਣੀ ਸਮਝ ਆ ਰਹੀ ਹੋਊਗੀ ਕਿਉਂ ਕਰਤਾ? ਕਿਉਂਕਿ ਨਾਟੋ ਉਹਦੀ ਅਗਵਾਈ ਕੌਣ ਕਰ ਰਿਹਾ? ਅਮਰੀਕਾ ਕਰ ਰਿਹਾ, ਤੇ ਰੂਸ ਹੈ ਜਿਹੜਾ ਉਹ ਵਾਰਸਾ ਪੈਕਟ ਦੀ ਜਿਹੜੀ ਅਗਵਾਈ ਕਰ ਰਿਹਾ। ਜਿਹੜੇ ਦੋਨੋਂ ਜਿਹੜੇ ਮਹਾਸ਼ਕਤੀਆਂ ਯੂਕਰੇਨ ਹੈ ਉਹਦੀ ਬਾਉਂਡਰੀ ਰੂਸ ਦੇ ਨਾਲ ਲੱਗਦੀ ਹੈ। ਬਹੁਤ ਸਾਰੇ ਰੂਸੀ ਭਾਸ਼ਾ ਬੋਲਣ ਵਾਲੇ ਵੀ ਯੂਕਰੇਨ ਵਿੱਚ ਰਹਿ ਰਹੇ ਆ, ਤੇ ਰੂਸ ਨਹੀਂ ਚਾਹੁੰਦਾ ਕਿ ਉਹਦਾ ਗਵਾਂਢੀ ਮੁਲਕ ਹੈ ਵੀ ਉਹ ਨਾਟੋ ਦੇ ਮੈਂਬਰ ਬਣਨਾ ਤੇ ਉਹਦੇ ਤੇ ਹਾਵੀ ਹੋਣ ਵਾਲੇ ਸਮੇਂ ਦੇ ਵਿੱਚ। ਠੀਕ ਹੈ ਜੀ, ਨਾਟੋ ਦੀ ਇੱਕ ਹੋਰ ਹੈ ਜਿਹੜਾ ਨਾਟੋ ਦਾ ਮੈਂਬਰ ਬਣ ਜਾਂਦਾ ਹੈ, ਜਦੋਂ ਵੀ ਨਾਟੋ ਦੇ ਕਿਸੇ ਮੈਂਬਰ ਤੇ ਕੋਈ ਦੇਸ਼ ਹਮਲਾ ਕਰਦਾ ਹੈ ਤਾਂ ਨਾਟੋ ਦੀ ਹੈਲਪ ਦੇ ਲਈ ਅੱਗੇ ਆਉਂਦਾ ਹੈ। ਠੀਕ ਹੈ ਜੀ, ਇਹ ਵੀ ਧਿਆਨ ਰੱਖਣਾ ਜੀ। ਹਾਂਜੀ, ਅਗਲਾ ਦੂਜਾ ਟੌਪਿਕ ਆਪਾਂ ਚੱਲਦੇ ਹਾਂ ਜੀ, ਸਾਰਕ। ਹਾਂਜੀ, ਸਾਰਕ ਦੇ ਵਿੱਚ ਸਭ ਤੋਂ ਪਹਿਲਾਂ ਪਿਕਚਰ ਦੇ ਵਿੱਚ ਧਿਆਨ ਨਾਲ ਦੇਖਦੇ ਹਾਂ ਜੀ। 8 ਮੈਂਬਰ ਸਾਰਕ ਦੇ ਵਿੱਚ ਸੀਗੇ। 8 ਮੈਂਬਰਾਂ ਦੇ ਵਿੱਚੋਂ ਸਭ ਤੋਂ ਪਹਿਲਾ ਜਿਹੜਾ ਮੈਂਬਰ ਹੈਗਾ ਜੀ ਆਪਣੇ ਕੋਲ 8 ਮੈਂਬਰਾਂ ਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਮੈਂਬਰ ਹੈ ਜੀ ਉਹ ਹੈ ਪਹਿਲਾ ਇੰਡੀਆ। ਠੀਕ ਹੈ ਜੀ, ਇੰਡੀਆ ਦੇ ਨਾਲ ਪਾਕਿਸਤਾਨ ਤੇ ਅਫਗਾਨਿਸਤਾਨ 3 ਹੋ ਗਏ ਜੀ। ਚੌਥਾ ਮਾਲਦੀਵਸ, ਸ਼੍ਰੀਲੰਕਾ, ਬੰਗਲਾਦੇਸ਼, ਨੇਪਾਲ ਤੇ ਭੂਟਾਨ। ਇਹ 8 ਦੇਸ਼ਾਂ ਦਾ ਸਮੂਹ ਹੈ ਸਾਰਕ ਜੀ। ਹੁਣ ਇਹਦੇ ਵਿੱਚ ਧਿਆਨ ਦਿਓ, ਬਰਮਾ ਹੈ ਨਹੀਂ ਇੱਥੇ ਬਰਮਾ ਹੈ ਨਹੀਂ ਇਹਦੇ ਵਿੱਚ। ਇੱਥੇ ਚੀਨ ਹੈ, ਚੀਨ ਵੀ ਇਹਦਾ ਮੈਂਬਰ ਹੈ ਨਹੀਂਗਾ। ਠੀਕ ਹੈ ਜੀ, ਇੱਥੇ ਥਾਈਲੈਂਡ ਹੈਗਾ, ਉਹ ਵੀ ਇਹਦਾ ਮੈਂਬਰ ਹੈ ਨਹੀਂਗਾ। ਮੋਸਟਲੀ ਐਗਜ਼ਾਮ ਦੇ ਵਿੱਚ ਇਹ 3 ਆਪਸ਼ਨਾਂ ਹੁੰਦੀਆਂ ਤੇ ਧਿਆਨ ਰੱਖ ਲਿਓ, ਬਰਮਾ, ਚੀਨ ਤੇ ਥਾਈਲੈਂਡ, ਇਹ ਜਿਹੜੇ ਹੈਗੇ ਆ ਇਹ ਸਾਰਕ ਦੇ ਮੈਂਬਰ ਹੈ ਨਹੀਂ। ਹਾਂਜੀ, ਗਾਂ ਪੜ੍ਹਦੇ ਹਾਂ ਜੀ ਸਾਰਕ ਬਾਰੇ। ਹਾਂਜੀ, ਸਾਰਕ ਹੈ ਜਿਹੜਾ ਇਹਦੀ ਫੁੱਲ ਫਾਰਮ ਵੀ ਧਿਆਨ 'ਚ ਰੱਖ ਲੈਣੀ ਸਾਰਕ ਦੀ। ਠੀਕ ਹੈ ਜੀ, ਸਾਰਕ ਦੀ ਜਿਹੜੀ ਫੁੱਲ ਫਾਰਮ ਹੈ ਉਹ ਅੰਗਰੇਜ਼ੀ 'ਚ ਹੀ ਤੁਸੀਂ ਯਾਦ ਰੱਖ ਲਓਗੇ ਤਾਂ ਸਭ ਤੋਂ ਵਧੀਆ। ਠੀਕ ਹੈ, ਕਿਉਂਕਿ ਪੰਜਾਬੀ ਦੇ ਵਿੱਚ ਜਦੋਂ ਇਹਦੀ ਟਰਾਂਸਲੇਟ ਕੀਤੀ ਜਾਂਦੀ ਹੈ ਤਾਂ ਬਹੁਤ ਸਾਰੇ ਸ਼ਬਦ ਕੁਝ ਹੋਰ ਬਣ ਜਾਂਦੇ ਆ। ਐਸ ਤੇ ਸਾਊਥ ਹੈ ਜੀ, ਏ ਤੇ ਏਸ਼ੀਅਨ ਹੈ, ਅਗਲੇ ਏ ਤੇ ਐਸੋਸੀਏਸ਼ਨ ਹੈ ਜੀ, ਆਰ ਤੇ ਫॉर ਰੀਜਨਲ ਕਾਰਪੋਰੇਸ਼ਨ। ਫॉर ਸ਼ਬਦ ਵੀ ਧਿਆਨ ਰੱਖਣਾ ਹੈ, ਸਾਊਥ ਏਸ਼ੀਅਨ ਐਸੋਸੀਏਸ਼ਨ ਫॉर ਰੀਜਨਲ ਕਾਰਪੋਰੇਸ਼ਨ। ਠੀਕ ਹੈ, ਕਈ ਵਾਰ ਕੀ ਹੁੰਦਾ ਹੈ ਐਸ ਦੀ ਫੁੱਲ ਫਾਰਮ ਪੁੱਛ ਲੈਂਦੇ ਆ, ਏ ਦੀ ਫੁੱਲ ਫਾਰਮ ਪੁੱਛ ਲੈਂਦੇ ਆ, ਆਰ ਦੀ ਪੁੱਛ ਲੈਂਦੇ ਆ, ਸੀ ਦੀ ਪੁੱਛ ਲੈਂਦੇ ਆ। ਠੀਕ ਹੈ, ਜ਼ਿਆਦਾਤਰ ਸੀ ਦੀ ਪੁੱਛੀ ਜਾਂਦੀ ਹੈ, ਸੀ ਦੀ ਫੁੱਲ ਫਾਰਮ ਕਾਰਪੋਰੇਸ਼ਨ ਹੈ। ਹਾਂਜੀ, ਇਹਦੀ ਸਥਾਪਨਾ ਜਿਹੜੀ 8 ਦਸੰਬਰ 1985 ਨੂੰ ਢਾਕਾ ਬੰਗਲਾਦੇਸ਼ ਵਿੱਚ ਕੀਤੀ ਗਈ ਸੀ। ਠੀਕ ਹੈ ਜੀ। ਹਾਂਜੀ, ਇੱਕ ਹੋਰ ਸਾਰਕ ਬਾਰੇ ਤੁਹਾਨੂੰ ਦੱਸਦਾ ਮੈਂ, ਫੈਕਟ ਦੇ ਵਿੱਚ ਰੀਜਨਲ ਆ ਰਿਹਾ, ਖੇਤਰੀ ਸ਼ਬਦ ਆ ਰਿਹਾ, ਤੇ ਸਾਰਕ ਇੱਕ ਖੇਤਰੀ ਸੰਘ ਹੈ ਇਹ। ਠੀਕ ਹੈ ਜੀ, ਖੇਤਰੀ ਸੰਗਠਨ ਹੈ, ਨਾ ਕਿ ਇੱਕ ਅੰਤਰਰਾਸ਼ਟਰੀ ਸੰਗਠਨ ਹੈ, ਇਹ ਧਿਆਨ ਰੱਖ ਲਿਓ, ਵੈਰੀ ਇੰਪੋਰਟੈਂਟ। ਇਹਦੇ ਨਾਂ 'ਚ ਹੀ ਆ ਰਿਹਾ ਰੀਜਨਲ। ਸਾਰਕ ਦਾ ਜਿਹੜਾ ਹੈੱਡਕੁਆਟਰ ਹੈ ਉਹ ਕਾਠਮਾਂਡੂ ਨੇਪਾਲ ਦੇ ਵਿੱਚ ਹੈ ਜੀ। 8 ਮੈਂਬਰ ਹੈ ਜੀ,
7 ਇਹਦੇ ਸੰਸਥਾਪਕ ਦੇਸ਼ ਸੀਗੇ, ਜਿਹਦੇ ਵਿੱਚ ਭਾਰਤ, ਬੰਗਲਾਦੇਸ਼, ਸ਼੍ਰੀਲੰਕਾ, ਨੇਪਾਲ, ਮਾਲਦੀਵ, ਭੂਟਾਨ ਤੇ ਪਾਕਿਸਤਾਨ। ਅਫਗਾਨ ਇਹ 1985 ਦੇ ਵਿੱਚ ਹੀ 8 ਦਸੰਬਰ ਨੂੰ ਉਹ ਹੈਗੇ ਸੀਗੇ ਜਦੋਂ ਸਾਰਕ ਦਾ ਗਠਨ ਹੋਇਆ, ਪਰ ਅਫਗਾਨਿਸਤਾਨ 2007 ਦੇ ਵਿੱਚ ਸਾਰਕ ਦਾ 8ਵਾਂ ਮੈਂਬਰ ਬਣਿਆ। ਸਾਰਕ ਦਾ ਜਿਹੜਾ ਮੋਟੋ ਹੈ ਉਹ ਹੈ ਜੀ ਡੀਪਰ ਇੰਟੀਗ੍ਰੇਸ਼ਨ ਫॉर ਪੀਸ ਐਂਡ ਪ੍ਰੋਸਪਰਿਟੀ। ਡੀਪਰ ਇੰਟੀਗ੍ਰੇਸ਼ਨ ਫॉर ਪੀਸ ਐਂਡ ਪ੍ਰੋਸਪਰਿਟੀ ਅੰਗਰੇਜ਼ੀ 'ਚ ਯਾਦ ਰੱਖ ਲਿਓ ਜੀ। ਪਹਿਲਾ ਸਾਰਕ ਸੰਮੇਲਨ ਜਿਹੜਾ ਹੋਇਆ ਸੀ, ਵੈਰੀ ਇੰਪੋਰਟੈਂਟ, ਧਿਆਨ ਰੱਖ ਲਿਓ, 1985 ਦੇ ਵਿੱਚ ਹੋਇਆ ਸੀਗਾ। 7 ਤੋਂ 8 ਦਸੰਬਰ ਉੱਥੇ ਹੋਇਆ ਸੀ ਜਿੱਥੇ ਇਹਦੀ ਸਥਾਪਨਾ ਹੋਈ ਸੀ, ਢਾਕਾ ਬੰਗਲਾਦੇਸ਼ ਦੇ ਵਿੱਚ ਆਯੋਜਿਤ ਕੀਤਾ ਗਿਆ ਸੀ। ਇਹ ਸਾਰੇ ਫੈਕਟ ਇੰਪੋਰਟੈਂਟ ਹੈ, ਇਹਨਾਂ ਸਾਰਿਆਂ ਨੂੰ ਤੁਸੀਂ ਧਿਆਨ 'ਚ ਰੱਖ ਲੈਣਾ। ਹਾਂਜੀ, ਸਾਰਕ ਜਿਹੜੀ ਉਹਦੀ ਸਟੈਬਲਿਸ਼ਮੈਂਟ 1985 'ਚ ਹੋਈ ਸੀ ਤੇ ਇਹਦੀ ਫੁੱਲ ਫਾਰਮ ਦੱਸਣੀ ਹੈ ਸਾਰਕ ਦੀ ਜੀ। ਇਸ ਦਾ ਮਤਲਬ ਸਾਊਥ, ਇਹਦਾ ਮਤਲਬ ਏਸ਼ੀਅਨ, ਸਾਊਥ ਏਸ਼ੀਅਨ ਐਸੋਸੀਏਸ਼ਨ ਫॉर ਰੀਜਨਲ ਕਾਰਪੋਰੇਸ਼ਨ। ਇਹਦਾ ਆਨਸਰ ਬਣੂਗਾ ਜੀ ਏ। ਕਿਹੜਾ ਦੇਸ਼ ਸਾਰਕ ਦੇ 8ਵੇਂ ਮੈਂਬਰ ਵਿੱਚੋਂ ਸ਼ਾਮਲ ਹੋਇਆ ਸੀਗਾ ਜੀ? ਇਹ ਅਫਗਾਨਿਸਤਾਨ ਹੈ ਜੀ। ਠੀਕ ਹੈ ਜੀ, ਇਹ ਆਪਾਂ ਪੜ੍ਹ ਕੇ ਗਏ ਹਾਂ ਵੀ ਇਹ 2007 ਦੇ ਵਿੱਚ ਸ਼ਾਮਲ ਹੋਇਆ ਸੀਗਾ 8ਵਾਂ ਮੈਂਬਰ ਦੇ ਤੌਰ ਤੇ। ਮੋਟੋ ਕੀ ਹੈ ਜੀ ਸਾਰਕ ਦਾ? ਹਾਂਜੀ, ਮੋਟੋ ਆਪਾਂ ਪੜ੍ਹ ਕੇ ਗਏ ਹਾਂ ਜੀ, ਡੀਪਰ ਇੰਟੀਗ੍ਰੇਸ਼ਨ ਫॉर ਪੀਸ ਐਂਡ ਪ੍ਰੋਸਪਰਿਟੀ। ਹੇਠਾਂ ਦਿੱਤੇ ਵਿੱਚੋਂ ਕਿਸ ਸ਼ਹਿਰ ਵਿੱਚ ਪਹਿਲਾ ਸਾਰਕ ਵਪਾਰ ਮੇਲਾ ਆਯੋਜਿਤ ਕੀਤਾ ਗਿਆ? ਪਹਿਲਾ ਵਪਾਰ ਸਾਰਕ ਦਾ ਆਯੋਜਿਤ ਕੀਤਾ ਗਿਆ ਸੀ ਢਾਕਾ ਦੇ ਵਿੱਚ ਜੀ। ਠੀਕ ਹੈ ਜੀ। ਸਾਰਕ ਦੀ ਪਹਿਲੀ ਮੀਟਿੰਗ ਕਿੱਥੇ ਹੋਈ ਸੀ ਜੀ? ਇਹ ਵੀ ਕਿੱਥੇ ਹੋਈ ਸੀ ਜੀ? ਆਪਣੇ ਕੋਲ ਢਾਕਾ ਬੰਗਲਾਦੇਸ਼ ਵਿੱਚ ਹੋਈ ਸੀ 7-8 ਦਸੰਬਰ 1985 ਨੂੰ। ਹਾਂਜੀ, ਜਿਹੜਾ ਧਿਆਨ 'ਚ ਰੱਖਣਾ ਜੀ ਵੀ ਸਾਰਕ ਹੈ ਉਹਦੇ ਵਿੱਚ ਭਵਿੱਖ 'ਚ ਕੁਝ ਮੈਂਬਰ ਐਡ ਹੋ ਸਕਦੇ ਆ। ਉਹ ਕਿਹੜੇ ਕਿਹੜੇ? ਤੁਰਕੀ ਤੇ ਰੂਸ। ਇਹਨਾਂ ਦੋਹਾਂ ਨੇ ਐਪਲੀਕੇਸ਼ਨ ਦਿੱਤੀਆਂ ਵੀ ਹੈ ਸਾਰਕ ਦੀ ਮੈਂਬਰਸ਼ਿਪ ਪ੍ਰਾਪਤ ਕਰਨ ਵਾਸਤੇ। ਠੀਕ ਹੈ ਜੀ। ਹਾਂਜੀ, ਸਾਰਕ ਦੇ ਮੈਂਬਰ ਜਿਹੜੇ 8 ਹੈ, ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਇੰਡੀਆ, ਮਾਲਦੀਵਸ, ਨੇਪਾਲ, ਪਾਕਿਸਤਾਨ ਤੇ ਸ਼੍ਰੀਲੰਕਾ। ਤੇ ਸਾਰਕ ਦੇ ਆਬਜ਼ਰਵਰ ਸਟੇਟ ਹੈ ਜਿਹੜੇ ਉਹ 9 ਹੈ ਜੀ, ਜਿਹਦੇ ਵਿੱਚ ਆਸਟ੍ਰੇਲੀਆ ਤੇ ਚਾਈਨਾ, ਯੂਰਪੀਅਨ ਯੂਨੀਅਨ, ਈਰਾਨ, ਜਾਪਾਨ, ਮੌਰੀਸ਼ਸ, ਯੂਨਾਈਟਿਡ ਸਟੇਟਸ ਅਮਰੀਕਾ, ਮਿਆਂਮਾਰ ਤੇ ਰਿਪਬਲਿਕ ਆਫ ਕੋਰੀਆ। ਇੱਕ ਵਾਰੀ ਫਿਰ ਧਿਆਨ ਨਾਲ ਦੇਖ ਲਓ ਜੀ, ਆਸਟ੍ਰੇਲੀਆ, ਚਾਈਨਾ, ਯੂਰਪੀਅਨ ਯੂਨੀਅਨ, ਈਰਾਨ, ਜਾਪਾਨ, ਮੌਰੀਸ਼ਸ, ਯੂਨਾਈਟਿਡ ਸਟੇਟਸ, ਮਿਆਂਮਾਰ, ਰਿਪਬਲਿਕ ਆਫ ਕੋਰੀਆ। ਇਹ ਸਾਰਕ ਦੇ ਆਬਜ਼ਰਵਰ ਸਟੇਟ ਹੈ ਜੀ। ਇਹ ਵੈਰੀ ਇੰਪੋਰਟੈਂਟ ਹੈ, ਇਹਨਾਂ ਨੂੰ ਧਿਆਨ 'ਚ ਰੱਖ ਲੈਣਾ ਜੀ। ਹਾਂਜੀ, ਹੇਠ ਲਿਖਿਆਂ ਵਿੱਚੋਂ ਸਾਰਕ ਦਾ ਆਬਜ਼ਰਵਰ ਨਹੀਂ ਹੈ। ਇਰਾਨ ਵੀ ਹੈਗਾ, ਚੀਨ ਵੀ ਹੈਗਾ, ਅਮਰੀਕਾ ਵੀ ਹੈਗਾ ਤੇ ਕੈਨੇਡਾ ਹੈ ਨਹੀਂ ਜੀ। ਠੀਕ ਹੈ ਜੀ, ਧਿਆਨ ਰੱਖ ਲੈਣਾ। ਹਾਂਜੀ, ਹੇਠ ਲਿਖਿਆਂ ਵਿੱਚੋਂ ਸਾਰਕ ਦਾ ਮੈਂਬਰ ਨਹੀਂ ਹੈ। ਹਾਂਜੀ, ਭੂਟਾਨ ਵੀ ਹੈਗਾ, ਭਾਰਤ ਵੀ ਹੈਗਾ, ਮਾਲਦੀਵ ਵੀ ਹੈਗਾ, ਥਾਈਲੈਂਡ ਹੈ ਨਹੀਂ ਜੀ। ਠੀਕ ਹੈ ਜੀ, ਨਾ ਹੀ ਬਰਮਾ, ਨਾ ਹੀ ਚੀਨ ਹੈ। ਇਸ ਸਮੇਂ ਸਾਰਕ ਦੇ 9 ਆਬਜ਼ਰਵਰ ਹੈ, ਇਹ ਆਪਾਂ ਹੁਣੇ ਪੜ੍ਹ ਕੇ ਗਏ ਹਾਂ ਜੀ। ਹਾਂਜੀ, ਸਾਰਕ ਦੇ 9 ਆਬਜ਼ਰਵਰ ਜਿਹੜੇ ਆਸਟ੍ਰੇਲੀਆ, ਚੀਨ, ਯੂਰਪੀਅਨ ਯੂਨੀਅਨ, ਈਰਾਨ, ਜਾਪਾਨ, ਠੀਕ ਹੈ, ਰਿਪਬਲਿਕ ਕੋਰੀਆ, ਮੌਰੀਸ਼ਸ, ਮਿਆਂਮਾਰ ਤੇ ਸੰਯੁਕਤ ਰਾਜ ਅਮਰੀਕਾ। ਇਹ 9 ਜਿਹੜੇ ਸਾਰਕ ਦੇ ਆਬਜ਼ਰਵਰ ਹੈ ਜੀ। ਸਾਰਕ ਦਾ ਜਿਹੜਾ ਪਹਿਲਾ ਸਕੱਤਰ ਜਨਰਲ ਸੀਗਾ ਉਹ ਬੰਗਲਾਦੇਸ਼ੀ ਦਾ ਡਿਪਲੋਮੈਟ ਸੀ ਅਬਦੁਲ ਅਹਿਸਾਨ। ਇਹ ਯਾਦ ਰੱਖ ਲੈਣਾ ਜੀ, ਅਬਦੁਲ ਅਹਿਸਾਨ ਪਹਿਲਾ ਸਾਰਕ ਦਾ ਸਕੱਤਰ ਜਨਰਲ ਸੀਗਾ। ਤੇ ਵਰਤਮਾਨ ਸਮੇਂ ਦੇ ਵਿੱਚ ਇਹ ਵੀ ਇੰਪੋਰਟੈਂਟ ਹੈ ਜੀ, ਇਹ 14ਵਾਂ ਇਸ ਸਮੇਂ 2022 ਦੇ ਵਿੱਚ ਸ਼੍ਰੀਲੰਕਾ ਦਾ ਹੈਗਾ ਜੀ ਇਹ ਵੀਰਾਕੂਨ। ਠੀਕ ਹੈ ਜੀ, ਇਸਾਲਾ ਰੂਵਾਨ ਵੀਰਾਕੂਨ। ਇਹ ਵੀ ਧਿਆਨ ਨਾਲ ਤੁਸੀਂ ਇਹਨੂੰ ਯਾਦ ਕਰ ਲੈਣਾ ਜੀ। ਹਾਂਜੀ, ਜਨਰਲ ਸਕੱਤਰ ਜਿਹੜਾ ਮੈਂਬਰ ਰਾਜਾਂ ਦੇ ਮੰਤਰੀ ਮੰਡਲ ਦਾ 3 ਸਾਲ ਦੀ ਮਿਆਦ ਦੇ ਲਈ ਨਿਯੁਕਤ ਕੀਤਾ ਜਾਂਦਾ ਹੈ। ਯਾਦ ਰੱਖ ਲਿਓ, ਸਾਰਕ ਦਾ ਜਿਹੜਾ ਸੈਕਟਰੀ ਜਨਰਲ ਹੈ ਉਹ 3 ਸਾਲ ਦੀ ਮਿਆਦ ਦੇ ਲਈ ਆਪਣੇ ਅਹੁਦੇ ਤੇ ਰਹਿੰਦਾ ਹੈ। ਹਾਂਜੀ, ਭਾਰਤ ਦੇ ਕਿਸ਼ਾਂਤ ਕਿਸ਼ੋਰ ਭਾਰਗਵਾ ਤੇ ਸ਼ੀਲਕਾਂਤ ਸ਼ਰਮਾ ਇਹ ਸਾਰਕ ਦੇ ਜਿਹੜੇ ਸਕੱਤਰ ਜਨਰਲ ਦੇ ਅਹੁਦੇ ਤੇ ਰਹਿ ਚੁੱਕੇ ਆ। ਇਹ ਦੋਨੋਂ ਵੈਰੀ ਇੰਪੋਰਟੈਂਟ ਹੈ। ਕਿਸ਼ਾਂਤ ਕਿਸ਼ੋਰ ਭਾਰਗਵਾ ਤੇ ਸ਼ੀਲਕਾਂਤ ਸ਼ਰਮਾ ਇਹ ਦੋਨੋਂ ਸਾਰਕ ਦੇ ਜਿਹੜੇ ਸਕੱਤਰ ਜਨਰਲ ਦੇ ਅਹੁਦੇ ਤੇ ਰਹਿ ਚੁੱਕੇ ਆ। ਤੇ ਵਰਤਮਾਨ ਸਮੇਂ ਦੇ ਵਿੱਚ ਸ਼੍ਰੀਲੰਕਾ ਦਾ ਰੂਵਾਨ ਵੀਰਾਕੂਨ ਇਹ ਸਮੇਂ ਸੈਕਟਰੀ ਜਨਰਲ ਹੈਗਾ ਜੀ। ਹਾਂਜੀ, ਸਾਰਕ ਦਾ ਜਿਹੜਾ ਪਹਿਲਾ ਸਕੱਤਰ ਜਨਰਲ ਕੌਣ ਸੀ? ਇਹ ਆਪਾਂ ਪੜ੍ਹ ਕੇ ਗਏ ਹਾਂ, ਇਹ ਸੀ ਅਬਦੁਲ ਅਹਿਸਾਨ। ਠੀਕ ਹੈ ਜੀ, ਇਹ ਬੰਗਲਾਦੇਸ਼ ਦਾ ਸੀ ਰਹਿਣ ਵਾਲਾ। ਹਾਂਜੀ, ਮੌਜੂਦਾ ਸਾਰਕ ਦਾ ਸਕੱਤਰ ਜਨਰਲ ਕੌਣ ਹੈ ਜੀ? ਇਹ ਸ਼੍ਰੀਲੰਕਾ ਦਾ ਵੀਰਾਕੂਨ, ਰੂਵਾਨ ਵੀਰਾਕੂਨ। ਠੀਕ ਹੈ ਜੀ। ਹਾਂਜੀ, ਹੈੱਡਕੁਆਟਰ ਸਾਰਕ ਦਾ ਕਿੱਥੇ ਸਥਿਤ ਹੈ ਜੀ? ਆਪਾਂ ਪੜ੍ਹ ਕੇ ਗਏ, ਕਾਠਮਾਂਡੂ, ਨੇਪਾਲ ਦੇ ਵਿੱਚ ਸਥਿਤ ਹੈ ਜੀ। ਕਰੰਟਲੀ ਹਾਊ ਮੈਨੀ ਮੈਂਬਰਸ ਆਰ ਇਨ ਸਾਰਕ ਆਰਗੇਨਾਈਜੇਸ਼ਨ? ਕਿੰਨੇ ਮੈਂਬਰ ਹੈ ਜੀ? 8 ਮੈਂਬਰ ਵਰਤਮਾਨ ਸਮੇਂ 'ਚ। 8ਵਾਂ ਅਫਗਾਨਿਸਤਾਨ 2007 ਵਿੱਚ ਬਣਿਆ ਸੀ ਜੀ। ਸਾਰਕ ਦੀ ਸਟੈਬਲਿਸ਼ਮੈਂਟ ਕਦੋਂ ਹੋਈ ਸੀ? 1985 ਵਿੱਚ ਹੋਈ ਸੀਗੀ, 8 ਦਸੰਬਰ 1985 ਨੂੰ ਜੀ। ਠੀਕ ਹੈ ਜੀ, ਬੰਗਲਾਦੇਸ਼ ਢਾਕਾ ਦੇ ਵਿੱਚ ਹੋਈ ਸੀ। ਵਿਚ ਆਫ ਦੀ ਫੋਲੋਇੰਗ ਕੰਟਰੀ ਇਜ਼ ਨਾਟ ਮੈਂਬਰ ਆਫ ਸਾਰਕ? ਇਹਨਾਂ ਵਿੱਚੋਂ ਸਾਰਕ ਦਾ ਮੈਂਬਰ ਕੌਣ ਨਹੀਂ? ਭੂਟਾਨ, ਨੇਪਾਲ, ਮਾਲਦੀਵ ਸੇ ਹੈਗੇ ਆ, ਮਿਆਂਮਾਰ ਹੈ ਨਹੀਂ, ਨਾ ਹੀ ਚੀਨ ਹੈ, ਨਾ ਹੀ ਜਿਹੜਾ ਥਾਈਲੈਂਡ ਹੈ। ਵਿਚ ਆਫ ਦੀ ਫੋਲੋਇੰਗ ਕੰਟਰੀ ਗੋਟ ਆਬਜ਼ਰਵਰ ਸਟੇਟਸ ਇਨ ਸਾਰਕ? ਦੱਸਣਾ ਵੀ 9 ਆਬਜ਼ਰਵਰ ਹੈ, ਉਹਨਾਂ ਵਿੱਚੋਂ ਦੱਸਣਾ ਕਿਹੜੇ ਆਬਜ਼ਰਵਰ ਦੇ ਤੌਰ ਤੇ ਪ੍ਰਾਪਤ ਕੀਤਾ ਸੀ। ਠੀਕ ਹੈ ਜੀ, ਕੋਰੀਆ, ਚਾਈਨਾ। ਠੀਕ ਹੈ ਜੀ, ਚਾਈਨਾ ਹੈਗਾ ਸੀ ਪਰ ਕੋਰੀਆ ਗਣਰਾਜ ਸੀ, ਕੋਰੀਆ ਨਹੀਂ ਸੀਗਾ। ਚਾਈਨਾ ਹੈਗਾ, ਰਸ਼ੀਆ ਹੈ ਨਹੀਂ ਜੀ ਉਹਦੇ ਵਿੱਚ। ਜਾਪਾਨ ਤੇ ਚਾਈਨਾ ਇਹ ਦੋਨੋਂ ਹੈਗੇ ਜੀ। ਠੀਕ ਹੈ ਜੀ, ਧਿਆਨ ਰੱਖ ਲੈਣਾ, ਇਹਦਾ ਰਾਈਟ ਆਨਸਰ ਬਣੇਗਾ ਸੀ। ਹਾਂਜੀ, ਸਾਰਕ ਦੀ ਫੁੱਲ ਫਾਰਮ ਦੇ ਵਿੱਚ ਸੀ ਦਾ ਮਤਲਬ ਕੀ? ਸੀ ਦਾ ਮਤਲਬ ਹੈ ਕੋਆਪਰੇਸ਼ਨ। ਠੀਕ ਹੈ ਜੀ, ਸਾਰਕ ਦੀ ਫੁੱਲ ਫਾਰਮ ਦੇਖ ਲੈਂਦੇ ਆਪਾਂ। ਐਸ ਦਾ ਮਤਲਬ ਸਾਊਥ ਏਸ਼ੀਆ ਐਸੋਸੀਏਸ਼ਨ ਫॉर ਰੀਜਨਲ ਕੋਆਪਰੇਸ਼ਨ। ਠੀਕ ਹੈ ਜੀ, ਇਹ ਧਿਆਨ ਰੱਖ ਲੈਣਾ ਜੀ। ਹਾਂਜੀ, ਕੁਝ ਬਹੁਤ ਇੰਪੋਰਟੈਂਟ ਫੈਕਟ ਸਾਰਕ ਬਾਰੇ। ਇਹਦੀ ਸਟੈਬਲਿਸ਼ਮੈਂਟ 1985 ਵਿੱਚ 8 ਦਸੰਬਰ ਨੂੰ ਹੋਈ ਸੀ, ਢਾਕਾ ਬੰਗਲਾਦੇਸ਼ ਦੇ ਵਿੱਚ। ਵੈਰੀ ਇੰਪੋਰਟੈਂਟ ਫੈਕਟ। ਹਾਂਜੀ, ਮੈਂਬਰਾਂ ਦੀ ਗੱਲ ਕਰ ਲਈਏ, 8 ਮੈਂਬਰ ਹੈ ਜੀ। ਇੰਡੀਆ, ਬੰਗਲਾਦੇਸ਼, ਨੇਪਾਲ, ਸ਼੍ਰੀਲੰਕਾ, ਮਾਲਦੀਵ, ਭੂਟਾਨ, ਅਫਗਾਨਿਸਤਾਨ ਤੇ ਪਾਕਿਸਤਾਨ। ਅਫਗਾਨਿਸਤਾਨ 8ਵਾਂ ਮੈਂਬਰ ਬਣਿਆ ਸੀ 2007 ਵਿੱਚ ਜੀ। ਆਬਜ਼ਰਵਰ 9 ਹੈ ਜੀ। ਆਸਟ੍ਰੇਲੀਆ, ਯੂਰਪੀਅਨ ਯੂਨੀਅਨ, ਈਰਾਨ, ਜਾਪਾਨ, ਮੌਰੀਸ਼ਸ, ਸਾਊਥ ਕੋਰੀਆ। ਠੀਕ ਹੈ ਜੀ, ਸਾਊਥ ਕੋਰੀਆ ਜਾਂ ਕੋਰੀਆ ਰਿਪਬਲਿਕ ਲਿਖਿਆ ਹੁੰਦਾ ਹੈ। ਯੂਨਾਈਟਿਡ ਸਟੇਟਸ ਆਫ ਅਮਰੀਕਾ ਜਿਹਨੂੰ USA ਕਹਾਂਗੇ, ਚਾਈਨਾ ਤੇ ਮਿਆਂਮਾਰ। ਕਲੀਅਰ ਹੋ ਗਿਆ ਜੀ। ਇਹ ਧਿਆਨ ਰੱਖ ਲਿਓ, ਚਾਈਨਾ ਹੈਗਾ ਸ਼ਾਮਲ ਇਹਦੇ ਵਿੱਚ, ਤੇ ਮਿਆਂਮਾਰ ਵੀ ਹੈਗਾ।
ਤੇ ਮਿਆਂਮਾਰ ਹੈ ਜਿਹੜਾ ਉਹ ਆਬਜ਼ਰਵਰ ਹੈਗਾ ਪਰ ਜਿਹੜੇ ਮੈਂਬਰ ਹੈ ਜਿਹੜੇ 8 ਉਹਨਾਂ ਵਿੱਚ ਨਹੀਂ ਆਉਂਦਾ ਗਾ। ਧਿਆਨ ਰੱਖ ਲਿਓ, ਤਾਂ ਹੀ ਉਹ ਮਿਆਂਮਾਰ ਆਪਸ਼ਨ 'ਚ ਜ਼ਿਆਦਾ ਵਾਰ ਪਾਉਂਦੇ ਆ ਵੀ ਪੜਿਆ ਹੁੰਦਾ ਵੀ ਇਹ ਪੜਿਆ ਤਾਂ ਹੁੰਦਾ ਆਪਾਂ ਆਬਜ਼ਰਵਰ ਦੇ ਤੌਰ ਤੇ, ਪਰ ਐਜ਼ ਆ ਮੈਂਬਰ ਕੰਸੀਡਰ ਕਰ ਲੈਂਦੇ ਆ ਤੇ ਗਲਤ ਸਵਾਲ ਕਰ ਆਉਂਦੇ ਆ ਜੀ ਆਪਾਂ। ਠੀਕ ਹੈ ਜੀ। ਹਾਂਜੀ, ਸਾਰਕ ਦਾ ਜਿਹੜਾ ਹੈੱਡਕੁਆਟਰ ਹੈ ਉਹ ਕਾਠਮਾਂਡੂ ਨੇਪਾਲ ਦੇ ਵਿੱਚ ਹੈ ਤੇ ਸਾਰਕ ਨੇ ਇੱਕ ਸੈਟੇਲਾਈਟ ਲਾਂਚ ਵੀ ਕੀਤੀ ਸੀ 2017 ਦੇ ਵਿੱਚ। ਠੀਕ ਹੈ ਜੀ, ਇਹ ਧਿਆਨ ਰੱਖ ਲੈਣੇ, ਵੈਰੀ ਵੈਰੀ ਇੰਪੋਰਟੈਂਟ ਫੈਕਟ ਆ ਸਾਰੇ। ਹਾਂਜੀ, ਸਾਰਕ ਦੇ ਜਿਹੜੇ ਕੁਝ ਬੋਡੀਜ਼ ਹੈ, ਬੋਡੀਜ਼ ਤਾਂ ਇਹਨਾਂ ਦੀਆਂ 12-13 ਪਰ ਜਿਹੜੀਆਂ ਮੇਨ ਮੈਨੂੰ ਜਿਹੜੀਆਂ ਲੱਗੀਆਂ ਮੈਂ ਉਹ ਤੁਹਾਡੇ ਸਾਹਮਣੇ ਲੈ ਕੇ ਆਇਆ ਹਾਂ। ਹਾਂਜੀ, ਉਹ ਹੈ ਸਾਊਥ ਏਸ਼ੀਅਨ ਯੂਨੀਵਰਸਿਟੀ, ਇਹ ਇੰਡੀਆ ਦੇ ਵਿੱਚ, ਵੈਸੇ ਇਹਨੇ ਯਾਦ ਰੱਖਣਾ ਹੈ ਵੀ ਯੂਨੀਵਰਸਿਟੀ ਜਿਹੜੀ ਸਾਰਕ ਦੀ ਉਹ ਕਿੱਥੇ ਹੈ ਜੀ, ਇੰਡੀਆ ਵਿੱਚ। ਹਾਂਜੀ, ਉਸ ਤੋਂ ਬਾਅਦ ਰੀਜਨਲ ਸਟੈਂਡਰਡ ਆਰਗੇਨਾਈਜੇਸ਼ਨ, ਇਹ ਢਾਕਾ ਬੰਗਲਾਦੇਸ਼ ਦੇ ਵਿੱਚ ਹੈ। ਡਿਵੈਲਪਮੈਂਟ ਫੰਡ ਦਾ ਜਿਹੜਾ ਹੈੱਡਕੁਆਟਰ ਉਹ ਭੂਟਾਨ ਦੇ ਵਿੱਚ ਹੈ ਸਾਰਕ ਦਾ, ਤੇ ਸਾਰਕ ਦਾ ਆਰਬਿਟਰੇਸ਼ਨ ਕੌਂਸਲ ਪਾਕਿਸਤਾਨ ਦੇ ਵਿੱਚ ਹੈ ਜੀ, ਇਹ ਧਿਆਨ ਰੱਖ ਲੈਣਾ ਜੀ। ਠੀਕ ਹੈ ਜੀ। ਹਾਂਜੀ, ਪਹਿਲਾ ਜਿਹੜਾ ਸੈਕਟਰੀ ਜਨਰਲ ਬਣਿਆ ਸੀਗਾ ਉਹ ਅਬਦੁਲ ਹਸਨ ਬਣਿਆ ਸੀਗਾ ਬੰਗਲਾਦੇਸ਼ ਦਾ। ਠੀਕ ਹੈ, ਅਬਦੁਲ ਅਹਿਸਾਨ ਬਣਿਆ ਸੀਗਾ, ਅਬਦੁਲ ਅਹਿਸਾਨ। ਤੇ ਸੈਕਟਰੀ ਜਨਰਲ ਵਰਤਮਾਨ ਸਮੇਂ ਦੇ ਵਿੱਚ ਉਹ ਸ਼੍ਰੀਲੰਕਾ ਦਾ ਜੀ, ਵੀਰਾਕੁਨ। ਠੀਕ ਹੈ ਜੀ। ਤੇ 1 ਮਾਰਚ 2022 ਤੋਂ ਉਹਨੇ ਆਪਦਾ ਆਫਿਸ ਚਾਰਜ ਸੰਭਾਲਿਆ ਤੇ 3 ਸਾਲ ਦਾ ਉਹਦਾ ਸਮਾਂ ਕਾਰਜਕਾਲ ਆਪਾਂ ਵੱਢ ਕੇ ਗਏ ਹਾਂ ਉਹ ਹੋਏਗਾ ਜੀ। ਹਾਂਜੀ, ਲਾਸਟ ਮੈਂਬਰ ਜਿਹੜਾ ਜੁਆਇਨ ਕੀਤਾ ਸੀਗਾ ਉਹ ਅਫਗਾਨਿਸਤਾਨ ਸੀ, ਅਪ੍ਰੈਲ 2007 ਦੇ ਵਿੱਚ ਸ਼ਾਮਲ ਹੋਇਆ ਸੀ। ਤੇ ਜਿਹੜੀ ਸਾਰਕ ਦੀ ਪਿੱਛੇ ਜਿਹੜੀ ਹੋ ਕੇ ਹਟੀ ਆ ਉਹ ਵਿਰਚੁਅਲ ਹੋ ਕੇ ਹਟੀ ਸੀਗੀ ਜੀ, ਉਹ ਭਾਰਤ ਨੇ ਕੀਤੀ ਸੀਗੀ ਆਨਲਾਈਨ, ਜਦੋਂ ਕੋਵਿਡ ਸੀਗਾ ਉਦੋਂ ਕੀਤੀ ਸੀਗੀ। ਠੀਕ ਹੈ ਜੀ। ਪਰ ਜਿਹੜੀ 19ਵੀਂ ਆ ਉਹ ਪਾਕਿਸਤਾਨ 'ਚ ਹੋਣੀ ਸੀ, ਉਹ ਕੈਂਸਲ ਹੋ ਗਈ ਸੀ। ਠੀਕ ਹੈ ਜੀ। ਹਾਂਜੀ, ਸਾਰਕ ਦੇ ਇਤਿਹਾਸਿਕ ਪਿਛੋਕੜ ਦੀ ਗੱਲ ਕਰਦੇ ਹਾਂ। ਜਿਹੜੇ ਦੱਖਣੀ ਏਸ਼ੀਆਈ ਖੇਤਰ ਦੇ ਵਿੱਚ ਸਹਿਯੋਗ ਤੇ ਵਿਚਾਰ ਕਰਨ ਲਈ ਪਹਿਲੀ ਵਾਰ 1980 ਦੇ ਵਿੱਚ ਕਹਿੰਦੇ ਵਿਚਾਰ ਚਰਚਾ ਹੋਈ। ਸਹਿਯੋਗ, ਖੇਤਰੀ ਸਹਿਯੋਗ ਯਾਦ ਰੱਖ ਲੈਣਾ, ਕਿਹਦੇ ਲਈ? ਖੇਤਰੀ ਸਹਿਯੋਗ। ਠੀਕ ਹੈ ਜੀ। ਜਿਹਨੂੰ ਆਪਾਂ ਰੀਜਨਲ ਕੋਆਪਰੇਸ਼ਨ ਕਹਾਂਗੇ। ਉਸ ਸਮੇਂ 7 ਦੇਸ਼ਾਂ ਦੇ ਜਿਹੜੇ ਵਿਦੇਸ਼ ਸਕੱਤਰ ਸੀਗੇ, ਠੀਕ ਹੈ ਜੀ, ਉਹ ਕੋਲੰਬੋ ਦੇ ਵਿੱਚ 1981 ਦੇ ਵਿੱਚ ਉਹਨਾਂ ਦੀ ਮੁਲਾਕਾਤ ਹੋਈ, ਕੋਲੰਬੋ ਸ਼੍ਰੀਲੰਕਾ ਦੇ ਵਿੱਚ। ਖੇਤਰੀ ਸਹਿਯੋਗ ਦੇ ਲਈ 5 ਪ੍ਰਮੁੱਖ ਖੇਤਰਾਂ ਦੀ ਪਹਿਚਾਣ ਕੀਤੀ ਗਈ ਵੀ 5 ਫੀਲਡ ਚੁਣ ਲਏ ਜਿਹਦੇ ਵਿੱਚ ਇਹ ਦੇਸ਼ ਆ ਜਿਹੜੇ ਸੱਤੇ ਇੱਕ ਦੂਜੇ ਦਾ ਸਹਿਯੋਗ ਕਰਨਗੇ। ਠੀਕ ਹੈ, ਬਾਅਦ ਵਿੱਚ ਹੋਰ ਵੀ ਸਮੇਂ ਦੇ ਨਾਲ ਖੇਤਰ ਜੁੜੇ ਗਏ। ਹਾਂਜੀ, ਖੇਤਰੀ ਸਹਿਯੋਗ ਦੇ ਲਈ ਯਾਦ ਰੱਖ ਲਿਓ, ਖੇਤਰੀ ਸਹਿਯੋਗ ਦੇ ਲਈ ਰੀਜਨਲ ਕੋਆਪਰੇਸ਼ਨ ਦੇ ਲਈ ਸਾਰਕ ਦਾ ਜਿਹੜੀ ਗਠਨ ਕੀਤਾ ਗਿਆ ਸੀਗਾ। ਠੀਕ ਹੈ ਜੀ। ਜਿਹੜਾ ਗਠਨ ਕੀਤਾ ਗਿਆ ਸੀ ਆਪਾਂ ਪੜ੍ਹ ਕੇ ਗਏ ਹਾਂ, ਦਸੰਬਰ 8 1985 'ਚ ਕੀਤਾ ਗਿਆ ਸੀਗਾ। ਠੀਕ ਹੈ ਜੀ। ਤੇ ਰਸਮੀ ਤੌਰ ਤੇ ਇਹਦੇ ਚਾਰਟਰ ਨੂੰ ਵੀ ਅਪਣਾ ਲਿਆ ਗਿਆ ਸੀ। ਚਾਰਟਰ ਹੁੰਦਾ ਸੰਵਿਧਾਨ, ਜਦੋਂ ਵੀ ਕੋਈ ਆਰਗੇਨਾਈਜੇਸ਼ਨ ਬਣਦੀ ਹੈ ਉਹਦਾ ਚਾਰਟਰ ਪਹਿਲਾਂ ਹੀ ਬਣ ਜਾਂਦਾ, ਸੰਵਿਧਾਨ ਪਹਿਲਾਂ ਹੀ ਬਣ ਜਾਂਦਾ। ਠੀਕ ਹੈ ਜੀ। ਆ ਜਿਹੜੀਆਂ ਅਪ੍ਰੈਲ 1981 'ਚ ਮੁਲਾਕਾਤਾਂ ਹੋ ਰਹੀਆਂ ਸੀਗੀਆਂ ਇਹ ਅਸਲ ਦੇ ਵਿੱਚ ਚਾਰਟਰ ਹੀ ਬਣ ਰਿਹਾ ਸੀਗਾ। ਉਸ ਸਮੇਂ 7 ਦੇਸ਼ ਸ਼ਾਮਲ ਹੋਏ ਸੀਗੇ, ਬੰਗਲਾਦੇਸ਼, ਮਾਲਦੀਵ, ਭੂਟਾਨ, ਨੇਪਾਲ, ਸ਼੍ਰੀਲੰਕਾ, ਪਾਕਿਸਤਾਨ। ਠੀਕ ਹੈ ਜੀ। ਇਹਨਾਂ ਦੇ ਮੁਖੀਆਂ ਦੁਆਰਾ ਇਸ ਚਾਰਟਰ ਨੂੰ ਅਪਣਾ ਲਿਆ ਗਿਆ ਸੀ। ਹਾਂਜੀ, ਸਾਰਕ ਦੇ 7 ਦੇਸ਼ਾਂ ਦੇ ਵਿਦੇਸ਼ ਸਕੱਤਰ ਕਿੱਥੇ ਇਕੱਠੇ ਹੋਏ ਸੀਗੇ? ਇਹ ਸ਼੍ਰੀਲੰਕਾ ਦੇ ਕੋਲੰਬੋ ਦੇ ਵਿੱਚ 1981 ਦੇ ਵਿੱਚ ਇਕੱਠੇ ਹੋਏ ਸੀਗੇ। ਸਾਰਕ ਦੇ ਦੇਸ਼ਾਂ ਦੇ ਵਿਚਕਾਰ ਸਹਿਯੋਗ ਦਾ ਖੇਤਰ ਵੀ ਕਿਹੜੇ ਖੇਤਰਾਂ ਦੇ ਵਿੱਚ ਸਹਿਯੋਗ ਕਰਨਾ ਸੀ ਇਹਨਾਂ ਨੇ? ਖੇਤੀਬਾੜੀ ਤੇ ਪੇਂਡੂ ਵਿਕਾਸ ਦੇ ਵਿੱਚ, ਮਨੁੱਖੀ ਹਿਊਮਨ ਰਿਸੋਰਸ ਡਿਵੈਲਪਮੈਂਟ ਤੇ ਸੈਰ ਸਪਾਟਾ ਦੇ ਵਿੱਚ, ਆਰਥਿਕ ਵਪਾਰ, ਇਹਦੇ ਸ਼ਬਦ ਇੱਧਰ ਜੁੜਿਆ ਹੋਇਆ, ਆਰਥਿਕ ਵਪਾਰ ਤੇ ਵਿੱਤ ਦੇ ਵਿੱਚ, ਫਾਈਨੈਂਸ ਦੇ ਵਿੱਚ, ਸਮਾਜਿਕ ਮਾਮਲਿਆਂ ਦੇ ਵਿੱਚ, ਵਾਤਾਵਰਨ, ਕੁਦਰਤੀ ਆਫਤਾਂ ਤੇ ਬਾਇਓਟੈਕਨੋਲੋਜੀ ਦੇ ਵਿੱਚ, ਸਿੱਖਿਆ, ਸੁਰੱਖਿਆ ਤੇ ਸੱਭਿਆਚਾਰ ਤੇ ਹੋਰ ਖੇਤਰ ਵਿੱਚ, ਸੂਚਨਾ ਤੇ ਗਰੀਬੀ ਖਤਮ ਕਰਨ ਦੇ ਵਿੱਚ, ਊਰਜਾ, ਆਵਾਜਾਈ, ਵਿਗਿਆਨ ਤੇ ਟੈਕਨੋਲੋਜੀ ਦੇ ਵਿੱਚ। ਇਹਨਾਂ ਸਾਰੇ ਖੇਤਰਾਂ ਦੇ ਵਿੱਚ ਇਹਨਾਂ ਨੇ ਆਪਸੀ ਸਹਿਯੋਗ ਕਰਨਾ ਸੀ। ਇਹ ਲਿਖਿਆਂ ਵਿੱਚੋਂ ਸਾਰਕ ਦੇਸ਼ਾਂ ਵਿਚਕਾਰ ਸਹਿਯੋਗ ਦੇ ਖੇਤਰ ਦੇ ਤੌਰ ਤੇ ਪਹਿਚਾਣ ਨਹੀਂ ਕੀਤੀ ਗਈ। ਖੇਤੀਬਾੜੀ ਤੇ ਪੇਂਡੂ ਵਿਕਾਸ ਇਹਦੀ ਪਹਿਚਾਣ ਹੋਈ ਸੀਗੀ। ਮਨੁੱਖੀ ਹਿਊਮਨ ਰਿਸੋਰਸ ਡਿਵੈਲਪਮੈਂਟ ਤੇ ਸੈਰ ਸਪਾਟਾ ਦੀ ਵੀ ਹੋਈ ਸੀ। ਪਰਮਾਣੂ ਸ਼ਕਤੀ ਨੂੰ ਪ੍ਰਮੋਟ ਕਰਨਾ ਇਹਦੀ ਨਹੀਂ ਹੋਈ ਸੀ ਜੀ। ਠੀਕ ਹੈ ਜੀ। ਉਹਨਾਂ ਨੇ ਪੁੱਛੇ ਪਹਿਚਾਣ ਨਹੀਂ ਹੋਈ ਸੀ, ਇਹਦੀ ਪਹਿਚਾਣ ਨਹੀਂ ਕੀਤੀ ਗਈ ਸੀ। ਵਾਤਾਵਰਨ, ਕੁਦਰਤੀ ਆਫਤਾਂ ਤੇ ਬਾਇਓਟੈਕਨੋਲੋਜੀ ਨੂੰ ਵੀ ਇਹਨਾਂ ਨੇ ਪ੍ਰਮੋਟ ਕਰਨਾ ਸੀ, ਆਪਸੀ ਸਹਿਯੋਗ ਦੇਣਾ ਸੀਗਾ। ਹਾਂਜੀ, ਸਾਰਕ ਦਾ ਉਦੇਸ਼, ਹਾਂਜੀ, ਦੱਖਣੀ ਏਸ਼ੀਆ ਦੇ ਲੋਕਾਂ ਦੀ ਭਲਾਈ ਨੂੰ ਉਤਸ਼ਾਹਿਤ ਕਰਨਾ, ਉਹਨਾਂ ਦੀ ਜੀਵਨ ਆਫ ਕੁਆਲਿਟੀ ਦੇ ਵਿੱਚ ਸੁਧਾਰ ਕਰਨਾ, ਸਾਰੇ ਵਿਅਕਤੀਆਂ ਨੂੰ ਇੱਜ਼ਤ ਨਾਲ ਰਹਿਣ ਤੇ ਪੂਰੀ ਸਮਰੱਥਾ ਦੇ ਵਿੱਚ ਉਹਨਾਂ ਨੂੰ ਮੌਕੇ ਪ੍ਰਦਾਨ ਕਰਨੇ, ਆਰਥਿਕ ਵਿਕਾਸ, ਸਮਾਜਿਕ ਤਰੱਕੀ, ਸੱਭਿਆਚਾਰ ਵਿਕਾਸ ਨੂੰ ਤੇਜ਼ ਕਰਨਾ। ਹਾਂਜੀ, ਦੱਖਣੀ ਏਸ਼ੀਆਈ ਦੇ ਦੇਸ਼ਾਂ ਦੇ ਵਿੱਚ ਸਮੂਹਿਕ ਸਵੈ ਨਿਰਭਰਤਾ ਨੂੰ ਉਤਸ਼ਾਹਿਤ ਕਰਨਾ ਤੇ ਮਜ਼ਬੂਤ ਕਰਨਾ, ਆਪਸੀ ਵਿਸ਼ਵਾਸ, ਸਮਝ ਤੇ ਇੱਕ ਦੂਜੇ ਦੀਆਂ ਸਮੱਸਿਆਵਾਂ ਦੀ ਕਦਰ ਕਰਨ ਵਿੱਚ ਯੋਗਦਾਨ ਪਾਉਣਾ, ਆਰਥਿਕ, ਸਮਾਜਿਕ, ਸੱਭਿਆਚਾਰ, ਤਕਨੀਕੀ, ਵਿਗਿਆਨੀ ਖੇਤਰਾਂ ਦੇ ਵਿੱਚ ਸਰਗਰਮ ਸਹਿਯੋਗ ਤੇ ਆਪਸੀ ਸਹਾਇਤਾ ਨੂੰ ਉਤਸ਼ਾਹਿਤ ਕਰਨਾ, ਵਿਕਾਸਸ਼ੀਲ ਦੇਸ਼ਾਂ ਦੇ ਨਾਲ ਸਹਿਯੋਗ ਨੂੰ ਮਜ਼ਬੂਤ ਕਰਨਾ, ਅੰਤਰਰਾਸ਼ਟਰੀ ਜਿਹੜੇ ਮਾਮਲੇ ਜਿਹੜੇ ਉਹਦੇ ਵਿੱਚ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨਾ, ਸਮਾਨ ਉਦੇਸ਼ਾਂ ਦੇ ਲਈ ਅੰਤਰਰਾਸ਼ਟਰੀ ਤੇ ਖੇਤਰੀ ਸੰਸਥਾਵਾਂ ਨਾਲ ਸਹਿਯੋਗ ਕਰਨਾ। ਇਹ ਸਾਰੇ ਸਾਰਕ ਦੇ ਉਦੇਸ਼ ਸੀ, ਕਰੀ ਇਹਨਾਂ ਨੂੰ ਪੜ੍ਹ ਲੈਣਾ ਜੀ। ਕੋਵਿਡ ਦੌਰਾਨ ਕਿਸ ਦੇਸ਼ ਦੀ ਸਾਰਕ ਗਠਨ ਦੀ ਵਿਰਚੁਅਲ ਮੀਟਿੰਗ ਕੀਤੀ ਗਈ? ਕੋਵਿਡ ਦੌਰਾਨ ਸਾਰਕ ਦੀ ਜਿਹੜੀ ਵਿਰਚੁਅਲ ਮੀਟਿੰਗ ਹੈ ਉਹ ਭਾਰਤ ਦੇਸ਼ ਨੇ ਕੀਤੀ ਸੀਗੀ। ਠੀਕ ਹੈ ਜੀ, ਧਿਆਨ ਰੱਖ ਲੈਣਾ ਜੀ। ਹਾਂਜੀ, ਅਗਲਾ ਜਿਹੜਾ ਟੌਪਿਕ ਹੈ ਉਹ ਹੈ ਜੀ ਆਪਣੇ ਕੋਲ ਪੰਚਸ਼ੀਲ ਐਗਰੀਮੈਂਟ। ਠੀਕ ਹੈ ਜੀ। ਹਾਂਜੀ, ਪੰਚਸ਼ੀਲ, ਠੀਕ ਹੈ, 5 ਸਿਧਾਂਤ ਜਿਹਨੂੰ ਕਹਾਂਗੇ ਸ਼ਾਂਤੀਪੂਰਨ ਦੇ 5 ਸਿਧਾਂਤ। ਪੰਚਸ਼ੀਲ ਸ਼ਬਦ 2 ਸ਼ਬਦਾਂ ਤੋਂ ਮਿਲਿਆ, 5 + ਸ਼ੀਲ, ਜਿਸ ਦਾ ਅਰਥ ਹੈ 5 ਸਿਧਾਂਤ ਜਾਂ 5 ਵਿਚਾਰ। ਪਹਿਲੀ ਵਾਰ ਰਸਮੀ ਤੌਰ ਤੇ 28 ਅਪ੍ਰੈਲ 1954 ਨੂੰ ਭਾਰਤ ਅਤੇ ਚੀਨ ਦੇ ਤਿੱਬਤ ਖੇਤਰ ਵਿਚਕਾਰ ਦਸਤਖਤ ਕੀਤੇ ਗਏ। ਹਾਂਜੀ, ਕਈ ਵਾਰ ਇਹ ਸਵਾਲ ਪੁੱਛਿਆ ਜਾਂਦਾ ਵੀ ਇਹ ਜਿਹੜਾ ਸਮਝੌਤਾ ਕਿਸ ਲਈ ਹੋਇਆ ਸੀ? ਤਿੱਬਤ ਖੇਤਰ ਲਈ ਹੋਇਆ ਸੀਗਾ। ਉਹਦੇ ਤੇ ਰੌਲਾ ਚੱਲ ਰਿਹਾ ਸੀਗਾ, ਹਾਲੇ ਵੀ ਚੱਲਦਾ ਪਿਆ। ਡੁਕਲਾਮ ਤੁਸੀਂ 2013 ਦੇ ਵਿੱਚ ਇੱਕ ਸੁਣਿਆ ਹੋਵੇਗਾ ਜਿਹੜਾ ਹੋਇਆ ਸੀ, ਡੁਕਲਾਮ ਟ੍ਰੈਜਡੀ ਹੋਈ ਸੀ ਇੱਕ। ਤੇ ਭਾਰਤ ਤੇ ਚੀਨ ਹੈ ਜਿਹੜਾ ਉਹਦੇ ਵਿੱਚ ਵਿਵਾਦ ਦਾ ਖੇਤਰ ਸੀ ਤਿੱਬਤ, ਤੇ ਆਪਾਂ ਅਪ੍ਰੈਲ 1954 ਨੂੰ ਮੰਨ ਲਿਆ ਵੀ ਤਿੱਬਤ ਜਿਹੜਾ ਉਹ ਚਾਈਨਾ ਦਾ ਹੀ ਭਾਗ ਹੈ ਇੱਕ। ਠੀਕ ਹੈ ਜੀ। ਹਾਂਜੀ, ਇਹ ਸਮਝੌਤਾ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੇ ਚੀਨ ਦੇ ਪ੍ਰਧਾਨ ਮੰਤਰੀ ਚਾਓ ਇਨ ਲਾਈ ਦੇ ਵਿਚਕਾਰ ਹੋਇਆ ਸੀਗਾ। ਠੀਕ ਹੈ, ਵੈਰੀ ਇੰਪੋਰਟੈਂਟ ਹੈ ਇਹ। ਹਾਂਜੀ, ਕਦੇ ਪੰਚਸ਼ੀਲ ਸਮਝੌਤਾ ਚੀਨ ਦੇ ਖੇਤਰ ਤਿੱਬਤ ਤੇ ਭਾਰਤ ਦਰਮਿਆਨ ਆਪਸੀ ਸੰਬੰਧਾਂ ਦੇ ਵਪਾਰ ਬਾਰੇ ਹੋਇਆ ਸੀ। ਠੀਕ ਹੈ ਜੀ। ਤਿੱਬਤ ਸੀਗਾ ਤੇ ਇਧਰਲੇ ਪਾਸੇ ਭਾਰਤ ਸੀਗਾ, ਚੀਨ ਦਾ ਹੀ ਖੇਤਰ ਹੈ ਤਿੱਬਤ। ਅਪ੍ਰੈਲ 1954 ਦੇ ਵਿੱਚ ਭਾਰਤ ਤਿੱਬਤ ਨੂੰ ਚੀਨ ਦਾ ਹਿੱਸਾ ਮੰਨਦੇ ਹੋਏ
ਠੀਕ ਹੈ ਜੀ। ਤਿੱਬਤ ਨੂੰ ਚੀਨ ਦਾ ਹਿੱਸਾ ਮੰਨ ਲਿਆ ਸੀ ਅਪ੍ਰੈਲ 1954 ਦੇ ਵਿੱਚ ਤੇ ਪੰਚਸ਼ੀਲ ਸਮਝੌਤੇ ਤੇ ਸਾਈਨ ਕਰਤੇ ਸੀਗੇ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ। ਇਸ ਸਮਝੌਤੇ ਦੇ ਨਾਲ ਭਾਰਤੀ ਚੀਨ ਦਰਮਿਆਨ ਕਾਫੀ ਹੱਦ ਤੱਕ ਜਿਹੜੇ ਤਣਾਅ ਸੀ ਘੱਟ ਹੋ ਗਏ, ਠੀਕ ਹੈ ਜੀ, ਜਿਹਦੇ ਕਰਕੇ ਵਪਾਰ ਵੀ ਵਧਿਆ ਤੇ ਜਿਹੜੇ ਦੋਹਾਂ ਦੇਸ਼ਾਂ ਦੇ ਵਿੱਚ ਆਪਸੀ ਵਿਸ਼ਵਾਸ ਨੂੰ ਵੀ ਮਜ਼ਬੂਤੀ ਮਿਲੀ। ਹਾਂਜੀ, ਹੁਣ ਇਹ 5 ਜਿਹੜੇ ਨੁਕਤੇ ਆ ਜਿਹੜੇ ਕਿਹੜੇ ਸੀਗੇ, ਠੀਕ ਹੈ ਜੀ। ਅੰਗਰੇਜ਼ੀ ਦੇ ਵਿੱਚ ਧਿਆਨ ਰੱਖ ਲਓਗੇ ਤਾਂ ਸਭ ਤੋਂ ਬੈਸਟ ਹੈ। ਪੰਜਾਬੀ ਦੇ ਵਿੱਚ ਜਦੋਂ, ਕਿਉਂਕਿ ਜਿਹੜੀ ਏਜੰਸੀ ਨੇ ਪੇਪਰ ਸੈੱਟ ਕਰਨਾ ਮੇਰੇ ਖਿਆਲ ਦੇ ਇਸ ਵਾਰ ਦਿੱਲੀ ਦੀ ਏਜੰਸੀ ਹੈ। ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਸੈੱਟ ਕਰਦੀ ਰਹੀ ਹੈ ਪੇਪਰ, ਤੇ ਬੜੀ ਈਜ਼ੀ ਆਸਾਨ ਜਿਹੇ ਪੇਪਰ ਹੈ ਉਹ ਪਾਉਂਦੀ ਰਹੀ ਹੈ, ਪਰ ਇਸ ਬਾਰੇ ਜਦੋਂ ਸੁਣਨ 'ਚ ਆ ਰਿਹਾ ਵੀ ਦਿੱਲੀ ਦੀ ਏਜੰਸੀ ਹੈ ਉਸ ਤੋਂ ਪੇਪਰ ਸੈੱਟ ਕਰਾਇਆ ਜਾ ਰਿਹਾ। ਹਾਂਜੀ, ਤੇ ਉਹ ਜਦੋਂ ਦਿੱਲੀ ਦੀ ਏਜੰਸੀ ਸੈੱਟ ਕਰੇਗੀ ਤਾਂ ਉਹ ਟਰਾਂਸਲੇਟਰ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਵੱਲੋਂ, ਤੇ ਜਿਹੜੇ ਪੰਜਾਬੀ ਦੇ ਸ਼ਬਦ ਕੁਝ ਹੋਰ ਬਣ ਜਾਂਦੇ ਆ। ਹਾਂਜੀ, ਪੀਸਫੁਲ ਕੋ ਐਗਜ਼ਿਸਟੈਂਸ, ਠੀਕ ਹੈ ਜੀ। ਸਭ ਤੋਂ ਪਹਿਲਾ ਨੁਕਤਾ ਸੀਗਾ ਪੰਚਸ਼ੀਲ ਸਮਝੌਤੇ ਦਾ, ਉਹ ਸੀ ਪੀਸਫੁਲ ਕੋ ਐਗਜ਼ਿਸਟੈਂਸ, ਸ਼ਾਂਤਮਈ ਸਹਿ ਹੋਂਦ, ਵੀ ਦੋਨੋਂ ਦੇਸ਼ ਸ਼ਾਂਤੀਪੂਰਵਕ ਉਹਨਾਂ ਦੀ ਹੋਂਦ ਬਣੀ ਰਹੇਗੀ। ਮਿਊਚੁਅਲ ਰਿਸਪੈਕਟ ਫॉर ਈਚ ਅਦਰ, ਟੈਰੀਟਰੀ ਇੰਟੀਗ੍ਰਿਟੀ ਐਂਡ ਸੋਵਰਨਟੀ, ਜਿਹੜੇ ਦੋਨੋਂ ਦੇਸ਼ ਇੱਕ ਦੂਜੇ ਦੀ ਜਿਹੜੀ ਖੇਤਰੀ ਅਖੰਡਤਾ ਤੇ ਪ੍ਰਭੂਸੱਤਾ ਉਹਦਾ ਕੀ ਕਰਨਗੇ, ਰਿਸਪੈਕਟ ਕਰਨਗੇ, ਸਨਮਾਨ ਕਰਨਗੇ। ਮਿਊਚੁਅਲ ਨੌਨ ਇੰਟਰਫੇਰੈਂਸ, ਦੋਨੋਂ ਦੇਸ਼ ਇੱਕ ਦੂਜੇ ਦੇ ਵਿੱਚ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਨਗੇ। ਮਿਊਚੁਅਲ ਨੌਨ ਐਗਰੈਸ਼ਨ, ਦੋਨੋਂ ਦੇਸ਼ ਇੱਕ ਦੂਜੇ 'ਤੇ ਹਮਲਾ ਨਹੀਂ ਕਰਨਗੇ। ਇਕੁਅਲਿਟੀ ਐਂਡ ਮਿਊਚੁਅਲ ਬੈਨੀਫਿਟ, ਸਮਾਨਤਾ, ਇੱਕ ਦੂਜੇ ਨੂੰ ਸਮਾਨ ਭਾਵ ਦੇਣਗੇ ਤੇ ਆਪਸੀ ਲਾਭ ਹੈ ਦੋਨੋਂ ਦੇਸ਼ ਮਿਲ ਕੇ ਲੈਣਗੇ, ਠੀਕ ਹੈ ਜੀ। ਇਹ 5 ਸੀਗੇ, ਇਹਨੂੰ ਧਿਆਨ ਨਾਲ ਪੜ੍ਹ ਲੈਣਾ ਹੈ, ਵੈਰੀ ਇੰਪੋਰਟੈਂਟ ਹੈ ਜੀ। ਹਾਂਜੀ, ਪ੍ਰਧਾਨ ਮੰਤਰੀ ਨਹਿਰੂ ਅਤੇ ਡੈਸ਼ ਵਿਚਕਾਰ ਪੰਚਸ਼ੀਲ ਸਮਝੌਤੇ ਤੇ ਹਸਤਾਖਰ ਹੋਏ ਸੀ, ਉਹ ਸੀਗਾ ਚੀਨ ਦੇ ਪ੍ਰਧਾਨ ਮੰਤਰੀ ਚਾਓ ਇਨ ਲਾਈ, ਠੀਕ ਹੈ ਜੀ, ਚਾਓ ਇਨ ਲਾਈ। ਹਾਂਜੀ, ਪੰਚਸ਼ੀਲ ਭਾਰਤ ਅਤੇ ਚੀਨ ਦੇ ਦੁਆਰਾ ਕਦੋਂ ਘੋਸ਼ਿਤ ਕੀਤਾ ਗਿਆ ਸੀ? ਸਮਝੌਤਾ ਹੋਇਆ ਸੀ 1954 ਦੇ ਵਿੱਚ, ਹੋਇਆ ਸੀ 28 ਅਪ੍ਰੈਲ ਨੂੰ ਹੋਇਆ ਸੀ, 28/4/1954 ਨੂੰ ਹੋਇਆ ਸੀ, ਠੀਕ ਹੈ ਜੀ। ਕਿਹੜੇ ਭਾਰਤੀ ਪ੍ਰਧਾਨ ਮੰਤਰੀ ਨੇ ਚੀਨ ਨਾਲ ਪੰਚਸ਼ੀਲ ਤੇ ਦਸਤਖਤ ਕੀਤੇ ਸੀ? ਜਵਾਹਰ ਲਾਲ ਨਹਿਰੂ ਸੀਗਾ ਜੀ, ਠੀਕ ਹੈ ਜੀ। ਪੰਚਸ਼ੀਲ ਟ੍ਰੀਟੀ ਹੈਡ ਹਾਊ ਮੈਨੀ ਪੁਆਇੰਟਸ, ਕਿੰਨੇ ਪੁਆਇੰਟ ਸੀ, ਕਿੰਨੇ ਨੁਕਤੇ ਸੀ? ਇਹਦੇ 5 ਨੁਕਤੇ ਸੀ ਜੀ, ਤਾਂ ਇਹ ਪੰਚਸ਼ੀਲ ਕਿਹਾ ਜਾਂਦਾ ਜੀ। ਕਿੰਨੇ ਸਾਲ ਬਾਅਦ ਪੰਚਸ਼ੀਲ ਸਮਝੌਤਾ ਟੁੱਟ ਗਿਆ ਸੀ? 8 ਸਾਲਾਂ ਬਾਅਦ ਟੁੱਟ ਗਿਆ ਸੀ, 1954 ਦੇ ਵਿੱਚ ਹੋਇਆ ਸੀ। 8 ਜੋੜ ਦਿਓ 1962, 1962 ਦੇ ਵਿੱਚ ਕੀ ਕਰਤਾ? ਹਮਲਾ ਕਰਤਾ, ਚੀਨ ਨੇ ਭਾਰਤ 'ਤੇ ਕੀ ਕਰਤਾ? ਹਮਲਾ ਕਰਤਾ। ਜਦਕਿ ਸਮਝੌਤੇ 'ਤੇ ਲਿਖਿਆ ਹੋਇਆ ਸੀ ਇੱਕ ਦੂਜੇ 'ਤੇ ਹਮਲਾ ਨਹੀਂ ਕਰਨਗੇ, ਠੀਕ ਹੈ ਜੀ, ਲਿਖਿਆ ਹੋਇਆ ਸੀਗਾ ਮਿਊਚੁਅਲ ਨੌਨ ਐਗਰੈਸ਼ਨ ਲਿਖਿਆ ਹੋਇਆ ਸੀ, ਇੱਕ ਦੂਜੇ 'ਤੇ ਹਮਲਾ ਨਹੀਂ ਕਰਨਗੇ। ਪੰਚਸ਼ੀਲ ਸਮਝੌਤਾ ਮੂਲ ਰੂਪ ਦੇ ਵਿੱਚ ਕਿਹੜੇ ਖੇਤਰਾਂ ਦੇ ਵਿੱਚ ਸੀਗਾ? ਹਾਂਜੀ, ਇਹ ਧਿਆਨ ਰੱਖ ਲੈਣਾ ਹੈ। ਉਧਰਲੇ ਪਾਸੇ ਤਿੱਬਤ ਸੀ, ਇੱਧਰਲੇ ਪਾਸੇ ਅਰੁਣਾਚਲ ਪ੍ਰਦੇਸ਼ ਸੀਗਾ, ਠੀਕ ਹੈ ਜੀ। ਆਹ ਤਿੱਬਤ ਲਾ ਲਓ, ਅਰੁਣਾਚਲ ਪ੍ਰਦੇਸ਼, ਫਿਰ ਤਿੱਬਤ ਦਾ ਦੱਖਣੀ ਹਿੱਸਾ ਸੀਗਾ ਤੇ ਅਰੁਣਾਚਲ ਪ੍ਰਦੇਸ਼ ਦਾ ਉੱਤਰੀ ਹਿੱਸਾ ਸੀਗਾ, ਇਹ ਧਿਆਨ ਰੱਖ ਲਿਓ। ਅਰੁਣਾਚਲ ਪ੍ਰਦੇਸ਼ ਦਾ ਉੱਤਰੀ ਹਿੱਸਾ ਤੇ ਤਿੱਬਤ ਦਾ ਦੱਖਣੀ ਹਿੱਸਾ ਸੀ, ਠੀਕ ਹੈ ਜੀ। ਹਾਂਜੀ, ਵੈਰੀ ਇੰਪੋਰਟੈਂਟ ਟੌਪਿਕ ਆਪਣਾ ਆ ਗਿਆ ਜੀ, UNO, ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ। ਹਾਂਜੀ, ਜਿਹੜੇ ਕੁਝ ਇੰਪੋਰਟੈਂਟ ਫੈਕਟ ਧਿਆਨ 'ਚ ਰੱਖਣੇ ਆ। ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਸੰਸਾਰ ਦੇ ਵਿੱਚ ਅਸ਼ਾਂਤੀ ਦਾ ਮਾਹੌਲ ਖਤਮ ਕਰਨ ਦੇ ਲਈ ਇੱਕ ਵਿਸ਼ਵ ਸ਼ਾਂਤੀ ਸੰਸਥਾ ਦੀ ਸਥਾਪਨਾ ਕਰਨ ਦੇ ਲਈ ਇੱਕ ਸੰਗਠਨ ਬਣਾਇਆ ਗਿਆ, ਜਿਹਨੂੰ ਆਪਾਂ UNO ਕਹਿੰਦੇ ਆ, ਸੰਯੁਕਤ ਰਾਸ਼ਟਰ ਸੰਗਠਨ ਕਿਹਾ ਜਾਂਦਾ। ਹਾਂਜੀ, UNO ਦੀ ਜਿਹੜੀ ਸਥਾਪਨਾ ਹੈ 24 ਅਕਤੂਬਰ 1945 ਨੂੰ ਹੋਈ ਸੀ। 26 ਜੂਨ 1945 ਨੂੰ 50 ਦੇਸ਼ਾਂ ਨੇ ਇਹਦੇ ਚਾਰਟਰ ਤੇ ਸਾਈਨ ਕਰਤੇ। ਚਾਰਟਰ ਹੁੰਦਾ ਸੰਵਿਧਾਨ, ਮੈਂ ਪਹਿਲਾਂ ਹੀ ਦੱਸ ਚੁੱਕਿਆ ਤੁਹਾਨੂੰ, ਜਦੋਂ ਵੀ ਕੋਈ ਸੰਗਠਨ ਬਣਦਾ ਉਹਦਾ ਚਾਰਟਰ ਸੰਵਿਧਾਨ ਪਹਿਲਾਂ ਹੀ ਤਿਆਰ ਹੋ ਜਾਂਦਾ। ਅੰਗਰੇਜ਼ਾਂ ਨੇ ਵੀ ਭਾਰਤ ਨੂੰ ਆਜ਼ਾਦ ਕਰਨ ਤੋਂ ਪਹਿਲਾਂ ਕਹਿਤਾ ਸੀ ਆਪਦਾ ਚਾਰਟਰ ਸੰਵਿਧਾਨ ਤਿਆਰ ਕਰ ਲਓ ਜੀ, ਠੀਕ ਹੈ ਜੀ। ਹਾਂਜੀ, ਤੇ 26 ਜੂਨ 1945 ਨੂੰ ਜਦੋਂ ਇਹਦਾ ਚਾਰਟਰ ਤਿਆਰ ਹੋਇਆ ਉਹਦੇ ਤੇ 50 ਦੇਸ਼ਾਂ ਨੇ ਹਸਤਾਖਰ ਕੀਤੇ। ਵੈਰੀ ਇੰਪੋਰਟੈਂਟ ਫੈਕਟ ਹੈ, ਧਿਆਨ ਰੱਖ ਲੈਣਾ ਜੀ। ਤੇ ਜਿਹੜੇ ਇਹਦੇ ਸੰਸਥਾਪਕ ਦੇਸ਼ ਆ ਉਹ 51 ਜੀ, ਠੀਕ ਹੈ ਜੀ, ਕਿਉਂਕਿ ਪੋਲੈਂਡ ਨੇ 15 ਅਕਤੂਬਰ 1945 ਨੂੰ ਦਸਤਖਤ ਕੀਤੇ ਸੀ। ਸਥਾਪਨਾ ਹੋਈ ਸੀ 24 ਅਕਤੂਬਰ 1945 ਨੂੰ UNO ਦੀ। ਉਸ ਤੋਂ 9 ਦਿਨ ਪਹਿਲਾਂ ਪੋਲੈਂਡ ਆਇਆ, ਉਹ ਵੀ ਮੰਨ ਗਿਆ ਵੀ ਮੈਂ ਵੀ ਇਸ UNO ਦਾ ਭਾਗ ਬਣਨਾ ਹੈ, ਤਾਂ ਉਹਨੇ ਵੀ ਚਾਰਟਰ ਤੇ ਸਾਈਨ ਕਰਤੇ। ਪਰ ਇਹਨੂੰ ਵੀ ਮੁੱਢਲੇ ਮੈਂਬਰਾਂ ਦੇ ਵਿੱਚ ਲਾਵਾਂਗੇ, ਠੀਕ ਹੈ ਜੀ। ਪਰ ਜੇ ਤਰੀਕ ਦੇ ਦਿਨ 26 ਜੂਨ 1945 ਨੂੰ ਕਿੰਨੇ ਦੇਸ਼ਾਂ ਨੇ ਇਸ ਚਾਰਟਰ ਤੇ ਸਾਈਨ ਕੀਤੇ, ਫਿਰ 50 ਤੇ ਟਿਕ ਲੱਗ ਆਉਣੀ ਹੈ ਜੀ। ਹਾਂਜੀ, ਜਿਹੜਾ ਸੰਯੁਕਤ ਰਾਸ਼ਟਰ ਜਿਹੜਾ ਇਸ ਦਾ ਨਾਮ ਰੱਖਿਆ ਗਿਆ ਸੀਗਾ, ਉਹਦਾ ਸੁਝਾਅ ਦਿੱਤਾ ਸੀ ਅਮਰੀਕੀ ਰਾਸ਼ਟਰਪਤੀ ਫਰੈਂਕਲਿਨ ਡੀ ਰੂਜ਼ਵੈਲਟ। ਬਹੁਤ ਇੰਪੋਰਟੈਂਟ ਹੈ ਜੀ ਇਹ ਫੈਕਟ, ਫਰੈਂਕਲਿਨ ਡੀ ਰੂਜ਼ਵੈਲਟ ਦੁਆਰਾ ਇਹ UNO ਦਾ ਨਾਮ ਸੁਝਾਇਆ ਗਿਆ ਸੀ। ਇਹਦਾ ਹੈੱਡਕੁਆਟਰ ਹੈ ਜੀ UNO ਦਾ ਨਿਊਯਾਰਕ ਅਮਰੀਕਾ ਦੇ ਵਿੱਚ ਹੈ, ਤੇ ਅੱਜ ਦੇ ਸਮੇਂ ਮੌਜੂਦਾ ਗਿਣਤੀ 193 ਹੈ ਜੀ। ਤੇ ਅੱਜ ਦੇ ਸਮੇਂ ਜਿਹੜੇ ਇਹਦਾ ਸਕੱਤਰ ਜਨਰਲ ਹੈ ਜੀ ਅੰਟੋਨੀਓ ਗੁਟੇਰਸ, ਪੁਰਤਗਾਲ ਨਾਲ ਸੰਬੰਧਿਤ ਹੈ। ਵੈਰੀ ਇੰਪੋਰਟੈਂਟ ਫੈਕਟ ਹੈ ਜੀ, ਧਿਆਨ 'ਚ ਰੱਖ ਲੈਣਾ ਜੀ। ਤੇ ਗਿਣਤੀ ਵੀ ਧਿਆਨ 'ਚ ਰੱਖ ਲੈਣੀ ਹੈ ਇਹਦੀ, 193 ਹੈ ਜੀ। ਹਾਂਜੀ, 2011 ਦੇ ਵਿੱਚ 193ਵਾਂ ਜਿਹੜਾ ਦੇਸ਼ ਬਣਿਆ ਸੀ 193, ਉਸ ਦੱਖਣੀ ਸੁਡਾਨ ਬਣਿਆ ਸੀਗਾ। ਵੈਰੀ ਇੰਪੋਰਟੈਂਟ ਫੈਕਟ ਹੈ ਜੀ। ਸੰਯੁਕਤ ਰਾਸ਼ਟਰ ਦੇ ਵਿੱਚ 6 ਸਰਕਾਰੀ ਭਾਸ਼ਾਵਾਂ ਹੈ, ਇਹਨੂੰ ਧਿਆਨ 'ਚ ਰੱਖ ਲੈਣਾ ਜੀ। ਕਿਹੜੀਆਂ? ਪਹਿਲਾਂ ਅਰਬੀ ਹੈ ਜੀ, ਚੀਨੀ ਹੈ, ਅੰਗਰੇਜ਼ੀ ਹੈ, ਫ੍ਰੈਂਚ ਹੈ, ਰੂਸੀ ਹੈ, ਸਪੈਨਿਸ਼ ਹੈ। ਪਰ ਜਿਹੜਾ ਕੰਮਕਾਰ ਉਹ 2 ਭਾਸ਼ਾਵਾਂ ਵਿੱਚ ਹੁੰਦਾ, ਅੰਗਰੇਜ਼ੀ ਤੇ ਫ੍ਰੈਂਚ ਦੇ ਵਿੱਚ, ਠੀਕ ਹੈ ਜੀ। ਧਿਆਨ ਰੱਖ ਲਓ, ਕਰੀ ਫਿਰ ਧਿਆਨ ਰੱਖ ਲਓ, ਅਰਬੀ, ਚੀਨੀ, ਅੰਗਰੇਜ਼ੀ, ਫ੍ਰੈਂਚ, ਰੂਸੀ ਤੇ ਸਪੈਨਿਸ਼, ਇਹ 6 ਭਾਸ਼ਾਵਾਂ ਦੇ ਕੰਮ ਹੁੰਦਾ ਜੀ 2 ਭਾਸ਼ਾਵਾਂ 'ਚ, ਅੰਗਰੇਜ਼ੀ ਤੇ ਫ੍ਰੈਂਚ ਦੇ ਵਿੱਚ। UNO ਦਾ ਜਿਹੜਾ ਝੰਡਾ ਉਹ ਹਲਕੇ ਨੀਲਾ ਰੰਗ ਹੈ ਜੀ ਉਹਦਾ, ਤੇ ਇਹਦੇ 'ਚ ਰਾਸ਼ਟਰ ਸੰਘ ਦਾ ਜਿਹੜਾ ਪ੍ਰਤੀਕ ਚਿੱਟੇ ਰੰਗ ਦਾ ਬਣਿਆ ਹੋਇਆ, ਠੀਕ ਹੈ ਜੀ। 2 ਜੈਤੂਨ ਦੀਆਂ ਕਰਵੀਆਂ ਸ਼ਾਖਾਵਾਂ ਹਨ, ਠੀਕ ਹੈ ਜੀ, ਯਾਨੀ ਕਿ ਇੱਕ ਕਹਿ ਲਓ ਵੀ ਸਿੱਧੀਆਂ ਰੇਖਾਵਾਂ ਨਹੀਂ, ਕਰਵ ਬਣੇ ਹੋਏ ਆ, ਠੀਕ ਹੈ ਜੀ, ਜੋ ਉੱਪਰੋਂ ਖੁੱਲੀਆਂ ਹਨ। ਇਹਨਾਂ ਦੇ ਵਿਚਕਾਰ ਸੰਸਾਰ ਦਾ ਨਕਸ਼ਾ ਬਣਿਆ ਹੋਇਆ, ਤੇ ਇਸ ਝੰਡੇ ਨੂੰ 20 ਅਕਤੂਬਰ 1947 ਨੂੰ ਅਪਣਾਇਆ ਗਿਆ ਸੀ, ਠੀਕ ਹੈ ਜੀ। 24 ਅਕਤੂਬਰ 1945 ਨੂੰ ਜਿਹੜਾ ਹੈ ਇਹ UNO ਦਾ ਗਠਨ ਹੁੰਦਾ ਹੈ, ਠੀਕ ਹੈ ਜੀ। ਤੇ 20 ਅਕਤੂਬਰ 1947 ਨੂੰ ਇਹਦਾ ਝੰਡਾ ਜਿਹੜਾ ਉਹ ਸਵੀਕਾਰ ਕਰ ਲਿਆ ਜਾਂਦਾ ਹੈ। ਹਾਂਜੀ, UNO ਦਾ ਪਹਿਲਾ ਜਿਹੜਾ ਇਜਲਾਸ ਸੈਸ਼ਨ ਹੈ ਉਹ ਲੰਡਨ ਦੇ ਵਿੱਚ ਹੁੰਦਾ, ਇੰਗਲੈਂਡ ਦੇ ਵਿੱਚ ਹੁੰਦਾ ਹੈ, ਵੈਸਟਮਿੰਸਟਰ ਬਿਲਡਿੰਗ ਦੇ ਵਿੱਚ ਹੁੰਦਾ। ਵੈਰੀ ਇੰਪੋਰਟੈਂਟ, ਸਾਰੇ ਅਮਰੀਕਾ ਦੇ ਟਿਕ ਲਾਏ ਹੁੰਦੇ ਆ ਵੀ ਪਹਿਲਾ ਸੈਸ਼ਨ ਅਮਰੀਕਾ 'ਚ ਹੀ ਹੋਊਗਾ, ਕਿਉਂਕਿ ਇਹਦਾ ਹੈੱਡਕੁਆਟਰ ਨਿਊਯਾਰਕ ਦੇ ਵਿੱਚ ਹੈ, ਠੀਕ ਹੈ ਜੀ। ਇਹਦਾ ਜਿਹੜਾ ਗਠਨ ਹੈ ਉਹ ਵੀ ਉੱਥੇ ਨਿਊਯਾਰਕ ਦੇ ਵਿੱਚ ਹੋਇਆ।
ਨਹੀਂ, ਭਾਰਤ ਦਾ ਪਹਿਲਾ ਇਜਲਾਸ ਹੈ ਜਿਹੜਾ ਉਹ ਲੰਡਨ ਦੇ ਵਿੱਚ ਵੈਸਟਮਿੰਸਟਰ ਬਿਲਡਿੰਗ ਦੇ ਵਿੱਚ ਹੋਇਆ ਤੇ ਅਟਲ ਬਿਹਾਰੀ ਵਾਜਪਾਈ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਜਿਨ੍ਹਾਂ ਨੇ ਯੂਐਨਓ ਅਸੈਂਬਲੀ ਨੂੰ ਹਿੰਦੀ ਦੇ ਵਿੱਚ ਸੰਬੋਧਿਤ ਕੀਤਾ। ਠੀਕ ਹੈ, ਇਹ ਬਹੁਤ ਇੰਪੋਰਟੈਂਟ ਫੈਕਟ ਹੈ, ਧਿਆਨ 'ਚ ਰੱਖ ਲੈਣਾ। ਹਾਂਜੀ, ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਦੀ ਆਫੀਸ਼ੀਅਲ ਲੈਂਗੁਏਜ ਆਫ ਦੀ ਯੂਐਨਓ। ਯੂਐਨਓ ਦੀ ਜਿਹੜੀ ਹੈ ਸਰਕਾਰੀ ਭਾਸ਼ਾ ਨਹੀਂ ਹੈ। 6 ਮਿਲੀਆਂ ਹੋਈਆਂ ਸਰਕਾਰੀ ਭਾਸ਼ਾਵਾਂ ਨੂੰ ਮਾਨਤਾ। ਹਾਂਜੀ, ਫ੍ਰੈਂਚ ਵੀ ਹੈਗੀ, ਸਪੈਨਿਸ਼ ਵੀ ਹੈਗੀ, ਅਰਬਿਕ ਵੀ ਹੈਗੀ ਹੈ, ਚੀਨੀ ਹੈਗੀ ਹੈ, ਅੰਗਰੇਜ਼ੀ ਹੈਗੀ ਹੈ, ਇਟਾਲੀਅਨ ਹੈ ਨਹੀਂ ਜੀ ਇਹ। ਠੀਕ ਹੈ, ਤੇ ਅਰਬੀ ਹੈਗੀ ਹੈ, ਇਹ ਧਿਆਨ ਰੱਖ ਲੈਣਾ, ਇਟਾਲੀਅਨ ਹੈ ਨਹੀਂ ਇਹਦੇ ਵਿੱਚ। ਹਾਂਜੀ, ਹਾਊ ਮੈਨੀ ਮੈਂਬਰਸ ਕੰਟਰੀਜ਼ ਡਿਡ ਦੀ ਯੂਐਨਓ ਹੈਵ ਔਨ ਇਟਸ ਫਾਰਮੇਸ਼ਨ ਇਨ 1945। 1945 ਦੇ ਵਿੱਚ ਯੂਐਨਓ ਦਾ ਜਦੋਂ ਗਠਨ ਹੋਇਆ ਤਾਂ ਕਿੰਨੇ ਮੈਂਬਰ ਸੀਗੇ? ਠੀਕ ਹੈ ਜੀ, 51 ਮੈਂਬਰ ਸੀ। 50 ਪਲੱਸ 1, ਜਿਹੜਾ ਇੱਕ ਸੀਗਾ ਉਹ ਕਿਹੜਾ ਦੇਸ਼ ਸੀਗਾ? ਉਹ ਪੁਰਤਗਾਲ ਸੀਗਾ ਜੀ। ਹਾਂਜੀ, ਵੈਨ ਵਾਜ਼ ਦੀ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਫਾਊਂਡਡ। ਕਦੋਂ ਇਹਦੀ ਸਥਾਪਨਾ ਹੋਈ ਸੀ ਜੀ? 24 ਅਕਤੂਬਰ 1945 ਨੂੰ ਹੋਈ ਸੀ ਇਹਦੀ ਸਥਾਪਨਾ। ਵੈਰੀ ਵੈਰੀ ਇੰਪੋਰਟੈਂਟ ਫੈਕਟ ਹੈ, ਧਿਆਨ 'ਚ ਰੱਖ ਲੈਣਾ ਜੀ। ਉਹ ਕੁਆਂਟੀ ਟਰਮ ਯੂਨਾਈਟਿਡ ਨੇਸ਼ਨ ਸ਼ਬਦ ਹੈ, ਕਿਹਨੇ ਘੜਿਆ ਸੀ? ਇਹ ਰਾਸ਼ਟਰਪਤੀ ਅਮਰੀਕਾ ਦੇ ਫਰੈਂਕਲਿਨ ਡੀ ਰੂਜ਼ਵੈਲਟ ਨੇ ਘੜਿਆ ਸੀਗਾ ਜੀ। ਇਹਦਾ ਆਪਸ਼ਨ ਆ ਜਾਏਗਾ ਜੀ ਏ। ਫਸਟ ਸੈਕਟਰੀ ਜਨਰਲ ਆਫ ਯੂਨਾਈਟਿਡ ਨੇਸ਼ਨ ਦਾ ਪਹਿਲਾ ਸੈਕਟਰੀ ਕਿਹੜਾ ਸੀਗਾ ਜੀ? ਉਹ ਸੀ ਟ੍ਰਿਗਲੀ। ਠੀਕ ਹੈ ਜੀ, ਧਿਆਨ ਰੱਖ ਲੈਣਾ, ਵੈਰੀ ਇੰਪੋਰਟੈਂਟ ਫੈਕਟ ਹੈ ਜੀ। ਅੱਜ ਦੇ ਸਮੇਂ ਕੌਣ? ਅੰਟੋਨੀਓ ਗੁਟੇਰਸ ਹੈ ਜੀ, ਪੁਰਤਗਾਲ ਦਾ ਜੀ ਇਹ। ਠੀਕ ਹੈ ਜੀ। ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਅ ਮੇਨ ਆਰਗਨ ਆਫ ਯੂਨਾਈਟਿਡ ਨੇਸ਼ਨ। ਇਹਨਾਂ ਵਿੱਚੋਂ ਯੂਨਾਈਟਿਡ ਨੇਸ਼ਨ ਦਾ ਮੇਨ ਆਰਗਨ ਕਿਹੜਾ ਨਹੀਂ ਹੈ? ਹਾਂਜੀ, 6 ਆਰਗਨ ਹੈ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵੀ ਹੈਗਾ, ਇਕਨੋਮਿਕ ਐਂਡ ਸੋਸ਼ਲ ਕਾਉਂਸਲ ਵੀ ਹੈਗਾ, ਸੈਕਟਰੀਏਟ ਵੀ ਹੈਗਾ, IMF ਹੈ ਨਹੀਂਗਾ। ਹਾਂਜੀ, ਮੈਂ ਇੱਕ ਸ਼ਾਇਦ ਗਲਤ ਤੁਹਾਨੂੰ ਬੋਲ ਗਿਆ, ਪੋਲੈਂਡ ਸੀਗਾ 51ਵਾਂ ਦੇਸ਼, ਪੁਰਤਗਾਲ ਨਹੀਂ ਸੀਗਾ। 51ਵਾਂ ਦੇਸ਼ ਜਿਹੜਾ ਪੋਲੈਂਡ ਸੀਗਾ, ਜਿਹੜਾ ਕਿ ਜਿਹਨੇ 15 ਅਕਤੂਬਰ 1945 ਨੂੰ ਇਹਦਾ ਯੂਐਨਓ ਦਾ ਹਿੱਸਾ ਬਣਨ ਦੇ ਲਈ ਚਾਰਟਰ ਤੇ ਸਾਈਨ ਕੀਤੇ ਸੀ। ਇਹਦੇ ਵਿੱਚ ਈਅਰ ਵਾਜ਼ ਦੀ ਯੂਐਨਓ ਅਵਾਰਡਡ ਦੀ ਨੋਬਲ ਪੀਸ ਪ੍ਰਾਈਜ਼। ਯੂਐਨਓ ਨੂੰ ਨੋਬਲ ਪੀਸ ਪ੍ਰਾਈਜ਼ ਕਦੋਂ ਮਿਲਿਆ ਸੀਗਾ ਜੀ? 2001 ਚ ਮਿਲਿਆ ਸੀਗਾ ਜੀ। ਹਾਊ ਮੈਨੀ ਨੇਸ਼ਨ ਸਾਈਨਡ ਔਨ ਦੀ ਡੈਕਲੇਰੇਸ਼ਨ ਆਫ ਯੂਐਨਓ। ਯੂਐਨਓ ਦੇ ਉੱਪਰ ਕਿੰਨੇ ਦੇਸ਼ਾਂ ਨੇ ਸਾਈਨ ਕੀਤੇ ਸੀ? ਹਾਂਜੀ, 50 ਪਲੱਸ 1 ਹੈ, ਇੱਥੇ 51 ਦੀ ਆਪਸ਼ਨ ਹੈ, ਇਹਦੀ 50 ਆਏਗਾ ਜੀ। ਹਾਊ ਮੈਨੀ ਚੈਪਟਰਸ ਆਰ ਇਨ ਯੂਐਨਓ ਚਾਰਟਰ। ਯੂਐਨਓ ਦੇ ਸੰਵਿਧਾਨ ਦੇ ਵਿੱਚ ਕਿੰਨੇ ਚੈਪਟਰ ਹੈ ਜੀ? 19 ਚੈਪਟਰ ਯਾਦ ਰੱਖ ਲੈਣਾ ਹੈ, ਤੇ 111 ਆਰਟੀਕਲ ਹੈ, ਵੀ ਧਿਆਨ ਰੱਖਣਾ ਜੀ। ਠੀਕ ਹੈ ਜੀ। ਦੀ ਓਨਲੀ ਕੇਸ ਆਫ ਵਿਦਡਰੋਲ ਆਫ ਦੀ ਮੈਂਬਰਸ਼ਿਪ ਫਰੋਮ ਯੂਐਨਓ। ਇੱਕ ਦੇਸ਼ ਸੀ ਜਿਹਨੇ ਕਿ ਪਹਿਲਾਂ ਯੂਐਨਓ ਦਾ ਮੈਂਬਰ ਬਣ ਗਿਆ, ਬਾਅਦ ਵਿੱਚ ਉਹ ਵਿਦਡਰੋਲ ਹੋ ਗਿਆ, ਉਹ ਇਸ ਚੋਂ ਨਿਕਲ ਗਿਆ। ਉਹ ਕਿਹੜਾ ਸੀ? ਇੰਡੋਨੇਸ਼ੀਆ ਸੀ, ਯਾਦ ਰੱਖ ਲੈਣਾ ਜੀ। ਹਾਊ ਮੈਨੀ ਆਫੀਸ਼ੀਅਲ ਲੈਂਗੁਏਜ ਡਜ਼ ਦੀ ਯੂਨਾਈਟਿਡ ਨੇਸ਼ਨ ਹੈਵ। ਕਿੰਨੀਆਂ ਭਾਸ਼ਾਵਾਂ ਜੀ ਯੂਐਨਓ ਦੀਆਂ? 6 ਭਾਸ਼ਾਵਾਂ ਜੀ। ਠੀਕ ਹੈ ਜੀ, ਧਿਆਨ 'ਚ ਪੜ੍ਹ ਲੈਣਾ ਇਹਨੂੰ ਚੰਗੀ ਤਰ੍ਹਾਂ। ਹਾਊ ਮੈਨੀ ਆਰਟੀਕਲਸ ਆਰ ਇਨ ਯੂਐਨਓ ਚਾਰਟਰ। ਯੂਐਨਓ ਸੰਵਿਧਾਨ ਵਿੱਚ ਕਿੰਨੇ ਹੈ ਜੀ? 111 ਜਿਹੜੇ ਆਰਟੀਕਲ ਹੈ ਜੀ। ਹਾਊ ਮੈਨੀ ਕੰਟਰੀਜ਼ ਆਰ ਦੀ ਮੈਂਬਰ ਆਫ ਯੂਐਨਓ। ਠੀਕ ਹੈ, ਕਿੰਨੇ ਹੈ ਜੀ? 193 ਦੇਸ਼ ਹੈ ਜੀ। ਆਖਰੀ ਕਿਹੜਾ ਬਣਿਆ ਸੀਗਾ? ਸਾਊਥ ਸੁਡਾਨ ਬਣਿਆ ਸੀਗਾ ਜੀ। ਹੂ ਵਾਜ਼ ਦੀ ਫਸਟ ਸਪੀਕਰ ਇਨ ਹਿੰਦੀ ਐਟ ਯੂਐਨਓ। ਯੂਐਨਓ ਦੇ ਵਿੱਚ ਹਿੰਦੀ ਦੇ ਵਿੱਚ ਪਹਿਲਾ ਵਕਤਾ ਕੌਣ ਸੀ? ਇਹ ਅਟਲ ਬਿਹਾਰੀ ਵਾਜਪਾਈ ਨੇ ਭਾਸ਼ਣ ਦਿੱਤਾ ਸੀ ਯੂਐਨਓ ਦੇ ਵਿੱਚ ਹਿੰਦੀ ਵਿੱਚ ਹੀ। ਹਾਂਜੀ, ਕੁਝ ਇੰਪੋਰਟੈਂਟ ਫੈਕਟਰ ਧਿਆਨ 'ਚ ਰੱਖਣੇ ਆ। ਯੂਐਨਓ ਜਿਹੜਾ ਉਹਦੇ 6 ਅੰਗ ਦੇ ਵਿੱਚ ਵੰਡਿਆ ਹੋਇਆ। ਪਹਿਲਾ ਅੰਗ ਹੈ ਜਿਹੜੀ ਜਨਰਲ ਅਸੈਂਬਲੀ, ਇਹਦੇ ਬਾਰੇ ਪੜਾਂਗੇ ਆਪਾਂ। ਕਹਿੰਦੇ ਇਹ ਯੂਐਨਓ ਦਾ ਇੱਕ ਅਜਿਹਾ ਇਕਲੌਤਾ ਅੰਗ ਹੈ ਜਿਹਦੇ ਵਿੱਚ ਸੰਘ ਦੇ ਸਾਰੇ ਮੈਂਬਰ ਦੇਸ਼ਾਂ ਦੀ ਮੈਂਬਰਸ਼ਿਪ ਹੈ। 193 ਮੈਂਬਰ ਹੈ ਤੇ ਹਰੇਕ ਦੇਸ਼ ਦੇ ਜਿਹੜੇ ਨੂੰ ਮੈਂਬਰਸ਼ਿਪ ਮਿਲੀ ਹੋਈ ਹੈ ਇਹਦੇ ਵਿੱਚ, ਤੇ ਬਰਾਬਰ ਵੋਟਿੰਗ ਦਾ ਅਧਿਕਾਰ ਦਿੱਤਾ ਗਿਆ ਇਹਦੇ ਵਿੱਚ ਸਾਰੇ ਮੈਂਬਰਾਂ ਨੂੰ। ਇਹਨੂੰ ਛੋਟੀ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ। ਸਾਲ ਦੇ ਵਿੱਚ ਘੱਟੋ ਘੱਟ ਇੱਕ ਵਾਰ ਇਹਦਾ ਸੈਸ਼ਨ ਬੁਲਾਇਆ ਜਾਂਦਾ ਹੈ। ਠੀਕ ਹੈ, ਸਤੰਬਰ ਦੇ ਵਿੱਚ ਬੁਲਾਇਆ ਜਾਂਦਾ ਤੇ ਨਿਊਯਾਰਕ ਦੇ ਵਿੱਚ ਹੀ ਹੁੰਦਾ ਜਨਰਲ ਅਸੈਂਬਲੀ ਦਾ। ਠੀਕ ਹੈ ਜੀ, ਜਨਰਲ ਅਸੈਂਬਲੀ ਦਾ ਜਿਹੜਾ ਸਾਲ 'ਚ ਇੱਕ ਵਾਰ ਸੈਸ਼ਨ ਬੁਲਾਇਆ ਜਾਂਦਾ ਹੈ, ਉਹ ਸਤੰਬਰ ਮਹੀਨੇ 'ਚ ਬੁਲਾਇਆ ਜਾਂਦਾ ਹੈ। ਇਹ ਸਤੰਬਰ ਦਾ ਮੈਨੂੰ ਲੱਗਦਾ ਤੀਸਰਾ ਮੰਗਲਵਾਰ ਹੁੰਦਾ ਜੀ, ਇਹ ਵੀ ਯਾਦ ਰੱਖ ਲਿਓ, ਤੀਸਰਾ ਮੰਗਲਵਾਰ ਜਿਹੜਾ। ਠੀਕ ਹੈ ਜੀ, ਉਸ ਨੂੰ ਜਿਹੜਾ ਹੈ ਜਨਰਲ ਅਸੈਂਬਲੀ ਦਾ ਜਿਹੜਾ ਬੁਲਾਇਆ ਜਾਂਦਾ ਹੈ ਸੈਸ਼ਨ ਨਿਊਯਾਰਕ ਦੇ ਵਿੱਚ। ਇਹਦਾ ਜਿਹੜਾ ਪ੍ਰੈਜ਼ੀਡੈਂਟ ਹੈ ਜਨਰਲ ਅਸੈਂਬਲੀ ਦਾ, ਉਹਦਾ ਕਾਰਜਕਾਲ 1 ਸਾਲ ਹੁੰਦਾ ਜੀ। ਤੇ ਜਨਰਲ ਅਸੈਂਬਲੀ ਦੇ ਜਿਹੜੇ ਪ੍ਰਧਾਨ ਹੈ, ਜਿਹਨੂੰ ਆਪਾਂ ਪ੍ਰੈਜ਼ੀਡੈਂਟ ਕਹਾਂਗੇ, ਉਹ ਵਿਜੇ ਲక్ష్ਮੀ ਪੰਡਿਤ ਬਣੇ ਆ ਜੀ ਆਪਣੇ ਦੇਸ਼ ਦੇ ਵਿੱਚੋਂ। ਠੀਕ ਹੈ ਜੀ, ਇਹ ਧਿਆਨ ਰੱਖ ਲੈਣੇ, ਸਾਰੇ ਫੈਕਟ ਇੰਪੋਰਟੈਂਟ ਹੈ ਜੀ। ਹਾਂਜੀ, ਜਨਰਲ ਅਸੈਂਬਲੀ ਆਫ ਯੂਨਾਈਟਿਡ ਨੇਸ਼ਨ ਮੀਟਸ ਇਨ ਰੈਗੂਲਰ ਸੈਸ਼ਨ। ਹਾਂਜੀ, ਇਹਦੀ ਸਾਲ 'ਚ ਇੱਕ ਵਾਰ ਮੀਟਿੰਗ ਹੁੰਦੀ ਹੈ, ਵਨਸ ਅ ਈਅਰ। ਇਹਦਾ ਜਨਰਲ ਅਸੈਂਬਲੀ ਦਾ ਜਿਹੜਾ ਸੈਸ਼ਨ ਹੈ ਸਾਲ 'ਚ ਇੱਕ ਵਾਰ ਹੁੰਦਾ ਹੈ, ਧਿਆਨ 'ਚ ਰੱਖ ਲੈਣਾ। ਹਾਂਜੀ, ਜਨਰਲ ਅਸੈਂਬਲੀ ਪ੍ਰੈਜ਼ੀਡੈਂਟ ਸਰਵਸ ਦੀ ਆਫਿਸ। ਠੀਕ ਹੈ, ਕਿੰਨੇ ਸਾਲ? ਇਹ 1 ਸਾਲ ਦੇ ਲਈ ਚੁਣਿਆ ਜਾਂਦਾ ਹੈ, ਤੇ ਵਿਜੇ ਲక్ష్ਮੀ ਪੰਡਿਤ ਆਪਣੇ ਦੇਸ਼ ਦੀ ਪਹਿਲੀ ਜਿਹੜੀ ਹੈਗੀ ਹੈ ਇਸ ਦੀ ਪ੍ਰੈਜ਼ੀਡੈਂਟ ਬਣੀ ਸੀਗੀ, ਇਹ ਵੀ ਧਿਆਨ ਰੱਖਣਾ ਹੈ। ਜਨਰਲ ਅਸੈਂਬਲੀਜ਼ ਰੈਗੂਲਰ ਸੈਸ਼ਨ ਬਿਗਿਨਸ ਈਚ ਈਅਰ। ਠੀਕ ਹੈ ਜੀ, ਕਦੋਂ ਸ਼ੁਰੂ ਹੁੰਦਾ ਜੀ? ਇਹ ਸਤੰਬਰ ਮਹੀਨੇ 'ਚ ਸ਼ੁਰੂ ਹੁੰਦਾ ਤੇ ਤੀਜੇ ਮੰਗਲਵਾਰ ਨੂੰ ਚੱਲਦਾ ਜੀ ਇਹਦਾ ਸੈਸ਼ਨ। ਠੀਕ ਹੈ ਜੀ, ਸਾਲ 'ਚ ਇੱਕ ਸੈਸ਼ਨ ਹੁੰਦਾ ਹੈ। ਇਹਦੇ ਪ੍ਰੈਜ਼ੀਡੈਂਟ ਦਾ ਕਾਰਜਕਾਲ ਵੀ 1 ਸਾਲ ਹੁੰਦਾ ਜੀ। ਵਿਚ ਆਰਗਨ ਇਜ਼ ਕਾਲਡ ਦੀ ਟਾਊਨ ਮੀਟਿੰਗ ਆਫ ਦੀ ਵਰਲਡ। ਟਾਊਨ ਮੀਟਿੰਗ ਆਫ ਦੀ ਵਰਲਡ ਕਿਹਨੂੰ ਕਿਹਾ ਜਾਂਦਾ ਜੀ? ਜਨਰਲ ਅਸੈਂਬਲੀ ਨੂੰ ਹੀ ਕਿਹਾ ਜਾਂਦਾ ਜੀ। ਹਾਂਜੀ, ਅਗਲਾ ਜਿਹੜਾ ਹੈ ਜੀ ਆਰਗਨ, ਉਹ ਹੈ ਜੀ ਸਿਕਿਉਰਿਟੀ ਕੌਂਸਲ, ਸੁਰੱਖਿਆ ਪਰਿਸ਼ਦ। ਦੁਨੀਆ ਦਾ ਪੁਲਿਸਮੈਨ ਕਿਹਾ ਜਾਂਦਾ, ਬਹੁਤ ਇੰਪੋਰਟੈਂਟ ਫੈਕਟ ਹੈ ਜੀ ਇਹ। ਤੇ ਇਹਦੇ ਵਿੱਚ 15 ਮੈਂਬਰ ਦੇਸ਼ ਹੈ ਜੀ, 5 ਪੱਕੇ ਮੈਂਬਰ ਹੈ ਜੀ। ਇਹ ਕਿਹੜੇ? ਅਮਰੀਕਾ, ਬ੍ਰਿਟੇਨ, ਚੀਨ, ਫਰਾਂਸ ਤੇ ਰੂਸ। ਠੀਕ ਹੈ ਜੀ, ਯਾਦ ਰੱਖ ਲੈਣਾ ਹੈ। ਸਿਕਿਉਰਿਟੀ ਕੌਂਸਲ ਦੇ ਵਿੱਚ 5 ਪੱਕੇ ਮੈਂਬਰ ਹੈ, ਅਮਰੀਕਾ, ਬ੍ਰਿਟੇਨ, ਚੀਨ, ਫਰਾਂਸ ਤੇ ਰੂਸ। 10 ਜਿਹੜੇ ਉਹ ਟੈਂਪਰੇਰੀ ਮੈਂਬਰ ਹੁੰਦੇ ਇਹਦੇ ਵਿੱਚ, ਜਿਹੜੇ ਕਿ 2 ਸਾਲ ਦੇ ਲਈ ਚੁਣੇ ਜਾਂਦੇ ਆ ਇਹ ਦੇਸ਼। ਠੀਕ ਹੈ, ਜਿਹਦੇ ਵਿੱਚ 10 ਹੋਰ ਚੁਣ ਲੈਂਦੇ। ਟੋਟਲ ਮੈਂਬਰਾਂ ਦੀ ਗਿਣਤੀ ਹੋ ਜਾਂਦੀ ਹੈ 15, ਜਿਹਦੇ ਵਿੱਚੋਂ 5 ਸਥਾਈ ਤੇ 10 ਅਸਥਾਈ ਮੈਂਬਰ ਹੁੰਦੇ ਆ। ਜਿਹੜੇ ਅਸਥਾਈ ਮੈਂਬਰ ਆ ਉਹ 2 ਸਾਲ ਦੇ ਲਈ ਚੁਣੇ ਜਾਂਦੇ ਆ, ਤੇ ਇਹਨਾਂ ਦੀ ਜਿਹੜੀ ਨਿਯੁਕਤੀ ਹੈ ਉਹ ਜਨਰਲ ਅਸੈਂਬਲੀ ਦੁਆਰਾ ਕੀਤੀ ਜਾਂਦੀ ਹੈ, ਤੇ ਅਲਫਾਬੈਟੀਕਲ ਆਰਡਰ ਦੇ ਨਾਲ ਕੀਤੀ ਜਾਂਦੀ ਹੈ। ਕਹਿੰਦਾ ਮਤਲਬ ਵੀ ਜਿਹੜੇ ਏ ਤੇ ਜਿਨ੍ਹਾਂ ਦੇਸ਼ਾਂ ਦਾ ਨਾਂ ਆਏਗਾ ਉਹ ਪਹਿਲਾ ਮੈਂਬਰ ਬਣਨਗੇ ਤੇ ਸਿਕਿਉਰਿਟੀ ਕੌਂਸਲ ਦੇ, ਜਿਨ੍ਹਾਂ ਦਾ B C D ਆਏਗਾ ਉਵੇਂ ਚੱਲੇਗਾ ਜੀ ਅਲਫਾਬੈਟੀਕਲ ਆਰਡਰ ਦੇ ਵਿੱਚ। ਹਾਂਜੀ, ਜਿਹੜੇ ਸੁਰੱਖਿਆ ਪਰਿਸ਼ਦ ਦੇ ਮੈਂਬਰ ਹਰ ਸਥਾਈ ਮੈਂਬਰ ਹੈ, ਨਾਟ ਟੈਂਪਰੇਰੀ ਮੈਂਬਰ ਦੀ ਗੱਲ ਨਹੀਂ ਹੋ ਰਹੀ, ਤੇ ਪਰਮਾਨੈਂਟ ਮੈਂਬਰ ਦੀ ਗੱਲ। ਉਹਦੇ ਕੋਲ ਇੱਕ ਵਿਟੋ ਪਾਵਰ ਦਿੱਤੀ ਜਾਂਦੀ ਹੈ। ਜਦੋਂ ਵੀ ਕੋਈ ਮੁੱਦਾ ਮਹੱਤਵਪੂਰਨ ਇਹਨਾਂ ਕੋਲ ਆਉਂਦਾ ਹੈ, ਤੇ 5 ਦੇਸ਼ਾਂ ਵਿੱਚੋਂ ਜੇ ਕੋਈ ਦੇਸ਼ ਵਿਟੋ ਪਾਵਰ ਲੈ ਜਾਂਦਾ ਉਸ ਮੁੱਦੇ ਤੇ, ਤਾਂ ਉਹ ਮੁੱਦਾ ਰੱਦ ਹੋ ਜਾਂਦਾ, ਉਹ ਫੈਸਲਾ ਹੀ ਰੱਦ ਹੋ ਜਾਂਦਾ ਹੈ। ਠੀਕ ਹੈ ਜੀ, ਧਿਆਨ ਰੱਖ ਲੈਣਾ। ਵਿਟੋ ਪਾਵਰ ਦੀ ਸਭ ਤੋਂ ਜ਼ਿਆਦਾ ਵਰਤੋਂ ਰੂਸ ਨੇ ਕੀਤੀ ਹੈ, ਤੇ ਸਭ ਤੋਂ ਪਹਿਲੀ ਵਾਰ ਦੀ ਵਰਤੋਂ ਰੂਸ ਨੇ ਕੀਤੀ ਹੈ, ਇਹ ਵੀ ਇੰਪੋਰਟੈਂਟ ਫੈਕਟ ਹੈ, ਧਿਆਨ 'ਚ ਰੱਖ ਲੈਣਾ।
ਸੁਰੱਖਿਆ ਪ੍ਰੀਸ਼ਦ ਹੈ ਜਿਹੜੀ ਖੁਦ ਜਨਰਲ ਅਸੈਂਬਲੀ ਦੇ ਲਈ ਸਕੱਤਰ ਜਨਰਲ ਦੀ ਨਿਯੁਕਤੀ ਦੀ ਸਿਫਾਰਿਸ਼ ਹੈ ਜਿਹੜੀ ਉਹ ਕਰਦੀ ਹੈ। ਠੀਕ ਹੈ ਜੀ, ਜਨਰਲ ਅਸੈਂਬਲੀ ਦਾ ਜਿਹੜਾ ਸਕੱਤਰ ਜਨਰਲ ਹੈ ਉਹਦੀ ਸਿਫਾਰਿਸ਼ ਕੌਣ ਕਰਦੀ ਹੈ? ਸਿਕਿਉਰਿਟੀ ਕੌਂਸਲ ਕਰਦੀ ਹੈ। ਤੇ ਅੰਤਰਰਾਸ਼ਟਰੀ ਸ਼ਾਂਤੀ ਬਣਾਈ ਰੱਖਣ ਦੇ ਵਿੱਚ ਵੀ ਇਹ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਜੀ। ਇਹ ਸਾਰੇ ਇੰਪੋਰਟੈਂਟ ਫੈਕਟ ਹੈ, ਇਹ ਸਾਰਿਆਂ ਨੂੰ ਧਿਆਨ 'ਚ ਰੱਖ ਲੈਣਾ ਜੀ। ਹਾਂਜੀ, ਹਾਊ ਮੈਨੀ ਨਾਨ ਪਰਮਾਨੈਂਟ ਮੈਂਬਰ ਆਰ ਦੇਅਰ ਇਨ ਸਿਕਿਉਰਿਟੀ ਕੌਂਸਲ? ਟੋਟਲ 15 ਮੈਂਬਰ ਹੈ ਜੀ, ਜਿਸ 'ਚ 5 ਪਰਮਾਨੈਂਟ ਹੈ ਤੇ ਨਾਨ ਪਰਮਾਨੈਂਟ 10 ਹੈ ਜੀ। ਤੇ 2 ਸਾਲ ਦਾ ਕਾਰਜਕਾਲ ਹੁੰਦਾ ਜਿਨ੍ਹਾਂ ਦਾ। ਅਲਫਾਬੈਟਿਕਲ ਆਰਡਰ ਦੇ ਨਾਲ ਇਹਨੂੰ ਜਨਰਲ ਅਸੈਂਬਲੀ ਦੁਆਰਾ ਨਿਯੁਕਤ ਕੀਤਾ ਜਾਂਦਾ ਜੀ। ਨਾਨ ਪਰਮਾਨੈਂਟ ਮੈਂਬਰ ਆਫ ਦੀ ਸਿਕਿਉਰਿਟੀ ਕੌਂਸਲ ਆਰ ਇਲੈਕਟਡ ਫਾਰ ਅ ਪੀਰੀਅਡ ਆਫ 2 ਸਾਲਾਂ ਦੇ ਲਈ ਚੁਣੇ ਜਾਂਦੇ ਜੀ। ਠੀਕ ਹੈ ਜੀ। ਵਿਚ ਆਫ ਦੀ ਫੋਲੋਇੰਗ ਕੰਟਰੀ ਇਜ਼ ਨਾਟ ਅ ਪਰਮਾਨੈਂਟ ਮੈਂਬਰ ਆਫ ਸਿਕਿਉਰਿਟੀ ਕੌਂਸਲ? ਸਿਕਿਉਰਿਟੀ ਕੌਂਸਲ ਦਾ ਪਰਮਾਨੈਂਟ ਮੈਂਬਰ ਨਹੀਂ ਹੈ। USA ਵੀ ਹੈਗਾ ਜੀ, UK ਵੀ ਹੈਗਾ ਤੇ ਫਰਾਂਸ ਵੀ ਹੈਗਾ, ਸਪੇਨ ਹੈ ਨਹੀਂ ਜੀ। ਇਹਦਾ ਰਾਈਟ ਆਂਸਰ ਬਣੂਗਾ ਸਪੇਨ। ਹਾਊ ਮੈਨੀ ਨਾਨ ਪਰਮਾਨੈਂਟ ਮੈਂਬਰਸ ਆਰ ਦੇਅਰ ਇਨ ਦੀ ਸਿਕਿਉਰਿਟੀ ਕੌਂਸਲ? ਇਹ 10 ਹੁੰਦੇ ਆ ਜੀ ਨਾਨ ਪਰਮਾਨੈਂਟ ਮੈਂਬਰ ਸਿਕਿਉਰਿਟੀ ਕੌਂਸਲ 'ਚ। ਹੂ ਇਜ਼ ਰਿਸਪੌਂਸੀਬਲ ਟੂ ਇਨਫੋਰਸ ਦੀ ਡਿਸੀਜਨ ਆਫ ਇੰਟਰਨੈਸ਼ਨਲ ICJ ਦਾ ਮਤਲਬ ਹੁੰਦਾ ਹੈ ਇੰਟਰਨੈਸ਼ਨਲ ਕੋਰਟ ਆਫ ਜਸਟਿਸ। ਠੀਕ ਹੈ, ਅੰਤਰਰਾਸ਼ਟਰੀ ਅਦਾਲਤ ਕਹਾਂਗੇ ਇਹਨੂੰ ਆਪਾਂ, ਤੇ ਕੋਰਟ ਆਫ ਜਸਟਿਸ। ਇਹਦੇ ਜਿਹੜੇ ਫੈਸਲੇ ਹੁੰਦੇ ਆ ਇਹਨੂੰ ਇੰਪਲੀਮੈਂਟ ਲਾਗੂ ਕੌਣ ਕਰਵਾਉਂਦਾ ਜੀ? ਉਹ ਸਿਕਿਉਰਿਟੀ ਕੌਂਸਲ ਹੁੰਦਾ ਹੈ, ਕਿਉਂਕਿ ਇਹਨੂੰ ਪੁਲਿਸਮੈਨ ਕਿਹਾ ਜਾਂਦਾ। ਠੀਕ ਹੈ, ਤੇ ਜਿਹੜੇ ਵੀ ਜਜਮੈਂਟ ਹੁੰਦੀ ਹੈ ਉਹਨੂੰ ਪੁਲਿਸ ਹੀ ਲਾਗੂ ਕਰਾਉਂਦੀ ਹੈ। ਠੀਕ ਹੈ, ਸਿਕਿਉਰਿਟੀ ਕੌਂਸਲ। ਵਿਚ ਆਰਗਨ ਆਫ UNO ਡਿਸਾਈਡ ਟੂ ਇਕਨੋਮਿਕ ਬੈਨ ਅਗੇਨਸਟ ਗਿਲਟੀ ਨੇਸ਼ਨ? ਜਿਹੜੇ ਦੋਸ਼ੀ ਰਾਸ਼ਟਰ ਉਹਨਾਂ ਵਿਰੁੱਧ ਇਕਨੋਮਿਕ ਬੈਨ ਲਗਾਉਣ ਦਾ ਫੈਸਲਾ ਕੌਣ ਕਰਦਾ ਜੀ? ਠੀਕ ਹੈ ਜੀ, ਇਹ ਵੀ ਸਿਕਿਉਰਿਟੀ ਕੌਂਸਲ ਕਰਦੀ ਹੈ। ਕੋਈ ਮੰਨ ਲਓ ਦੇਸ਼ ਹੈ, ਉਹਨੇ ਕੋਈ ਪਰਮਾਣੂ ਦਾ ਹਮਲਾ ਕਰਤਾ, ਉਹ ਦੋਸ਼ੀ ਪਾਇਆ ਹੋ ਗਿਆ, ਕਿਉਂਕਿ UNO ਸ਼ਾਂਤੀ ਦੇ ਲਈ ਬਣਿਆ ਸੀਗਾ, ਤੇ ਉਹ ਤੇ ਸਿਕਿਉਰਿਟੀ ਕੌਂਸਲ ਕੀ ਕਰੇਗਾ? ਫਿਰ ਬੈਨ ਲਗਾ ਦੇਗਾ। ਇਫ ਆ ਪਰਮਾਨੈਂਟ ਮੈਂਬਰ ਡਜ਼ ਨਾਟ ਐਗਰੀ ਵਿਦ ਦੀ ਡਿਸੀਜਨ? ਜੇਕਰ ਕੋਈ ਪੱਕਾ ਮੈਂਬਰ ਫੈਸਲੇ ਨਾਲ ਸਹਿਮਤ ਨਹੀਂ ਹੁੰਦਾ, ਠੀਕ ਹੈ, ਕੈਨ ਐਕਸਰਸਾਈਜ਼ ਅ ਨੈਗੇਟਿਵ ਵੋਟ? ਨੈਗੇਟਿਵ ਵੋਟ ਪਾ ਸਕਦਾ ਹੈ। ਦਿਸ ਐਕਟ ਹੈਜ਼ ਬੀਨ ਨੋਨ ਐਜ਼? ਇਸ ਐਕਟ ਨੂੰ ਕੀ ਕਿਹਾ ਜਾਂਦਾ? ਇਹਨੂੰ ਵਿਟੋ ਪਾਵਰ ਕਿਹਾ ਜਾਂਦਾ ਜੀ। ਠੀਕ ਹੈ ਜੀ, ਕੀ ਕਹਿੰਦਾ? ਵਿਟੋ ਪਾਵਰ। ਫਸਟ ਟਾਈਮ ਵਿਟੋ ਪਾਵਰ ਯੂਜ਼ਡ ਬਾਈ? ਪਹਿਲੀ ਵਾਰ ਵਿਟੋ ਪਾਵਰ ਕਿਹਨੇ ਯੂਜ਼ ਕੀਤੀ ਸੀ? ਰਸ਼ੀਆ ਨੇ ਯੂਜ਼ ਕੀਤੀ ਸੀ। ਵਿਚ ਕੰਟਰੀ ਹੈਜ਼ ਯੂਜ਼ਡ ਦੀ ਵਿਟੋ ਪਾਵਰ ਦੀ ਮੈਕਸਿਮਮ ਟਾਈਮ? ਕਿਹੜੇ ਦੇਸ਼ ਨੇ ਸਭ ਤੋਂ ਵੱਧ ਵਾਰ ਵਿਟੋ ਪਾਵਰ ਵਰਤੀ ਹੈ? ਉਹ ਵੀ ਰਸ਼ੀਆ ਜੀ। ਹਾਂਜੀ, ਅਗਲਾ ਤੀਸਰਾ ਹੈ ਜੀ ਆਰਗਨ ਆਰਥਿਕ ਅਤੇ ਸਮਾਜਿਕ ਕੌਂਸਲ, ਇਕਨੋਮਿਕ ਐਂਡ ਸੋਸ਼ਲ ਕੌਂਸਲ। ਇਸ ਕੌਂਸਲ ਦੇ ਵਿੱਚ 53 ਦੇਸ਼ ਹੁੰਦੇ ਆ। ਮੀਟਿੰਗ ਹੈ ਇਹਦੀ ਸਾਲ ਵਿੱਚ 2 ਵਾਰ ਹੁੰਦੀ ਹੈ, ਯਾਦ ਕਰ ਲਿਓ। ਇਕਨੋਮਿਕ ਐਂਡ ਸੋਸ਼ਲ ਜਿਹੜਾ ਕੌਂਸਲ ਹੈ ਉਹਦੀ ਮੀਟਿੰਗ ਸਾਲ 'ਚ 2 ਵਾਰ ਹੁੰਦੀ ਹੈ। ਠੀਕ ਹੈ ਜੀ, ਇੱਕ ਵਾਰੀ ਤਾਂ ਨਿਊਯਾਰਕ ਦੇ ਵਿੱਚ ਹੁੰਦੀ ਹੈ ਅਪ੍ਰੈਲ ਮਹੀਨੇ ਦੇ ਵਿੱਚ, ਤੇ ਜੁਲਾਈ ਦੇ ਵਿੱਚ ਜਨੇਵਾ ਸਵਿਟਜ਼ਰਲੈਂਡ ਵਿੱਚ ਹੁੰਦੀ ਹੈ। ਆਰਥਿਕ, ਸਮਾਜਿਕ, ਸਿੱਖਿਆ, ਸਿਹਤ ਸੰਬੰਧੀ ਸਮੱਸਿਆਵਾਂ 'ਤੇ ਰਿਪੋਰਟ ਕਰਦਾ ਹੈ ਤੇ ਜਨਰਲ ਅਸੈਂਬਲੀ ਨੂੰ ਬਹੁਤ ਹੀ ਮਹੱਤਵਪੂਰਨ ਸੁਝਾਅ ਭੇਜਦਾ ਹੈ। ਜਿਹੜੀ ਇਸ ਕੌਂਸਲ ਦੀ ਸੀਟਾਂ ਦੀ ਵੰਡ ਅਨੁਪਾਤਿਕਤਾ ਦੇ ਆਧਾਰ 'ਤੇ ਕੀਤੀ ਜਾਂਦੀ ਹੈ, ਜਿਹਦੇ ਵਿੱਚ 54 ਦੇ ਵਿੱਚੋਂ 54 ਮੈਂਬਰ ਹੈ, ਇਹਦੇ ਵਿੱਚ ਅਫਰੀਕਾ ਦੇ 14 ਮੈਂਬਰ ਦੇ ਦੇਸ਼ ਹੈ, ਤੇ 13 ਮੈਂਬਰ ਹੈ ਜਿਹੜੇ ਯੂਰਪ ਦੇ ਹੋਰ ਦੇਸ਼ਾਂ ਦੇ, 11 ਮੈਂਬਰ ਏਸ਼ੀਅਨ ਦੇਸ਼ਾਂ ਦੇ ਵਿੱਚੋਂ ਹੈ, ਤੇ 10 ਲੈਟਿਨ ਅਮਰੀਕਾ ਦੇ ਵਿੱਚੋਂ, ਤੇ 6 ਪੂਰਬੀ ਯੂਰਪੀਅਨ ਦੇ ਵਿੱਚੋਂ ਹੈ। ਇਸ ਤਰ੍ਹਾਂ ਟੋਟਲ ਜਿਹੜੇ 54 ਇਹਦੇ ਮੈਂਬਰ ਹੈ ਆਰਥਿਕ ਤੇ ਸਮਾਜਿਕ ਕੌਂਸਲ ਦੇ। ਹਾਊ ਮੈਨੀ ਮੈਂਬਰਸ ਡਜ਼ ਦੀ ਇਕਨੋਮਿਕ ਐਂਡ ਸੋਸ਼ਲ ਕੌਂਸਲ ਹੈ? ਕਿੰਨੇ ਮੈਂਬਰ ਹੈ ਜਿਹਦੇ? 54 ਮੈਂਬਰ ਹੈ। ਹਾਂਜੀ, ਅਗਲਾ ਆ ਗਿਆ ਜੀ ਆਪਣੇ ਕੋਲ ਇੰਟਰਨੈਸ਼ਨਲ ਕੋਰਟ ਆਫ ਜਸਟਿਸ। ਠੀਕ ਹੈ, ਵੈਰੀ ਵੈਰੀ ਇੰਪੋਰਟੈਂਟ ਇਹ ਟੌਪਿਕ ਹੈ। ਹਾਂਜੀ, 3 ਅਪ੍ਰੈਲ 1946 ਨੂੰ ਹੇਗ ਨੀਦਰਲੈਂਡ ਦੇ ਵਿੱਚ ਦੀ ਸਥਾਪਨਾ ਹੋਈ। 3 ਅਪ੍ਰੈਲ 1946 ਨੂੰ। ਜੱਜਾਂ ਦੀ ਗਿਣਤੀ ਹੈਗੀ 5। ਹੈੱਡਕੁਆਟਰ ਹੈਗਾ ਜੀ ਹੇਗ ਨੀਦਰਲੈਂਡ ਦੇ ਵਿੱਚ। ਹਰੇਕ ਜੱਜ ਦਾ ਕਾਰਜਕਾਲ 9 ਸਾਲ, ਤੇ ਦੂਜੀ ਵਾਰ ਉਹ ਚੁਣਿਆ ਨਹੀਂ ਜਾ ਸਕਦਾ ਜੱਜ। ਤੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਜੱਜ ਬਣਨ ਵਾਲਾ ਪਹਿਲਾ ਭਾਰਤੀ ਸੀਗਾ, ਉਹ ਸੀ ਸਰ ਬੈਨਿੰਗਲ ਨਰਸਿੰਘ ਰਾਓ। ਠੀਕ ਹੈ, ਨਰਸਿੰਘ ਰਾਓ, ਸਰ ਬੈਨਿੰਗਲ ਨਰਸਿੰਘ ਰਾਓ ਪਹਿਲਾ ਜਿਹੜਾ ਭਾਰਤੀ ਸੀ ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਜੱਜ ਬਣਿਆ ਸੀ। ਤੇ ਜਿਹੜਾ ਦੂਸਰਾ ਜਸਟਿਸ ਬਣਿਆ ਸੀ ਉਹ ਨਗਿੰਦਰ ਸਿੰਘ ਸੀਗਾ, ਜਸਟਿਸ ਨਗਿੰਦਰ ਸਿੰਘ। ਠੀਕ ਹੈ, ਸਾਰੇ ਫੈਕਟ ਇੰਪੋਰਟੈਂਟ ਹੈ, ਇਹਨਾਂ ਨੂੰ ਧਿਆਨ 'ਚ ਰੱਖ ਲੈਣਾ ਜੀ। ਵਿਚ ਆਰਗਨ ਆਫ UNO ਫੰਕਸ਼ਨ ਫਾਰ ਪੀਸ ਪੈਲੇਸ ਇਨ ਦੀ ਹੇਗ ਐਂਡ ਨੀਦਰਲੈਂਡ? ਦੱਸਣਾ UNO ਦਾ ਉਹ ਕਿਹੜਾ ਆਰਗਨ ਹੈ ਜਿਹੜਾ ਕਿ ਹੇਗ ਨੀਦਰਲੈਂਡ ਦੇ ਵਿੱਚ ਹੈ। ਉਹ ਆਪਾਂ ਹੁਣੇ ਪੜ੍ਹ ਕੇ ਗਏ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ। ਇਹਦੇ ਵਿੱਚ 15 ਜੱਜ ਹੁੰਦੇ ਆ, ਹਰੇਕ ਜੱਜ ਦਾ ਕਾਰਜਕਾਲ 9 ਸਾਲ ਹੁੰਦਾ ਹੈ, ਤੇ ਕੋਈ ਵੀ ਜੱਜ ਦੂਰੀ ਵਾਰ ਚੁਣਿਆ ਨਹੀਂ ਜਾ ਸਕਦਾ। ਹਾਊ ਮੈਨੀ ਜੱਜਸ ਆਰ ਦੇਅਰ ਇਨ ਦੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ? ਕਿੰਨੇ ਜੱਜ ਹੁੰਦੇ ਜੀ? 15 ਜੱਜ ਹੁੰਦੇ ਜੀ। ਵਾਟ ਇਜ਼ ਦੀ ਟਰਮ ਆਫ ਦੀ ਜੱਜ ਆਫ ਇੰਟਰਨੈਸ਼ਨਲ ਕੋਰਟ ਆਫ ਜਸਟਿਸ? ਕਿੰਨੇ ਸਾਲ ਦਾ ਕਾਰਜਕਾਲ ਹੁੰਦਾ ਜੀ? 9 ਸਾਲ ਦਾ ਹੁੰਦਾ ਜੀ। ਹਰੇਕ ਜੱਜ ਦਾ ਕਾਰਜਕਾਲ 9 ਸਾਲ ਦਾ ਹੁੰਦਾ। ਹਾਂਜੀ, ਅੱਗੇ ਹੈ ਜੀ ਟਰਸਟਸ਼ਿਪ ਕੌਂਸਲ। ਇਹ 5ਵੀਂ ਆਰਗਨ ਹੈ। ਠੀਕ ਹੈ ਜੀ, ਇਸ ਕੌਂਸਲ ਆਈ ਦੇਸ਼ਾਂ ਦੇ ਪ੍ਰਸ਼ਾਸਨ ਤੇ ਸੁਰੱਖਿਆ ਨਾਲ ਸੰਬੰਧਿਤ ਸੰਯੁਕਤ ਰਾਸ਼ਟਰ ਦੀ ਜ਼ਿੰਮੇਵਾਰੀ ਸਪਸ਼ਟ ਹੁੰਦੀ ਹੈ। ਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜੋ ਆਜ਼ਾਦ ਨਹੀਂ ਹੋ ਸਕੇ, ਭਾਵ ਜਿਹੜਾ ਟਰਸਟੀ ਕੌਂਸਲ ਬਣਾਇਆ ਗਿਆ ਸੀ, ਜਿਹੜੇ ਆਜ਼ਾਦ ਨਹੀਂ ਹੋ ਸਕੇ, ਆਰਥਿਕ ਤੌਰ ਤੇ ਬਹੁਤ ਜ਼ਿਆਦਾ ਪਿਛੜੇ ਹੋਏ ਆ, ਉਹਨਾਂ ਦੀ ਸਹਾਇਤਾ ਦੇ ਲਈ ਇਹ ਟਰਸਟੀ ਕੌਂਸਲ ਬਣਾਇਆ ਗਿਆ ਸੀ। ਤੇ ਟਰਸਟੀ ਕੌਂਸਲ ਦੀ ਜਿਹੜੀ ਆਪਣਾ ਕੰਮਕਾਜ 1994 ਤੋਂ ਇਹਨੇ ਬੰਦ ਕਰਤਾ ਜੀ। ਠੀਕ ਹੈ ਜੀ, ਹੁਣ ਜਿਹੜਾ 1994 ਤੋਂ ਬਾਅਦ ਟਰਸਟੀ ਕੌਂਸਲ ਹੈ ਉਹ ਕੋਈ ਵੀ ਕੰਮ ਨਹੀਂ ਕਰ ਰਹੀ। ਹਾਂਜੀ, ਵਿਚ ਆਰਗਨ ਆਫ ਦੀ ਯੂਨਾਈਟਿਡ ਨੇਸ਼ਨ ਹੈਜ਼ ਸਸਪੈਂਡਡ ਇਟਸ ਆਪਰੇਸ਼ਨ ਸਿੰਸ 1994? 1994 ਤੋਂ ਬਾਅਦ ਕਿਹੜੀ UNO ਦੀ ਆਰਗਨ ਹੈ ਜਿਹਨੇ ਆਪਣਾ ਕੰਮ ਜਿਹੜੇ ਸਸਪੈਂਡ ਕਰਤੇ, ਮੁਅੱਤਲ ਕਰਤੇ? ਠੀਕ ਹੈ, ਜੋ ਟਰਸਟੀ ਕੌਂਸਲ ਹੈ ਜੀ, ਟਰਸਟੀਸ਼ਿਪ ਕੌਂਸਲ ਹੈ। ਹਾਂਜੀ, ਲਾਸਟ ਆਰਗਨ ਹੈ ਜਿਹੜੀ ਉਹ ਹੈ ਜੀ ਸੈਕਟਰੇਟ। ਠੀਕ ਹੈ ਜੀ, ਵੈਰੀ ਵੈਰੀ ਇੰਪੋਰਟੈਂਟ ਹੈ ਇਹ। ਤੇ ਇਹ ਪ੍ਰਬੰਧਕੀ ਅੰਗ ਹੁੰਦਾ ਜੀ UNO ਦਾ। ਜੇ ਪੁੱਛ ਲੈਣਾ ਜਿਹੜਾ ਮੈਨੇਜਮੈਂਟ ਆਰਗਨ ਕਿਹੜਾ ਹੈ, ਪ੍ਰਬੰਧਕੀ ਅੰਗ ਕਿਹੜਾ, ਉਹ ਸੈਕਟਰੇਟ ਹੈ, ਸਕੱਤਰੇਤ ਹੈ। ਠੀਕ ਹੈ, ਰੋਜ਼ਾਨਾ ਦੇ ਜਿਹੜੇ ਮਾਮਲੇ ਆ ਜਿਹੜੇ UNO ਦੇ, ਉਹ ਸਕੱਤਰੇਤ ਦੇ ਵਿੱਚ ਹੀ ਸੋਲਵ ਹੁੰਦੇ ਆ। 10,000 ਤੱਕ ਦੇ ਕਰਮਚਾਰੀ ਇੱਥੇ ਕੰਮ ਕਰਦੇ ਆ। ਸਭ ਤੋਂ ਉੱਚਾ ਜਿਹੜਾ ਅਧਿਕਾਰੀ ਉਹ ਜਨਰਲ ਸਕੱਤਰ ਹੁੰਦਾ ਹੈ। ਪਹਿਲਾ ਜਿਹੜਾ ਜਨਰਲ ਸਕੱਤਰ ਸੀ ਉਹ ਤ੍ਰਿਗਵੇਲੀ ਸੀਗਾ। ਠੀਕ ਹੈ, ਵਰਤਮਾਨ ਸਮੇਂ ਦੇ ਵਿੱਚ ਜਿਹੜਾ ਜਨਰਲ ਸਕੱਤਰ ਉਹ ਪੁਰਤਗਾਲ ਦੇ ਅੰਟੋਨੀਓ ਗੁਟੇਰਸ ਹੈ। ਜਨਵਰੀ 2017 ਤੋਂ ਇਹਨਾਂ ਦੀ ਅਪਾਇੰਟਮੈਂਟ ਹੋਈ ਹੈ। 5 ਸਾਲਾਂ ਦੇ ਕਾਰਜਕਾਲ ਦੇ ਲਈ ਜਿਹੜੇ ਜਨਰਲ ਸਕੱਤਰ ਦੀ ਅਪਾਇੰਟਮੈਂਟ ਹੁੰਦੀ ਹੈ। ਸਕੱਤਰੇਤ ਦੇ ਵਿੱਚ ਸਭ ਤੋਂ ਵੱਡਾ ਅਧਿਕਾਰੀ ਜਨਰਲ ਸਕੱਤਰ ਤੇ ਕੁਝ ਹੋਰ ਸਟਾਫ ਮੈਂਬਰ ਸ਼ਾਮਲ ਹੁੰਦੇ ਜੀ। ਠੀਕ ਹੈ ਜੀ, ਅੱਗੇ ਹੈ ਜੀ ਆਪਣੇ ਕੋਲ ਇੱਕ ਵਿਅਕਤੀ 2 ਵਾਰ ਜਨਰਲ ਸਕੱਤਰ ਨਹੀਂ ਬਣ ਸਕਦਾ। ਜਿਵੇਂ ਚੀਫ ਜਸਟਿਸ ਆਫ ਸਿਕਿਉਰਿਟੀ ਕੌਂਸਲ ਇੰਟਰਨੈਸ਼ਨਲ ਕੋਰਟ ਦਾ ਕੋਈ ਵੀ ਜੱਜ ਦੂਰੀ ਵਾਰ ਨਹੀਂ ਬਣ ਸਕਦਾ, ਉਸੇ ਤਰ੍ਹਾਂ ਕੋਈ ਵੀ ਵਿਅਕਤੀ 2 ਵਾਰ ਹੈ ਜਿਹੜਾ ਸੈਕਟਰੇਟ ਨਹੀਂ ਬਣ ਸਕਦਾ।
हाँ जी, सुरक्षा परिषद के किसी भी स्थाई देश ਵਿੱਚੋਂ ਕੋਈ ਵੀ ਵਿਅਕਤੀ ਜਨਰਲ ਸਕੱਤਰ ਨਹੀਂ ਚੁਣਿਆ ਜਾਂਦਾ। ਸਥਾਈ ਦੇਸ਼ ਸਿਕਿਉਰਿਟੀ ਕੌਂਸਲ ਦੇ 5 ਹੈ ਜੀ, ਠੀਕ ਹੈ ਜੀ। ਅਮਰੀਕਾ, ਚੀਨ, ਫਰਾਂਸ, ਰੂਸ ਤੇ ਯੂਕੇ, ਇਹਨਾਂ ਵਿੱਚੋਂ ਕੋਈ ਵੀ ਦੇਸ਼ਾਂ ਦੇ ਵਿੱਚੋਂ ਕੋਈ ਵੀ ਸਕੱਤਰ ਜਨਰਲ ਨਹੀਂ ਚੁਣਿਆ ਜਾ ਸਕਦਾ। ਇਹ ਧਿਆਨ ਰੱਖਣਾ ਇਫੈਕਟ। ਹਾਂਜੀ, ਹੂ ਵਾਜ਼ ਦੀ ਫਸਟ ਸੈਕਟਰੀ ਜਨਰਲ ਆਫ ਦੀ ਯੂਐਨਓ? ਇਹ ਸੀਗਾ ਟ੍ਰਿਗਵੇਲੀ, ਠੀਕ ਹੈ ਜੀ। ਕਹਿੰਦੇ ਸੰਯੁਕਤ ਰਾਸ਼ਟਰ ਦੇ ਸਕੱਤਰ ਦਾ ਕਾਰਜਕਾਲ ਕਿੰਨਾ ਹੁੰਦਾ ਜੀ? ਇਹ 5 ਸਾਲ ਦੇ ਲਈ ਚੁਣਿਆ ਜਾਂਦਾ ਜੀ। ਹੂ ਇਜ਼ ਦੀ ਪ੍ਰੈਜ਼ੈਂਟ ਸੈਕਟਰੀ ਜਨਰਲ ਐਟ ਦੀ ਯੂਐਨਓ? ਯੂਐਨਓ ਦਾ ਇਸ ਸਮੇਂ ਕੌਣ? ਅੰਟੋਨੀਓ ਗੁਟੇਰਸ, ਪੁਰਤਗਾਲ ਤੋਂ ਹੈ ਜੀ ਇਹ। ਮੈਨੂੰ ਉਮੀਦ ਹੈ ਅੱਜ ਦਾ ਜਿਹੜਾ ਸੈਸ਼ਨ ਆਪ ਜੀ ਨੂੰ ਪਸੰਦ ਆਇਆ ਹੋਵੇਗਾ। ਧੰਨਵਾਦ।